ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਨੇ 6ਵੀਂ ਹੋਰ ਨਿਜਰ ਸਾਹਿਬ ਹਾਂਜੀ 6ਵੀਂ ਪੌੜੀ ਲੈਣੀ ਹੈ ਜੀ। 6ਵੀਂ ਪੌੜੀ ਕੱਲ ਵਾਲੀ ਬਾਣੀ ਨੂੰ ਆਪਾਂ ਕੰਟੀਨਿਊ ਕਰਨਾ। ਹਾਂਜੀ ਹਾਂਜੀ 6ਵਾਂ ਸ਼ਲੋਕ 297 ਅੰਗ ਚ ਸੰਗਤ ਜੀ। ਬਿਲਕੁਲ 297 ਅੰਗ ਹੈਗਾ। 6ਵੀਂ ਜਿਹੜੀ ਤਿਥੀ ਆ ਚੰਦਰਮਾ ਦੀ, ਉਸ ਤੋਂ ਆਪਾਂ ਨੂੰ ਮਹਾਰਾਜ ਗਿਆਨ ਦੇ ਰਹੇ ਆ। ਤੇ ਇਸ ਤੋਂ ਪਹਿਲਾਂ ਜਿਹੜਾ ਹੈਗਾ ਪੰਚਮੀ ਤੋਂ ਦੱਸਿਆ ਸੀ ਆਪਾਂ ਨੂੰ ਬਈ ਉਹ ਪ੍ਰਧਾਨ ਹੈਗੇ ਆ ਜਿਨ੍ਹਾਂ ਨੇ ਜਿਹੜਾ ਹੈਗਾ ਪਰਪੰਚ ਸਮਝ ਲਿਆ ਬਈ ਜੋ ਕੁਛ ਵੀ ਹੈਗਾ ਇਹ ਮਾਲਕ ਪਰਮਾਤਮਾ ਨੇ ਮਾਇਆ ਜਿਹੜੀ ਹੈਗੀ ਆ ਇਹ ਪਰਪਸ ਦੀ ਜਿਹੜੀ ਹੈਗੀ ਇਹ ਖੇਡ ਬਣਾਈ ਹੋਈ ਆ, ਇਹ ਮਾਇਆ ਪਾਈ ਆ ਔਰ ਆਹੀ ਖੇਡ ਹੈਗੀ ਆ। ਇਸ ਖੇਡ ਨੂੰ ਜਿਹੜਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿੱਜੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਤੁਸੀਂ ਬਹੁਤ ਲੇਟ ਹੋ ਗਏ, ਮਾਈਕ ਬੰਦ ਕਰ ਦਿਓ। 40 ਮਿੰਟ ਹੋ ਗਏ ਮਾਤਾ। ਤੇ ਪੰਜ ਜਿਹੜੇ ਹੈਗੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਦੂਸਰੀ ਸਾਈਡ ਦੇ ਉੱਤੇ ਜਿਹੜੇ ਪੰਜ ਹੈਗੇ ਭਾਈ ਆਪਣੇ ਨਾਲ ਜਿਨ੍ਹਾਂ ਦੇ ਨਾਲ ਮੈਚ ਹੈਗਾ ਆਪਣਾ, ਔਰ ਆਪਾਂ ਇਕੱਲੇ ਹੈਗੇ ਆ। ਮਹਾਰਾਜ ਕਹਿ ਰਹੇ ਆ ਬਈ ਤੂੰ ਮੈਨੂੰ ਆਪਣੀ ਸਾਈਡ ਲੈ ਸਕਦਾ ਆ ਗੁਰੂ ਦੇ ਦੁਆਰਾ। ਗੁਰੂ ਦਿੱਤਾ ਹੈ ਤੈਨੂੰ, ਬ੍ਰਹਮ ਗਿਆਨ ਦਿੱਤਾ ਹੈ, ਬ੍ਰਹਮ ਗਿਆਨੀ ਦਿੱਤੇ ਆ, ਉਹਨਾਂ ਤੋਂ ਤੂੰ ਜਿਹੜੇ ਹੈਗੇ ਦਾ ਪੇਚ ਔਰ ਗਰੰਟੀ ਹੈਗੀ ਕਿ ਉਹਨਾਂ ਦੇ ਅਨੁਸਾਰ ਜੇ ਖੇਡ ਖੇਡੇਗਾ ਤੇ ਹਾਰ ਨਹੀਂ ਸਕੇਗਾ, ਇਹਨਾਂ ਨੂੰ ਹਰਾ ਦੇਗਾ। 5 ਹੋਣ ਚਾਹੇ 50 ਹੋਣ, ਸਾਰਿਆਂ ਨੂੰ ਹਰਾ ਦੇਗਾ ਤੂੰ। ਇਸੇ ਦੇ ਵਾਸਤੇ ਜਿਹੜੇ ਹੈਗੇ ਆ ਮਹਾਰਾਜ ਜਿਹੜੇ ਹੈਗੇ ਹੁਣ 6ਵੀਂ ਖੱਟ ਜਿਹੜੇ ਹੈਗੇ 6ਵੀਂ ਤੋਂ ਜਿਹੜਾ ਹੈਗਾ ਆਪਾਂ ਨੂੰ ਗਿਆਨ ਦੇ ਰਹੇ ਆ। ਭਾਈ ਗੁਰੂ ਜਿਹੜੇ ਹੈਗੇ ਗਿਆਨ ਜਿਹੜਾ ਹੈਗਾ ਇਹ ਪੁਕਾਰ ਕੇ ਕਹਿ ਰਿਹਾ ਆ। ਸ਼ਲੋਕ ਖਟ ਸ਼ਾਸਤਰ ਉੱਚੋ ਕਹੇ ਅੰਤ ਨਾ ਪਾਰਾਵਾਰ। ਕਹਿ ਰਿਹਾ ਮਾਲਕ ਪਰਮਾਤਮਾ ਦਾ ਅੰਤ ਨਹੀਂ ਹੈ, ਪਾਰਾਵਾਰ ਨਹੀਂ ਹੈ। ਸਾਰੀ ਖੇਡ ਜਿਹੜੀ ਹੈਗੀ ਮਾਲਕ ਪਰਮਾਤਮਾ ਦੀ ਹੈਗੀ ਆ। ਭਗਤ ਸੋਹੇ ਗੁਣ ਗਾਵਤੇ ਨਾਨਕ ਪ੍ਰਭ ਕੈ ਦਵਾਰ। ਕਹਿੰਦੇ ਭਗਤ ਜਿਹੜੇ ਹੈਗੇ ਦੇਖ ਕਿਸ ਤਰ੍ਹਾਂ ਗੇਮ ਜਿੱਤ ਕੇ ਮਾਲਕ ਪਰਮਾਤਮਾ ਦੇ ਦਵਾਰ ਤੇ ਸੋਭਦੇ ਆ। ਤੂੰ ਵੀ ਜਿਹੜਾ ਹੈਗਾ ਇਹ ਗਿਆਨ ਬ੍ਰਹਮ ਗਿਆਨ ਲੈ, ਇਹ ਸ਼ਬਦ ਬ੍ਰਹਮ ਲੈ ਔਰ ਇਹਨੂੰ ਸ਼ਬਦ ਬ੍ਰਹਮ ਨੂੰ ਜਿਹੜਾ ਹੈਗਾ ਸ਼ਬਦ ਬ੍ਰਹਮ ਦੇ ਦੁਆਰਾ ਜਿਹੜਾ ਹੈਗਾ ਇਹਨੂੰ ਜਿਨ੍ਹਾਂ ਨੇ ਯਾਤਰਾ ਕਰ ਲਈ ਹੈ, ਜਿਹੜੇ ਇਸ ਮਾਰਗ ਤੇ ਜਿਹੜੇ ਹੈਗੇ ਆ ਪੂਰੇ ਭੇਤੀ ਹੈਗੇ ਇਸ ਮਾਰਗ ਦੇ, ਉਹਨਾਂ ਤੋਂ ਨੁਕਤਾ ਲੈ ਔਰ ਇਸ ਖੇਡ ਨੂੰ ਖੇਡ। ਸ਼ਲੋਕ ਖਟ ਸ਼ਾਸਤਰ ਉੱਚੋ ਕਹੇ ਅੰਤ ਨਾ ਪਾਰਾਵਾਰ। ਮਾਲਕ ਪਰਮਾਤਮਾ ਦਾ ਅੰਤ ਔਰ ਪਾਰਾਵਾਰ ਨਹੀਂ ਹੈਗਾ। ਉਸਨੇ ਜਿਹੜੀ ਖੇਡ ਪਾਈ ਹੋਈ ਆ ਇਹਨੂੰ ਤੂੰ ਇਸ ਤਰੀਕੇ ਦੇ ਨਾਲ ਆਪਣੇ ਆਪ ਨਹੀਂ ਜਿੱਤ ਸਕਦਾ। ਇਹਦੇ ਵਾਸਤੇ ਜਿਹੜਾ ਹੈਗਾ ਮਾਲਕ ਨੇ ਜਿਹੜੀ ਹੈਗੀ ਮਿਹਰ ਕੀਤੀ ਆ ਦੁਨੀਆ ਦੇ ਵਿੱਚ ਜਿਹੜੇ ਹੈਗੇ ਬ੍ਰਹਮ ਗਿਆਨੀ ਬ੍ਰਹਮ ਗਿਆਨ ਦਿੱਤਾ ਹੈ, ਉਹਦੇ ਅਨੁਸਾਰ ਹੀ ਆਪਾਂ ਨੂੰ ਖੇਡ ਖੇਡਣੀ ਪਊਗੀ, ਭਗਤੀ ਕਰਨੀ ਪਊਗੀ, ਤਾਂ ਜਿਹੜੇ ਹੈਗੇ ਆਪਾਂ ਇਹ ਖੇਡ ਜਿੱਤ ਸਕਾਂਗੇ ਔਰ ਮਾਲਕ ਪਰਮਾਤਮਾ ਦੇ ਦੁਆਰ ਤੇ ਸੁਭਾਇਮਾਨ ਹੋਵਾਂਗੇ। ਹਾਂਜੀ ਵੀਰ ਜੀ। ਖਟ ਸ਼ਾਸਤਰ ਉੱਚੋ ਕਹੇ ਅੰਤ ਨਾ ਪਾਰਾਵਾਰ। ਭਗਤ ਸੋਹੇ ਗੁਣ ਗਾਵਤੇ ਨਾਨਕ ਪ੍ਰਭ ਕੈ ਦਵਾਰ। ਹਾਂਜੀ ਗੁਰਕੀ ਸਾਹਿਬ। ਹਾਂਜੀ ਟੀਚਰ ਸਾਹਿਬ ਠੀਕ ਹੈ। ਅੱਛਾ ਪਹਿਲਾਂ ਇਹਦੀ ਆਪਾਂ ਵਿਚਾਰ ਕਰਨੀ ਹੈ। ਠੀਕ ਹੈ ਸਾਧ ਸੰਗਤ ਜੀ, ਇਹ ਨਾ ਦੇਖੋ ਪਤਾ ਕੀ ਹੈ, ਜਦੋਂ ਤੁਸੀਂ ਉੱਪਰ ਆ ਜਾਣਾ ਨਾ, ਕਾਫੀ ਉੱਪਰ ਆ ਜਾਣਾ,
ਤੇ ਉਹ ਸਵਾਲ ਆਉਣੇ ਨੇ ਤੁਹਾਡੇ ਅੱਗੇ। ਅਜੇ ਜਿਵੇਂ ਜਿਵੇਂ ਤੁਹਾਡੀ ਅਵਸਥਾ ਬਣੂਗੀ ਨਾ, ਜਿੱਦਾਂ ਕਿ ਛੋਟਾ ਬੱਚਾ ਹੈ, ਉਹਦੇ ਸਵਾਲ ਜ਼ਿਆਦਾ ਨਹੀਂ ਹੁੰਦੇ। ਉਹਦੇ ਸਵਾਲ ਇੰਨੇ ਹੁੰਦੇ ਕਿ ABC ਸਿੱਖ ਲਈ ਤੇ ਊੜਾ ਐੜਾ ਸਿੱਖ ਲਿਆ ਤੇ ਹਿੰਦੀ ਤੇ ਕ ਖ ਸਿੱਖ ਲਿਆ। ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਉਹਦੇ ਅੰਦਰ ਜਿਗਿਆਸਾ ਜਾਗਦੀ। ਹੁਣ ਛੋਟੇ ਬੱਚੇ ਨੂੰ ਆਪਾਂ ਖਾਦ ਦਿੰਦੇ ਨਾ ਕਿ 1 ਤੇ 1 2 ਹੁੰਦੇ ਆ। ਫਿਰ ਉਹ ਜਿਵੇਂ ਬੱਚਾ ਵੱਡਾ ਹੋਊਗਾ ਔਰ ਉਸ ਲੌਜਿਕ ਨੂੰ ਸਮਝੂਗਾ ਕਿ ਇਹ ਪਹਿਲਾਂ ਤਾਂ ਉਹਨੇ 1 ਤੇ 1 2 ਲਿਖਦੇ ਨੇ ਅੰਦਾਜ਼ੇ ਨਾਲ ਹੀ, ਕਿਉਂਕਿ ਦੱਸਦਾ ਹੈ ਉਹਨੇ ਲਿਖਤੇ। ਫਿਰ ਉਹਨੇ ਆਪਣੀ ਬੁੱਧੀ ਦਾ ਇਸਤੇਮਾਲ ਕਰਨਾ ਹੈ। 1 ਤੇ 1 2 ਹੁੰਦੇ ਆ ਫਿਰ, ਜਾਂ ਫਿਰ ਹੋਰ ਕੋਈ ਵੀ ਆਪਾਂ ਗਿਣਤੀ ਕਰ 2 ਤੇ 2 4, ਉਹਨੇ ਉਸਨੂੰ ਲੌਜਿਕ ਨੂੰ ਸਮਝਣਾ ਹੈ, ਅਸਲੀ ਨੂੰ ਸਮਝਣਾ। ਕਿਉਂਕਿ ਅੰਦਰ ਬੁੱਧੀ ਆ, ਪਹਿਲਾਂ ਛੋਟੀ ਬੁੱਧੀ ਸੀ, ਪਰ ਜਿਵੇਂ ਜਿਵੇਂ ਬੱਚਾ ਵੱਡਾ ਹੋ ਗਿਆ ਤਾਂ ਤੁਸੀਂ ਉਹਨੂੰ ਗਲਤ ਵੀ ਦੱਸੋਗੇ ਤੇ ਉਹਦੀ ਬੁੱਧੀ ਨੇ ਕਹਿਣਾ ਹੈ ਕਿ ਇਹ ਗਲਤ ਬੋਲ ਗਿਆ। ਕਿਉਂਕਿ ਉਹਦੇ ਅੰਦਰ ਉਹ ਜਿਹੜੇ ਉਹਦੇ ਅੰਦਰ ਇੱਕ ਸ਼ਕਤੀ ਆ, ਉਹ ਹੁਣ ਕਾਫੀ ਉੱਪਰ ਲੈਵਲ ਤੇ ਆ ਰਹੀ ਹੈ। ਛੋਟੇ ਬੱਚੇ ਨੂੰ ਦੱਸੋਗੇ ਨਾ ਤੇ ਉਹਨੇ ਵਿਚਾਰੇ ਨੇ ਵਿਸ਼ਵਾਸ ਹੀ ਕਰ ਲੈਣਾ, ਤੁਸੀਂ ਕੁਝ ਵੀ ਦੱਸੀ ਜਾਓ। ਜਦੋਂ ਬੱਚਾ ਮਾਸਾ ਕੁ ਵੱਡਾ ਹੋ ਗਿਆ, ਤੁਸੀਂ ਨੂੰ ਗਲਤ ਕੰਮ ਕਰਦੇ ਕਿਹਾ ਤੇ ਉਹਨੇ ਰੌਲਾ ਪਾ ਦੇਣਾ। ਉਹਨੇ ਕਹਿਣਾ ਨਹੀਂ ਐ ਨਹੀਂ ਠੀਕ। ਤੁਹਾਡੇ ਨਾਲ ਸਵਾਲ ਕਰੂਗਾ, ਤੁਹਾਡੇ ਤੋਂ ਐਸੇ ਸਵਾਲ ਕਰਨੇ ਆ, ਤੁਹਾਨੂੰ ਸੋਚਣਾ ਪਊਗਾ ਉਹਨਾਂ ਨੂੰ ਜਵਾਬ ਦੇਣ। ਹਜੇ ਛੋਟੇ ਬੱਚੇ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ। ਮਾਸਾ ਕੁ ਵੱਡਾ ਹੋ ਗਿਆ ਉਹ ਤੁਹਾਡੇ ਨਾਲ ਗੱਲਬਾਤ ਕਰੂ। ਤਾਂ ਉਸ ਲੈਵਲ ਤੇ ਜਦੋਂ ਆਪਾਂ ਜਾਂਦੇ ਹਾਂ, ਉਹਦਾ ਇੱਕ ਲੈਵਲ, ਹੁਣ ਸਕੂਲ ਚ ਗਿਆ ਉਹਦਾ ਲੈਵਲ, ਕਾਲਜ ਚ ਗਿਆ ਉਹਦਾ ਇੱਕ ਲੈਵਲ, ਜਦੋਂ ਯੂਨੀਵਰਸਿਟੀ ਚ ਗਿਆ ਉਹਦਾ ਇੱਕ ਲੈਵਲ ਹੈ। ਇਸੇ ਤਰ੍ਹਾਂ ਅਧਿਆਤਮਿਕ ਜਦੋਂ ਆਪਾਂ ਸਫ਼ਰ ਕਰਦੇ ਹਾਂ, ਜਦੋਂ ਭਗਤੀ ਕਰਦੇ ਹਾਂ ਤੇ ਸਾਡੀਆਂ ਸਟੇਜਾਂ ਨੇ, ਤੇ ਉਹ ਸਟੇਜਾਂ ਦੇ ਵਿੱਚ ਕੀ ਹੁੰਦਾ ਹੈ ਉਹਨਾਂ ਚੀਜ਼ਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ। ਦੇਖੋ ਗਿਆਨ ਬਹੁਤ ਜ਼ਰੂਰੀ ਹੈ। ਦੇਖੋ ਗਿਆਨ ਤੋਂ ਬਿਨਾਂ ਕੁਝ ਵੀ ਕੰਮ ਸਹੀ ਨਹੀਂ ਹੋਣਾ। ਕਾਲ ਜ਼ਰੂਰੀ ਹੁੰਦੇ ਨੇ, ਟੀਚਰ ਜ਼ਰੂਰੀ ਹੁੰਦੇ ਨੇ। ਸਕੂਲਾਂ ਚ ਤਾਂ ਹੀ ਉੱਥੇ ਸਿਖਾਉਂਦੇ ਟੀਚਰ। ਹੁਣ ਖਾੜੇ ਚ ਜਾਣਾ ਹੈ, ਭਲਵਾਨੀ ਤੇ ਨੁਕਤੀਆਂ ਦੱਸਦੇ ਨੇ ਕਿੱਦਾਂ ਫੁੱਲਣਾ ਹੈ, ਕਿਹੜੀ ਖੁਰਾਕ ਖਾਣੀ ਹੈ ਜਿਹਦੇ ਨਾਲ ਸਰੀਰ ਮਜ਼ਬੂਤ ਹੁੰਦਾ ਹੈ, ਔਰ ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਜਿਹਦੇ ਨਾਲ ਸਰੀਰ ਕਮਜ਼ੋਰ ਹੁੰਦਾ ਹੈ। ਭੁੱਲੀਆਂ ਦੱਸਦੇ ਨੇ, ਕਿਉਂਕਿ ਉਹਨਾਂ ਦਾ ਤਜਰਬਾ ਸਾਡੇ ਤੋਂ ਜ਼ਿਆਦਾ ਹੁੰਦਾ। ਅਸੀਂ ਤੇ ਨਵੇਂ। ਇਸੇ ਤਰ੍ਹਾਂ ਅਧਿਆਤਮਿਕ ਵੀ ਆ। ਇਹ ਨਹੀਂ ਕਿ ਤੁਹਾਡੀ ਉਮਰ 70 ਸਾਲ ਹੈ ਤੇ ਤੁਹਾਨੂੰ ਬਹੁਤ ਜ਼ਿਆਦਾ ਗਿਆਨ ਹੋ ਸਕਦਾ ਹੈ ਕਿ 10-15 ਸਾਲ ਦੇ ਬੱਚੇ ਨੂੰ ਤੁਹਾਡੇ ਤੋਂ ਵੱਧ ਗਿਆਨ ਹੋਵੇ। ਬਿਲਕੁਲ। ਇੱਥੇ ਉਮਰ ਫੈਕਟ ਨਹੀਂ, ਇੱਥੇ ਉਮਰ ਬਿਲਕੁਲ ਨਹੀਂ ਫੈਕਟ ਕਰਦੀ। ਤੇ ਇਹ ਵੀ ਮਨ ਚੋਂ ਵਰਕਾ ਪਾੜਦੇ ਹੋ ਤੁਸੀਂ, ਪਤਾ ਨਹੀਂ ਕਿੰਨਾ ਕੁ ਪਾਠ ਕੀਤਾ। ਬਿਲਕੁਲ ਹੀ ਇਹ ਲੌਜਿਕ ਇੱਕਦਮ ਅਲੱਗ ਹੈ। ਜ਼ਿਆਦੀ ਉਮਰ ਵੀ ਜਿਹੜੀ ਇੱਕ ਹੰਕਾਰ ਹੀ ਪੈਦਾ ਕਰਦਾ। ਮੈਂ ਇੰਨੇ ਸਾਲ ਤੋਂ ਇੱਥੇ ਪਾਠ ਕਰਨਾ, ਉਹ ਵੀ ਇੱਕ ਹਉਮੈ ਆ, ਪਰ ਹੁਕਮ ਹੋ ਗਈ। ਧਰਮ ਕੀ ਕਹਿੰਦਾ ਹੈ? ਧਰਮ ਇੱਕ ਚੀਜ਼ ਨੂੰ ਸਮਝਾਉਂਦਾ ਹੈ, ਸਾਨੂੰ ਬੜੀ ਚੰਗੀ ਤਰ੍ਹਾਂ ਸਮਝਾਉਂਦਾ ਹੈ, ਔਰ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ। ਔਰ ਮੇਰੀ ਭਾਸ਼ਾ ਨੂੰ ਥੋੜਾ ਜਿਹਾ ਕੋਸ਼ਿਸ਼ ਕਰਿਆ ਕਰੀਏ ਆਪਾਂ ਨਾ। ਉਹ ਹੁਣ ਹਰ ਕਿਸੇ ਬੰਦੇ ਦੀ ਆਪਣੀ ਅਵਸਥਾ ਹੈ, ਉਹਨੇ ਉਸ ਤਰੀਕੇ ਨਾਲ ਸਮਝਣਾ। ਮੈਂ ਇਹਨੂੰ ਬਦਲ ਨਹੀਂ ਸਕਦਾ। ਕਈਆਂ ਨੂੰ ਮੇਰੀ ਗੱਲ ਚੰਗੀ ਵੀ ਲੱਗ ਸਕਦੀ, ਕਈਆਂ ਨੂੰ ਮਾੜੀ ਵੀ ਲੱਗ ਸਕਦੀ। ਕਿਉਂਕਿ ਦੇਖੋ ਸ਼ਬਦ ਇੱਕ ਸ਼ਕਤੀ ਹੈ। ਹੁਣ ਵਾਟੀ ਹੈ, ਇੱਕ ਅੱਖਰ ਹੈਗਾ ਵੱਟ। ਇਕਬਾਲ ਜੀ ਮਾਈਕ ਬੰਦ ਕਰੋ, ਤੁਸੀਂ ਮਾਈਕ ਚਾਲੂ ਕਰ ਦਿਓ। ਬੰਦ ਹੋ ਗਿਆ। ਸ਼ਬਦ ਇੱਕ ਸ਼ਕਤੀ ਹੈ। ਆਪਾਂ ਕਹਿੰਦੇ ਵੱਟ, ਛੋਟਾ ਜਿਹਾ ਅੱਖਰ ਹੈ ਵੱਟ। ਹੁਣ ਪਿੰਡ ਪੈਲੀਆਂ ਦੇ ਸਾਈਡ ਤੇ ਬਣੀ ਹੈ ਵੱਟ। ਹੁਣ ਕੋਈ ਬੰਦਾ ਗਰਮੀਆਂ ਵੀ ਤੇ ਕਹਿੰਦੇ ਵੱਟ ਬੜਾ ਲੱਗਣ ਡਿਆ, ਉਹ ਜੀ ਉਹਨੇ ਰਸਤੇ ਨੂੰ ਵੱਟ ਦਿੱਤਾ। ਤੇ ਕਿਸੇ ਨੂੰ ਇਹ ਵੀ ਕਹਿ ਸਕਦੇ ਨੇ ਕਿ ਤੈਨੂੰ ਬੜੇ ਵੱਟ ਚੜੇ ਮੇਰੀ ਗੱਲ ਦਾ। ਆਹੋ, ਗੁੱਸਾ। ਹੁਣ ਮੈਂ ਇੱਕ ਵੱਟ ਦਾ ਨਾਂ ਲਿਆ, ਕਿਸਾਨ ਉੱਥੇ ਬੈਠਾ, ਉਹਨੇ ਮਤਲਬ ਕੁਝ ਹੋਰ ਕੱਢਣਾ। ਉਹਨੇ ਕਹਿਣਾ ਪੈਲੀ ਦੀ ਵੱਟ ਦੀ ਗੱਲ ਹੋ ਰਹੀ ਹੈ। ਜੇ ਕੋਈ ਬੰਦਾ ਰਸਤਿਆਂ ਨੂੰ ਵੱਟਦਾ ਹੈ ਤੇ ਉਹਨੇ ਕਹਿਣਾ ਰਸਤੇ ਨੂੰ ਵੱਟਣ ਦੀ ਗੱਲ ਹੋ ਰਹੀ ਹੈ। ਇੱਕ ਬੰਦਾ ਉਹ ਹੋਰ ਸੋਚਦਾ ਵਾ ਕਿ ਤੁਹਾਨੂੰ ਉਹ ਫਿਰ ਲੜਦਾ ਝਗੜਦਾ ਉਹਨੇ ਵੱਟ ਜਿਹੜਾ ਵਾ ਉਹ ਦੂਜੇ ਰੂਪ ਚ ਸਵੀਕਾਰ ਕਰਨਾ। ਇਹ ਭਾਸ਼ਾ ਬੜੀ ਡਿਪਲੋਮੈਟਿਕ ਹੈ।
ਇਸ ਕਰਕੇ ਇਹ ਹੁਣ ਕਈ ਵਾਰ ਵੇਖੋ ਆਤਮਾ ਕਿਆ ਹੈ, ਕਿਤੇ ਕਿਆ ਬਾਤ ਜੋਤੀ ਦੇ ਵਿੱਚ ਜੋਤ ਸਮਾ ਜਾਣੀ, ਕਿਤੇ ਪਰਮਾਤਮਾ ਚ ਲੀਨ ਹੋ ਜਾਣਾ, ਕਿਤੇ ਇਹ ਜਿਹੜਾ ਮਾਇਆ ਦਾ ਤਿਆਗ ਕਰਕੇ ਬ੍ਰਹਮ ਚ ਲੀਨ ਹੋ ਜਾਣਾ, ਇਹ ਗੱਲਾਂ ਇੱਕੋ ਹੀ ਨੇ। ਪਰ ਉਹ ਇੱਕ ਉਸ ਚੀਜ਼ ਨੂੰ ਉਸਦੇ ਰੂਪ ਸਾਨੂੰ ਸਵੀਕਾਰ ਕਰਨਾ ਪਊਗਾ। ਉਹ ਲਫ਼ਜ਼ ਕਿਉਂ ਵਰਤਿਆ ਫਿਰ ਅੱਗੇ ਪਿੱਛੇ ਪੜ੍ਹਨਾ ਪਊਗਾ, ਨਾ ਕਿ ਇੱਕ ਅੱਖ ਨੂੰ ਪੜ੍ਹਿਆ ਗੱਲ ਬਣ। ਤੇ ਕੋਈ ਦੂਜੇ ਗ੍ਰੰਥ ਵੀ ਹੈਗੇ ਨੇ। ਫਿਲਹਾਲ ਤੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਗੱਲ ਕਰਨੀ ਹੈ। ਉਹ ਗਿਆਨ ਕੋਈ ਵੱਖਰਾ ਨਹੀਂ ਹੈਗਾ। ਮੈਂ ਸਹੀ ਦੱਸ, ਜਿੱਥੋਂ ਮਰਜ਼ੀ ਤੁਸੀਂ ਪੜ੍ਹ ਕੇ ਵੇਖ ਲਿਓ, ਯਥਾਰਥ ਗਿਆਨ ਜਿਹੜਾ ਉਹ ਤੁਹਾਡਾ ਵਾ। ਇੱਕ ਨੂੰ ਅੰਡਰਸਟੈਂਡ ਕਰੋ। ਉਹ ਕੇਵਲ ਤੁਹਾਨੂੰ ਲੈਂਡਮਾਰਕ ਹੈ। ਹੁਣ ਕਿਤਾਬ ਲਿਆਂਦੀ ਤੁਸੀਂ, ਉੱਤੇ ਲਿਖਿਆ ਰੋਟੀ ਬਣਾਉਣੀ, ਸਬਜ਼ੀ ਬਣਾਉਣੀ, ਉਹ ਤੁਹਾਨੂੰ ਬਸ ਹੈਲਪ ਆ। ਥਿਊਰੀ ਮੇਨ ਜਿਹੜੀ ਉਹ ਤੁਹਾਡੀ ਮਿਹਨਤ, ਤੁਸੀਂ ਡੈਡੀਕੇਸ਼ਨ ਕਿੰਨੀ ਕਰ ਰਹੇ ਹੋ ਉਸ ਚੀਜ਼ ਨੂੰ। ਹੁਣ ਦੇਖੋ, ਇੱਕ ਮੈਂ ਨਾ ਛੋਟਾ ਹੁੰਦਾ ਨੇ ਜਿਸ ਆਪਣੀ ਗੱਲ ਸੁਣਾਉਣਾ, 1 ਰੁਪਈਏ ਦੀ ਪਤਾ ਨਹੀਂ 50 ਪੈਸੇ ਦੀ ਗੁੱਡੀ ਹੋਣੀ, ਮੈਂ ਪਤਾ ਨਹੀਂ 10 ਕਿਲੋਮੀਟਰ ਦੇ ਪਿੱਛੇ ਭੱਜੇ ਜਾਣਾ। ਮੈਂ ਇਕੱਲਾ ਥੋੜੀ, ਉਹਦੇ ਮਗਰ 10 ਮੁੰਡੇ ਹੁੰਦੇ ਹਾਂ ਘੱਟੋ ਘੱਟ। ਤੇ ਉਸ ਟਾਈਮ ਤੇ ਉਹ ਜਿਹੜੀ ਮਿਹਨਤ ਵੀ ਸੀ ਮੈਨੂੰ ਚੰਗੀ ਲੱਗਦੀ। ਬੇਸ਼ੱਕ ਨਹੀਂ ਵੀ ਫੜੀ ਗਈ ਨਾ, ਪਰ ਉਹ ਮੈਨੂੰ ਚੰਗਾ ਲੱਗਦਾ ਸੀ। ਇੱਕ ਭੱਜਣਾ, ਜੋ 4-5 ਰੀ ਭੱਜਿਆ, ਇੱਕ ਤੋਂ ਗੁੱਡੀ ਤੇ ਮੇਰੇ ਹੱਥ 'ਚ ਆ ਹੀ ਜਾਂਦੀਆਂ। ਇਹ ਵੀ ਅਧਿਆਤਮਿਕ ਸਫ਼ਰ ਜਿਹੜਾ ਹੁੰਦਾ ਨਾ, ਆਤਮ ਗਿਆਨ, ਬਾਣੀ ਚ ਖਾਸ ਕਰਕੇ ਕਿਹਾ ਨੀਤ, ਮਤਲਬ ਹਰ ਦਿਨ ਤੈਨੂੰ ਕੋਸ਼ਿਸ਼ ਕਰਨੀ ਪਊਗੀ। ਇਹ ਨਹੀਂ ਕਿ ਇੱਕ ਦਿਨ ਭੱਜ ਕੇ ਆਵੇਂ ਤੇ ਮੁੜ ਕੇ 5 ਦਿਨ ਸਾਧਨੇ ਨਾ ਕਰੇ। ਜਿੰਨਾ ਖੂਹ ਚ ਮਿੱਟੀ ਕੱਢੀ ਨਾ, ਉਨੀ ਫੇਰ ਵਾਪਸ ਪੈ ਜਾਣੀ। ਕਿਉਂਕਿ ਇੰਦਰੀਆਂ ਜਿਹੜੀਆਂ ਹੈਗੀਆਂ, ਇੰਦਰੀਆਂ ਦਾ ਸੁਭਾਅ ਹੈਗਾ ਗੁਣ ਨੂੰ ਗ੍ਰਹਿਣ ਕਰਨਾ। ਅੱਖਾਂ ਦੇ ਆਪਣੇ ਰਸ ਨੇ, ਕੰਨਾਂ ਦੇ ਆਪਣੇ ਰਸ ਨੇ, ਮੂੰਹ ਦੇ ਆਪਣੇ ਰਸ ਨੇ, ਹੋਰ ਜਿਹੜੀਆਂ ਇੰਦਰੀਆਂ ਉਹਨਾਂ ਦੇ ਆਪਣੇ ਰਸ, ਨਾਸਾਂ ਦਾ ਆਪਣਾ ਰਸ। ਤੋ ਇਹ ਚੀਜ਼ ਨੂੰ ਆਪਾਂ ਸਮਝੀਏ, ਠੀਕ ਹੈ। ਤੇ ਅਸੀਂ ਇਸ ਚੀਜ਼ ਨੂੰ ਹੋਰ ਚੰਗੀ ਤਰ੍ਹਾਂ ਸਮਝੀਏ ਔਰ ਸਾਨੂੰ ਮਦਦ ਮਿਲੇ। ਔਰ ਬਾਣੀ ਸਾਨੂੰ ਕਹਿਣਾ ਕੀ ਚਾਹੁੰਦੀ, ਔਰ ਬਾਣੀ ਪਤਾ ਕੀ ਕਹਿੰਦੀ ਹੈ? ਬਾਣੀ ਸਾਨੂੰ ਇਹ ਕਹਿੰਦੀ ਆ ਕਿ ਤੈਨੂੰ ਖੁਦ ਚੱਲਣਾ ਪੈਣਾ। ਵਿਵੇਕ ਬੁੱਧੀ ਦਾ ਦੀਪਕ ਤੇਰੇ ਹੱਥ 'ਚ ਹੋਣਾ ਚਾਹੀਦਾ। ਕਿਸੇ ਤੇ ਵਿਸ਼ਵਾਸ ਕਰ, ਪਰ ਆਪਣੀ ਬੁੱਧੀ ਦਾ ਵੀ ਇਸਤੇਮਾਲ ਕਰ। ਕਿਉਂਕਿ ਤੂੰ ਕੋਈ ਜਾਨਵਰ ਨਹੀਂ ਹੈਗਾ, ਕੋਈ ਮੱਝ ਨਹੀਂ ਹੈਗੀ ਕਿ ਤੇਰੇ ਗਲ 'ਚ ਸੰਗਲ ਪਾਇਆ ਤੇ ਤੈਨੂੰ ਖੁਰਲੀ ਤੇ ਬੰਦ। ਤੂੰ ਇਨਸਾਨ ਹੈ, ਤੈਨੂੰ ਚੰਗੀ ਤਰ੍ਹਾਂ ਪਤਾ ਹੈ। ਤੂੰ ਜਿੱਦਾਂ ਦੂਜੇ ਕੰਮ ਅਕਲ ਤੋਂ ਕੰਮ ਲੈਂਦਾ ਨਾ, ਹੁਣ ਤੂੰ ਘਰ ਬਣਾਉਣਾ, ਤੈਨੂੰ ਸਾਰਾ ਪਤਾ ਹੈ ਕਿ ਕਿਹੜੀ ਟਾਇਲ ਕਿੰਨੇ ਦੀ ਮਿਲਦੀ, ਕਿਹੜੀ ਦੁਕਾਨ ਤੋਂ ਮਿਲਦੀ ਹੈ। ਤੈਨੂੰ ਪਤਾ ਹੈ ਕਿ ਕਿਹੜੇ ਰੰਗ ਦਾ ਪੇਂਟ ਕਰਨਾ, ਕਿਹੜੀ ਲੱਕੜ ਲਾਉਣੀ ਹੈ, ਘਰ ਕੀ ਪ੍ਰੋਬਲਮ ਹੈ, ਸਿਉਂਕ ਹੈਗੀ ਹੈ ਤੇ ਹੁਣ ਤੁਸੀਂ ਕਪੂਰ ਦੀ ਸਾਲ ਵਰਤਣੀ ਆ ਜਿਹਨੂੰ ਸਿਉਂਕ ਨਹੀਂ ਲੱਗਦੀ। ਤੈਨੂੰ ਸਾਰਾ ਪਤਾ ਹੈ। ਕੱਪੜਾ ਲੈਣ ਜਾਏਗਾ, ਤੈਨੂੰ ਪਤਾ ਹੈ ਕਿਹੜੇ ਬ੍ਰਾਂਡ ਦਾ ਕੱਪੜਾ ਲੈਣਾ, ਕਿਹੜੀ ਅਸਲੀ ਕਿਹੜੀ ਨਕਲੀ ਦੁਕਾਨ ਹੈਗੀ, ਤੈਨੂੰ ਇਹ ਵੀ ਪਤਾ ਹੈ। ਤੈਨੂੰ ਇਹ ਵੀ ਪਤਾ ਹੈ ਕਿ ਕਿਹੜੇ ਪੈਟਰੋਲ ਪੰਪ ਤੇ ਵਧੀਆ ਤੇਲ ਮਿਲਦਾ। ਪਰ ਧਰਮ ਦੇ ਮੈਟਰ 'ਚ ਵੀ ਤੈਨੂੰ ਉਸੇ ਹੀ ਬੁੱਧੀ ਨੂੰ ਵਰਤਣਾ ਪਊਗਾ। ਜੇ ਤੂੰ ਚੰਗਾ ਬਣਨਾ ਚਾਹੁੰਦਾ, ਜੇ ਆਪਣੇ ਆਪ ਨੂੰ ਧੋਖਾ ਦੇਣਾ ਚਾਹੁੰਦਾ, ਫਿਰ ਤੇ ਕੋਈ ਬਾਣੀ ਤੇ ਮਜਬੂਰ ਥੋੜੀ ਕਰਨ ਦੀ ਸਾਨੂੰ ਕਿ ਤੂੰ ਏਦਾਂ ਹੀ ਕਰ। ਬਾਣੀ ਸਾਨੂੰ ਕੇਵਲ ਵਾਰਨਿੰਗ ਦੇ ਰਹੀ ਹੈ। ਇਸ ਮਾਰਗ ਤੇ ਤੇਰਾ ਆਪਣਾ ਦੀਪਕ ਤੇਰੇ ਕੰਮ ਆਉਣਾ। ਔਰ ਇੱਕ ਘਾਲਣਾ ਦਾ ਕੰਮ ਹੈਗਾ, ਕੋਈ ਇਹ ਨਹੀਂ ਕਿ 2-4 ਦਿਨ ਸਾਧਨਾ ਕੀਤੀ ਤੇ ਮੁੜ ਕੇ ਭੁੱਲੀ ਜਾਓ। ਉਹਦੇ ਨਾਲ ਤਾਂ ਬਹੁਤ ਨਹੀਂ, ਉਹਦੇ ਨਾਲ ਬਹੁਤ ਸਲੋ ਹੋ ਜਾਣਾ ਕੰਮ। ਜਿੱਦਾਂ ਕੋਈ ਵੱਡਾ ਕੰਮ ਕਰਨਾ ਹੋਵੇ ਨਾ, ਅਸੀਂ ਇੱਕ ਟਾਰਗੇਟ ਮਿੱਥਦੇ ਹਾਂ। ਔਰ ਤੁਹਾਨੂੰ 2 ਸਾਲ ਦਾ ਟਾਈਮ ਦਿੱਤਾ ਮੈਂ ਵਿਜੇ ਸਾਹਿਬ। 2 ਸਾਲ ਦਾ ਮਤਲਬ ਕਿ ਕਾਫੀ ਠੋਕ ਕੇ ਕੰਮ ਕਰਨਾ ਪੈਣਾ ਹੈ। ਉਹਦਾ ਤੇ ਭਾਵੇਂ ਤਾਂ 100 ਜਨਮ ਲਾ ਦਿਓ। ਇੱਕ ਸਫ਼ਰ ਹੈ 200 ਕਿਲੋਮੀਟਰ। ਹੁਣ ਜੇ ਤੁਸੀਂ ਪੈਦਲ ਚੱਲੋਗੇ, ਘੱਟੋ ਘੱਟ ਜ਼ਿਆਦਾ ਨਹੀਂ ਤੇ ਆਰਾਮ ਨਾਲ 10 ਕਿਲੋਮੀਟਰ ਚੱਲ ਹੀ ਸਕਦੇ ਹੋ ਨਾ ਨਿਜਰ ਸਾਹਿਬ? ਬਿਲਕੁਲ। ਹੁਣ 10 ਨੂੰ ਲਾ ਲਓ, 200 ਨੂੰ 20 ਦਿਨਾਂ 'ਚ ਤੁਸੀਂ ਪਹੁੰਚ ਜਾਣਾ, ਰਾਤ ਨੂੰ ਰੈਸਟ ਕਰੋ। ਹੁਣ ਜੇ ਤੁਸੀਂ ਚੱਲੇ 5 ਫੁੱਟ, 1 ਫੁੱਟ, ਅੱਧਾ ਫੁੱਟ, ਉਹ 200 ਕਿਲੋਮੀਟਰ ਸਫ਼ਰ ਨਹੀਂ ਜੋ ਖਤਮ ਹੋਣਾ। ਕਿਉਂਕਿ ਉਹਦੀ ਰਿਕੁਆਇਰਮੈਂਟ ਲੌਜੀਕਲੀ ਉਹਦੇ ਚ ਕੁਝ ਕਿਉਂਕਿ ਚੀਜ਼ ਹੈਗੀ ਨਹੀਂ ਹੈ। ਸਫ਼ਰ ਹੈਗਾ, ਜਿੰਨੇ ਸਟੈਪ ਲਓਗੇ ਉਹਨਾਂ ਸਫ਼ਰ ਘਟੂ। ਉਹ ਵੀ ਨਹੀਂ
कि एक दिन चल के मुड़ के 8-9 साल उत्ते बैठा रहेगा तो तरक्की हो जाएगी। वो निजे साहब जिथे खलोगे उत्थे रुक जाएगा सफर। बिल्कुल आप जो 200 किलोमीटर मान लो जाना है तो भावें मैं 50-70 किलोमीटर जाके मुड़ के मैं 6 महीने जा ही नहीं, मैंने अगे जाना तो मैं उत्थे ही रह गया कि चल जूंगा आपे, होते ही रहोगे बस। हाँ, इस चीज़ नोटिस करो, ये तुहानू तां दस्सिया जा रहा उदाहरण है, ठीक है। संसार ने खिंचना है, तुहानू रज के खिंचना है। इतना कदों का आप चलने कितना पुराना अपने संस्कार है। पर देखो हुण आप इन्ना पता लग गया, हुण किश्ती है संगत। मैं सोचदा कि साधक एक किश्ती है जिहड़ी झील दे विच जां नदी च बैठी है, ਉਹਨੂੰ गाइडेंस थोड़ी जी लोड़ होंदी है मंजिल ते पहुंच जाए। हुण नदी वेखो, संगत एक नदी का किनारा है, वो की करदी है, वो पानी नूं इकट्ठा करदी, इकट्ठा करके एक धारा च चलाउंदी और लगातार फिर नदी की मदद करता है किनारा। जे किनारा टुटदा भी है तो नदी वो संगत की करदी, उस किनारे नूं रिपेयर करदी है और फिर नदी चल पई। तो ये जीवन है, साधना इदां दी है ना। तो ये इस चीज नूं हमेशा ही ध्यान च रखना है, संगत दे विच रहना है, कोशिश करो। हुण 3 चीज़ां जिहड़ियां मैं थोड़ियां बड़ियां तुहानूं दस्सियां ने, एक चीज़ तुहानूं मैं होर दसना चाहुंदा। ਇਹ ਜਿਹੜਾ ਸੰਸਾਰ ਆ, ਆਪ ਗ੍ਰੰਥ ਪੜੋਗੇ, ਮੈਂ ਤੁਹਾਨੂੰ ਸੱਜੇ ਗ੍ਰੰਥਾਂ ਦਾ ਵੀ ਨਾਂ ਦੱਸੂਗਾ, ਉਹਨਾਂ ਦਾ ਸਾਰ ਦੋ ਹੀ ਚੀਜ਼ਾਂ ਹੁੰਦੀਆਂ ਨੇ ਕਿ ਪਰਮਾਤਮਾ ਕੀ ਹੈ ਤੇ ਆਪਾਂ ਨੂੰ ਚਾਹੀਦਾ ਕੀ ਹੈ। ਕੁਝ ਲੋਕ ਕਹਿੰਦੇ ਆ ਪਰਮਾਤਮਾ ਅਚੇਤਨ ਹੈ, ਕੁਝ ਲੋਕ ਕਹਿੰਦੇ ਆ ਪਰਮਾਤਮਾ ਚੇਤਨ ਹੈ। ਤੇ ਫਿਰ ਇੱਕ ਸਵਾਲ ਹੋਰ ਹੈ, ਜੇ ਅਸੀਂ ਰੱਬ ਦੀ ਭਗਤੀ ਕਰਾਂਗੇ ਤੇ ਕੀ ਹੋਵੇਗਾ? ਉਹ ਕਹਿੰਦੇ ਸਾਨੂੰ ਮੁਕਤੀ ਪ੍ਰਾਪਤ ਹੋ ਜਾਏ। ਇਹੀ ਆ, ਹੋਰ ਕੁਝ ਨਹੀਂ ਹੈਗਾ। ਤੇ ਫਿਰ ਹਰ ਇੱਕ ਤੇ ਧਰਮ ਦੇ ਆਪੋ ਆਪਣੇ ਉਹਨਾਂ ਨੇ ਕ੍ਰਾਈਟੇਰੀਆ ਨੇ, ਉਹਨਾਂ ਨੇ ਇੱਕ ਲੈਂਡ ਮੈਪ ਬਣਾਇਆ ਕਿ ਜਦੋਂ ਤੁਹਾਨੂੰ ਮੋਕਸ਼ ਪ੍ਰਾਪਤ ਹੋਊਗੀ ਤੁਹਾਨੂੰ ਆਹ ਚੀਜ਼ ਮਿਲੂਗੀ। ਉਹ ਵੀ ਅੱਜ ਆਪਾਂ ਡਿਸਕਸ ਕਰਾਂਗੇ ਕਿਹੜੇ ਧਰਮ ਕੀ ਕਹਿਣਾ ਚਾਹੁੰਦਾ। ਤੋ ਥੋੜਾ ਜਿਹਾ ਸਾਨੂੰ ਪਤਾ ਲੱਗੇ ਕਿ ਦੂਜੇ ਧਰਮ ਵਾਲੇ ਵੀ ਕੀ ਸੋਚਦੇ ਨੇ, ਉਹਨਾਂ ਦੇ ਗ੍ਰੰਥ ਕਿੱਦਾਂ ਦੀ ਵਿਚਾਰਧਾਰਾ ਰੱਖਦੇ। ਇਹ ਅੱਜ ਜਿਹੜੀ ਬਾਣੀ ਚੱਲਣੀ ਉਹ 'ਚ ਉਹਨਾਂ ਦੇ ਨਾਂ ਆਉਣੇ ਆ, ਖਾਸ ਕਰਕੇ ਇਸ ਕਰਕੇ ਉੱਥੇ ਬੋਲਣਾ ਪੈਣਾ ਆਪਾਂ ਨੂੰ, ਕਿਉਂਕਿ ਉਹ ਗੁਰੂ ਜੀ ਨੇ ਵਰਤੇ ਨੇ ਉਹਨਾਂ ਦੇ ਸਾਰਿਆਂ ਦੇ। ਕਿਉਂਕਿ ਬਾਣੀ ਤੇ ਨੈਚੁਰਲੀ ਹੈ ਨਾ, ਇਹ ਥੋੜੀ ਹੁਣ ਇੱਕ ਬੰਦਾ ਸਾਇੰਟਿਸਟ ਬੈਠਾ ਇਕੱਲਾ, ਉੱਥੇ ਸਾਰੀ ਦੁਨੀਆ ਦੇ ਸਾਇੰਟਿਸਟਾਂ ਦੀ ਗੱਲ ਹੋਣੀ ਹੈ ਰਜਾ ਸਾਹਿਬ ਕਿ ਨਹੀਂ? ਬਿਲਕੁਲ। ਇਹ ਥੋੜੀ ਕਿ ਮੈਂ ਇੱਥੇ ਇਕੱਲਾ ਫਾਰਮੂਲਾ ਕੱਢ ਕੇ ਬੈਠਾ। ਉਹ ਜਦੋਂ ਕਿਨੇ ਨੋਬਲ ਪ੍ਰਾਈਜ਼ ਲੈਣ ਜਾਣਾ ਹੈ ਨਾ, ਤਾਂ ਦੁਨੀਆ ਦੇ ਜਿੰਨੇ ਵੀ ਸਾਇੰਟਿਸਟ ਹੈਗੇ ਨਾ, ਉਹਨਾਂ ਸਾਰਿਆਂ ਦੇ ਨਾਂ ਆਉਣੇ ਉੱਥੇ, ਕਿਉਂਕਿ ਉਹਨੇ ਇੰਨੀ ਖੋਜ ਕੀਤੀ, ਉਸ ਤੋਂ ਬਾਅਦ ਅੱਗੇ ਕਿੰਨੀ ਖੋਜ ਹੋਈ। तो ये चीज़ां हैगियां ने। ते सो अज दी विचार आपां शुरू कर। हाँ जी नजर साहब। श्लोक खट शास्त्र ऊंचो कहें अंत ना पारावार। कहते 6 शास्त्र जिहड़े हैगे आ, खट मतलब 6, ਉੱਚਾ ਕਹਿ ਰਹੇ ਆ, ਉੱਚੀ ਤਰ੍ਹਾਂ ਕਹਿ ਰਹੇ ਆ ਬਈ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦਾ ਅੰਤ ਔਰ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਮਾਲਕ ਪਰਮਾਤਮਾ ਦਾ ਭਗਤ ਸੋਹੇ ਗੁਣ ਗਾਵਤੇ ਨਾਨਕ ਪ੍ਰਭ ਕੈ ਦਵਾਰ। ਹਾਂ, ਜਿਹੜੇ ਮਾਲਕ ਪਰਮਾਤਮਾ ਦੀ ਭਗਤੀ ਕਰਦੇ ਆ, ਗੁਣ ਗਾਉਣੇ ਮਤਲਬ ਭਗਤੀ ਕਰਨੀ, ਧਿਆਨ ਸਿਮਰਨ ਕਰਨਾ, ਉਹ ਮਾਲਕ ਪਰਮਾਤਮਾ ਦੇ ਦਰ ਤੇ ਪਹੁੰਚ ਜਾਂਦੇ ਆ, ਸੋਭਾ ਪਾਉਂਦੇ ਆ। ਹਾਂਜੀ ਵੀਰ ਜੀ। ਠੀਕ ਹੈ ਜੀ। ਕਹਿੰਦੇ ਕਿ ਸਾਰੇ ਜਿਹੜੇ ਸ਼ਾਸਤਰ ਹੈਗੇ ਆ, ਉਹ ਕਹਿੰਦੇ ਕਿ ਪਰਮਾਤਮਾ ਦਾ ਕੋਈ ਕਿਨਾਰਾ ਨਹੀਂ ਹੈਗਾ, ਕਾਫੀ ਵੱਡੀ ਸ਼ਕਤੀ, ਕਿਉਂਕਿ ਉਹ ਨਾ ਤੇ ਸ਼ੁਰੂ ਹੁੰਦਾ ਨਾ ਖਤਮ ਹੁੰਦਾ। ਫਿਰ ਅਗਲੇ ਬੰਦੇ ਗੁਰੂ ਜੀ ਆਪਣੇ ਵੱਲੋਂ ਤੁਕ ਲਾਉਂਦੇ ਨੇ, ਉਹ ਕਹਿੰਦੇ ਭਗਤ ਸੋਹੇ ਗੁਣ ਗਾਵਤੇ ਨਾਨਕ ਪ੍ਰਭ ਕੇ ਦਵਾਰ। ਭਗਤ ਦਾ ਮਤਲਬ ਇਹ ਕਿ ਉਹੀ ਪਰਮਾਤਮਾ ਨੂੰ ਚੰਗੇ ਲੱਗਦੇ ਨੇ ਜਿਹੜੇ ਉਹਦੇ ਗੁਣ ਗਾਉਂਦੇ ਨੇ। ਗੁਣ ਗਾਉਣ ਦਾ ਮਤਲਬ ਇਹ ਨਹੀਂ ਕਿ ਅਸੀਂ ਉਹਦੀ ਤਾਰੀਫ ਕਰਨੀ, ਗੁਣ ਗਾਉਣ ਦਾ ਮਤਲਬ ਧਿਆਨ ਸਿਮਰਨ ਭਗਤੀ। ਤੇ ਉਹ ਵੀ ਭਗਤੀ ਕਿਹਦੇ ਦੁਆਰ ਤੇ ਕਰਨੀ? ਪਰਮਾਤਮਾ ਦੇ ਦੁਆਰ ਤੇ। ਉਹ ਮੇਰੇ ਜਾਂ ਨਿੱਜੇ ਸਾਹਿਬ ਦੇ ਦੁਆਰ ਤੇ ਨਹੀਂ ਕਰਨੀ, ਠੀਕ ਹੈ ਨਿੱਜੇ ਸਾਹਿਬ? ਬਿਲਕੁਲ। ਕਿਉਂਕਿ ਤੁਹਾਨੂੰ ਪਤਾ ਤਾਂ ਲੱਗੇ ਨਾ ਕਿ ਭਗਤੀ ਕਿਹਦੀ ਕਰਦੀ। ਹੁਣ ਤੁਸੀਂ ਮਨ ਚ ਕੋਈ ਫੋਟੋ ਬਣਾ ਕੇ ਬੈਠੇ ਜੋ ਕਿ ਬਾਬੇ ਦੀ, ਚਾਹੇ ਆਪਣੇ ਗੁਰੂਆਂ ਦੀ, ਜਾਂ ਕੋਈ ਦੇਵੀ ਦੇਵਤੇ ਦੀ, ਜਾਂ ਕੋਈ ਸੂਰਜ ਸਾਰਜ ਦੀ, ਚੰਦਰਮਾ ਦੀ, ਉਹ ਦੇਖੋ, ਇਹ ਇੱਕ ਅਲੱਗ ਚੀਜ਼ ਆ।
ਹੁਣ ਦੇਵਤਿਆਂ ਦੀ ਕਰਦੇ ਨੇ ਲੋਕ ਪੂਜਾ, ਉਹ ਦੇਵੀ ਦੇਵਤਿਆਂ ਦੀ ਇਸ ਕਰਕੇ ਕਿਉਂ ਕਰਦੇ ਨੇ, ਲੋਕਾਂ ਨੂੰ ਪੈਸਾ ਚਾਹੀਦਾ ਹੈ। ਪਰ ਜਦੋਂ ਮੁਕਤੀ ਦੀ ਗੱਲ ਆ ਜਾਂਦੀ ਹੈ ਫਿਰ ਭਗਤੀ ਹੋਰ ਹੋ ਜਾਣੀ ਹੈ। ਠੀਕ ਹੈ ਨੇ ਜੀ ਸਾਹਿਬ? ਬਿਲਕੁਲ ਠੀਕ ਹੈ ਜੀ। ਹਾਂਜੀ ਅੱਗੇ ਚੱਲੋ। ਅੱਗੇ ਪੌੜੀ ਆ ਗਈ। ਖਸ਼ਟਮ ਖਟ ਸ਼ਾਸਤਰ ਕਹੈ ਸਿਮਰਤ ਕਥੈ ਅਨੇਕ। ਖਸ਼ਟਮ ਕਹਿੰਦੇ 6 ਸ਼ਾਸਤਰ ਕਹਿੰਦੇ ਆ। ਖਸ਼ਟਮੀ ਮਤਲਬ 6ਵੀਂ ਤਰੀਕ ਜਿਹੜੀ ਹੈਗੀ ਉਸ ਤੋਂ ਗਿਆਨ ਦੇ ਰਹੇ ਆਪਾਂ ਨੂੰ ਕਿ ਖਟ ਸ਼ਾਸਤਰ 6 ਸ਼ਾਸਤਰ ਜਿਹੜੇ ਹੈਗੇ ਉਹ ਕਹਿੰਦੇ ਆ। ਸਿਮਰਤੀਆਂ ਵੀ ਅਨੇਕਾਂ ਹੀ ਸਿਮਰਤੀਆਂ ਵੀ ਇਹੀ ਕਥਨ ਕਰਦੀਆਂ ਆ ਕਿ ਊਤਮ ਊਚੋ ਪਾਰ ਬ੍ਰਹਮ ਗੁਣ ਅੰਤ ਨਾ ਜਾਣੇ ਸੇਕ। ਕਹਿੰਦੇ ਉਹ ਪਰਮਾਤਮਾ ਸਭ ਤੋਂ ਉੱਤਮ ਹੈਗਾ, ਸਭ ਤੋਂ ਉੱਚਾ ਹੈਗਾ, ਉਹਦੇ ਗੁਣ ਇੰਨੇ ਹੈਗੇ ਕਿ ਉਹਨਾਂ ਦਾ ਅੰਤ ਸ਼ੇਸ਼ਨਾਗ ਵਰਗਾ ਵੀ ਜਿਹੜੇ ਹੈਗੇ ਉਹਨਾਂ ਦਾ ਅੰਤ ਨਹੀਂ ਪਾ ਸਕਦੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। और कहते खट शास्त्र कह सिमरती कथे अनेक उत्तम ऊंचा पार ब्रह्म गुण अंत न जाए जाने शेख नाग वर्गे भी गुण नहीं जानते, अंत नहीं जानते मालिक परमात्मा गुणा ਦਾ ਅੰਤ ਤੱਕ। ਹਾਂ ਮੈਂ ਦੇਖੋ ਇੱਕ ਚੀਜ਼ ਮੈਂ ਨਾ ਅੱਜ ਤੁਹਾਨੂੰ ਸਾਰੇ ਗ੍ਰੰਥਾਂ ਦੇ ਬਾਰੇ ਵੀ ਦੱਸਾਂਗਾ, ਥੋੜਾ ਮੈਂ ਆਪਣਾ ਨਿੱਜੀ ਅਨੁਭਵ ਵੀ ਸਾਂਝਾ ਕਰਾਂਗਾ। ਸੰਗਤ ਇਹ ਆਮ ਹੀ ਸੁਣਿਆ ਹੋਣਾ ਕਿ ਪਰਮਾਤਮਾ ਜਿਹੜਾ ਚੇਤਨ ਹੈ, ਪਰਮਾਤਮਾ ਕੀ ਹੈ? ਚੇਤਨ ਹੈ। ਇਹ ਦੋ ਆਪਾਂ ਇਹਨਾਂ ਦੇ ਨਾ ਦੋ ਗ੍ਰੰਥ ਲੈਣੇ ਆਪਾਂ। ਇੱਕ ਨਿਆਏ ਵਿਸ਼ੇਸ਼ਿਕ ਵਾਲੇ ਕਹਿੰਦੇ ਨੇ ਕਿ ਪਰਮਾਤਮਾ ਜਿਹੜਾ ਅਚੇਤਨ ਹੈ, ਉਧਰੋਂ ਬਾਅਦ ਇੱਕ ਸ਼ਾਂਖ ਦਰਸ਼ਨ ਵਾਲੇ ਕਪਲ ਮੁਨੀ ਆ, ਉਹ ਕਹਿੰਦੇ ਕਿ ਪਰਮਾਤਮਾ ਜਿਹੜਾ ਉਹ ਚੇਤਨ ਹੈ। ਠੀਕ ਹੈ, ਮੈਂ ਇਹਨਾਂ ਦੋਨਾਂ ਗ੍ਰੰਥਾਂ ਦੀ ਗੱਲ ਕਰਾਂਗਾ, ਤੁਹਾਡੇ ਨਾਲ 2 ਮਿੰਟ ਲਾਉਣਾ। ਜਿਹੜੇ ਇਹਨਾਂ ਨੂੰ ਰਿਕਾਰਡਿੰਗ ਨੂੰ ਬਾਅਦ ਸੁਣ ਲਿਓ, ਤੁਹਾਨੂੰ ਪਤਾ ਲੱਗ ਜੂਗਾ ਮੈਂ ਕੀ ਕਹਿ ਰਿਹਾ। ਜਿਹੜੇ ਨਿਆਏ ਵਿਸ਼ੇਸ਼ਿਕ ਵਾਲੇ ਆ, ਇਹਨਾਂ ਦਾ ਜਿਹੜਾ ਇਹਨਾਂ ਦੇ ਰਿਸ਼ੀ ਆ ਉਹ ਨਾਂ ਹੈਗਾ ਕਨਾਦ, ਰਿਸ਼ੀ ਕਨਾਦ। ਉਹ ਕਹਿੰਦੇ ਨੇ ਕਿ ਆਤਮਾ ਅਵਗੁਣ ਤੱਤਵ ਹੈ, ਮਤਲਬ ਕਿ ਉਹਦੇ ਚ ਗੁਣ ਨਹੀਂ ਹੈਗਾ। ਅਵਗੁਣਤਵ ਰੂਪ ਹੈ, ਅਵਗੁਣਤਵ ਗੁਣ ਮੰਨਦੇ ਨੇ। ਜਿਹਦੇ ਉਹਦੇ ਚ ਉਹ ਅਚੇਤ ਹੈ, ਪਰ ਉਹ ਚ ਚੇਤਨਾ ਹਰ ਟਾਈਮ ਨਹੀਂ ਰਹਿੰਦੀ। ਠੀਕ ਹੈ, ਅਵਗੁਣਤਵ। ਇਹ ਆਤਮਾ ਚੇਤਨ ਉਦੋਂ ਹੁੰਦੀ ਹੈ ਜਦੋਂ ਇਹ ਜੀਵ ਦੇ ਸੰਪਰਕ ਚ ਆਉਂਦੀ ਹੈ। ਜੀਵ ਦਾ ਮਤਲਬ ਜਿੱਦਾਂ ਕੋਈ ਇਹ ਨਹੀਂ ਕੋਈ ਜੀਵ ਏਦਾਂ ਬਣ ਜਾਂਦਾ। ਉਹ ਦੱਸਿਆ ਤੁਹਾਨੂੰ 5 ਤੱਤਾਂ ਤੋਂ ਜੀਵ ਬਣਦਾ ਹੈ। ਇਹ ਜਿਹੜੀ ਧਰਤੀ, ਪਾਣੀ, ਹਵਾ, ਅਗਨ ਤੇ ਆਕਾਸ਼ ਤੇ ਜਦੋਂ ਮਿਲ ਜਾਂਦੇ ਆ, ਜਦੋਂ ਬੰਦਾ ਮਰਦਾ ਸਰੀਰ ਦਾ ਤਿਆਗ ਕਰਦਾ, ਉਦੋਂ ਇਹ 2 ਤੱਤ ਅਲੱਗ ਹੋ ਜਾਂਦੇ, ਪਾਣੀ ਤੇ ਧਰਤੀ। ਬਾਕੀ 3 ਤੱਤ ਜਿਹੜੇ ਸੂਖਮ ਸਰੀਰ ਰਹਿ ਜਾਂਦਾ, ਜਿਹਨੂੰ ਕਾਰਨ ਸਰੀਰ ਕਹਿੰਦੇ ਆ। ਆਪਾਂ ਜੋ ਵੀ ਸ਼ਬਦ ਬੋਲਦੇ ਆ ਆਕਾਸ਼ ਦੇ ਵਿੱਚ ਰਹਿੰਦੇ ਨੇ, ਉਹ ਖਤਮ ਨਹੀਂ ਹੁੰਦੇ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਕਰਮ ਹੁੰਦੇ ਉਹ ਆਕਾਸ਼ ਤੱਤ ਦੇ ਅੰਦਰ ਹੈ, ਇਸ ਕਰਕੇ ਉਹਦੇ ਅੰਦਰ ਨੇ। ਤੇ ਇਹ ਠੀਕ ਹੈ ਜੀ। ਆਤਮਾ ਕਹਿੰਦੇ ਆ ਕਿ ਜਦੋਂ ਜੀਵ ਦੇ ਸੰਪਰਕ ਚ ਆਉਂਦੀ ਹੈ ਉਦੋਂ ਚੇਤਨ ਹੋ ਜਾਂਦੀ ਆ, ਉਦਾਂ ਅਚੇਤਨ ਹੀ ਰਹਿੰਦੀ ਹੈ। ਮੁਕਤੀ ਵਿੱਚ ਆਤਮਾ ਅਚੇਤਨ ਸਰੂਪ ਵਿੱਚ ਚਲੀ ਜਾਂਦੀ। ਜਦੋਂ ਜੀਵ ਦੀ ਮੁਕਤੀ ਹੋ ਜਾਂਦੀ ਆ, ਉਹ ਜਿਹੜੀ ਆਤਮਾ ਹੈ ਉਹ ਅਚੇਤਨ ਸਰੂਪ ਵਿੱਚ ਚਲ ਜਾਂਦੀ। ਉਹ ਕਹਿੰਦੇ ਕਿ ਪਹੁੰਚਣ ਦਾ ਮਾਰਗ ਹੈਗਾ ਗਿਆਨ ਮਾਰਗ। ਗਿਆਨ ਦੇ ਨਾਲ ਅਸੀਂ ਉਸ ਮਾਰਗ ਤੇ ਪਹੁੰਚ ਸਕਦੇ। ਹੁਣ ਉਹ ਕਿ ਆਪਾਂ ਇਹ ਸਵਾਲ ਕਰਦੇ ਹਾਂ ਕਿ ਇਸ ਜਦੋਂ ਅਸੀਂ ਮੰਨ ਲਓ ਇਸ ਜੋ ਕਹਿ ਰਹੇ ਨੇ ਨਿਆਇਕ ਵਿਸ਼ੇਸ਼ਿਕ ਵਾਲੇ, ਜਦੋਂ ਅਸੀਂ ਉਸ ਚੀਜ਼ ਨੂੰ ਪ੍ਰਾਪਤ ਕਰ ਲਾਂਗੇ, ਆਤਮਾ ਅਚੇਤਨ ਤੇ ਚੱਲ ਜਾਂਗੇ, ਫਿਰ ਕੀ ਹੋਵੇਗਾ? ਉਹ ਕਹਿੰਦੇ ਆ ਕਿ ਤੁਸੀਂ ਜੀਵਨ ਰੂਪੀ ਚੱਕਰ ਤੋਂ ਬਾਹਰ ਆ ਜਾਓਗੇ। ਪ੍ਰਾਪਤੀ ਕੁਛ ਨਹੀਂ ਹੋਣੀ। ਉਹ ਆਨੰਦ ਦੀ ਗੱਲ ਨਹੀਂ ਕਰਦੇ। ਉਹ ਕਹਿੰਦੇ ਕਿ ਤੁਸੀਂ ਇਹ ਮਰਨ ਜੰਮਣ ਦੇ ਖੇਡ ਤੋਂ ਬਾਹਰ ਆ ਜਾਓਗੇ, ਬਸ ਇਹੋ ਹੀ ਆ। ਕਹਿੰਦੇ ਆਤਮ ਪ੍ਰਕਿਰਤੀ ਦੇ ਪ੍ਰਭਾਵ ਤੋਂ, ਕਹਿੰਦਾ ਕਿ ਜੀਵ ਆਤਮਾ ਜਿਹੜੀ ਹੁੰਦੀ ਹੈ, ਆਤਮਾ ਪ੍ਰਕਿਰਤੀ ਦੇ ਪ੍ਰਭਾਵ ਤੋਂ ਅੱਗੇ ਲੰਘ ਜਾਂਦੀ ਹੈ। ਮਤਲਬ ਉਸ ਏਰੀਏ 'ਚ ਚੱਲ ਜਾਂਦੀ ਹੈ ਜਿੱਥੇ ਇਹਨੂੰ ਪ੍ਰਕਿਰਤੀ ਖਿੱਚ ਨਹੀਂ ਸਕਦੀ। ਤੇ ਕੀ ਹੁੰਦਾ ਕਿ ਆਤਮਾ ਅਚੇਤਨ ਤੱਤ 'ਚ ਚੱਲ ਜਾਂਦੀ। ਠੀਕ ਹੈ ਜੀ ਸਾਹਿਬ? ਹੈਲੋ, ਬਿਲਕੁਲ ਠੀਕ ਹੈ। ਜਿਸ ਤਰ੍ਹਾਂ ਮੇਰੀ ਗੱਲ ਆ ਰਹੀ? ਹਾਂਜੀ। ਹਾਂ ਠੀਕ ਹੈ। ਹੁਣ ਮੈਂ ਦੂਜੇ ਗ੍ਰੰਥ ਮੈਂ ਬੋਲ ਰਿਹਾ, ਇਹ ਵੀ ਸੁਣ ਲਓ ਕਿਉਂਕਿ ਜ਼ਰੂਰੀ ਆ ਕਿ ਚੱਲਣੀ ਹੈ ਤੇ ਕਥਾ ਵਿੱਚ ਆਉਣੀ। ਇਹ ਕਪਲ ਮੁਨੀ ਨੇ, ਬਹੁਤ ਵੱਡੇ ਮੁਨੀ ਹੋਏ ਨੇ। ਇਹਨਾਂ ਦਾ ਸ਼ਾਂਖ ਦਰਸ਼ਨ ਹੈ। ਇਹ ਕਹਿੰਦੇ ਕਿ ਆਤਮਾ ਚੇਤਨ ਹੈ।
ਉਹ ਕਹਿੰਦੇ ਆਤਮਾ ਚੇਤਨ ਹੈ, ਨਿਸ਼ਕਿਰਿਆ ਹੈ, ਤ੍ਰਿਗੁਣਾ ਤੀਤ ਹੈ। ਉਹ ਤਿੰਨਾਂ ਗੁਣਾ ਚ ਨਹੀਂ ਆਉਂਦੀ, ਰਜੋ ਤਮੋ ਤੇ ਸਤੋ ਵਿੱਚ ਨਹੀਂ ਆਉਂਦੀ। ਪੁਰਸ਼ ਅਤੇ ਪ੍ਰਕਿਰਤੀ ਦੀ ਹੋਂਦ ਨੂੰ ਵੱਖ ਰੂਪ ਵਿੱਚ ਸਵੀਕਾਰ ਕਰਦੇ ਹਨ। ਇਹ ਦੋਨੋਂ ਕੀ ਕਹਿੰਦੇ ਨੇ ਕਿ ਪ੍ਰਕਿਰਤੀ ਅਲੱਗ ਹੈ ਤੇ ਪੁਰਸ਼ ਜਿਹੜਾ ਅਲੱਗ ਹੈ। ਕਹਿਣ ਤੋਂ ਭਾਵ ਇਹ ਜਿਹੜਾ ਪ੍ਰਕਿਰਤੀ ਹੈ, ਜੋ ਵੀ ਦਿਖਦਾ ਪਿਆ ਸੂਰਜ ਚੰਦ ਤਾਰੇ, ਇਹਨੂੰ ਚੇਤਨਾ ਰੂਪੀ ਸਤਾ ਕੰਟਰੋਲ ਕਰਦੀ ਹੈ, ਪਰ ਇਹਨੂੰ ਚੇਤਨਾ ਨੂੰ ਕੰਟਰੋਲ ਕਰਨ ਵਾਲਾ ਵੀ ਕੋਈ ਹੋਰ ਹੈਗਾ ਪਿੱਛੇ। ਇਹ ਚੇਤਨਾ ਕੰਟਰੋਲ ਕਰ ਰਹੀ ਹੈ। ਮਤਲਬ ਸੂਰਜ ਨੂੰ ਆ, ਚੰਦਰਮਾ ਨੂੰ, ਧਰਤੀ ਨੂੰ ਕਿੰਨੇ ਇਸ ਚੀਜ਼ ਨੇ ਖਿਲਾਰਿਆ, ਤਾਂ ਹੀ ਉਹ ਤੇ ਰੁਕੀ ਹੈ ਨਾ। ਹੁਣ ਜਿੱਥੋਂ ਦੇਖੋ ਰੁੱਖ ਨਾਲ ਸੇਬ ਲੱਗਾ, ਹੁਣ ਸੇਬ ਉਹਨਾਂ ਚਿਰ ਤੱਕ ਲੱਗਾ ਵਾ ਜਦ ਤੱਕ ਉਹ ਜਿਹਦਾ ਉਹਦਾ ਜੋੜ ਹੈ ਚੰਗਾ ਮਜ਼ਬੂਤ ਹੈ। ਜਦੋਂ ਉਹ ਮਜ਼ਬੂਤ ਜਿਹੜਾ ਜੋੜ ਥੋੜਾ ਥੋੜਾ ਘਟਦਾ ਜਾਂਦਾ ਜਿੱਦਾਂ ਮਤਲਬ ਸੇਬ ਪੱਕਦਾ ਜਾਂਦਾ, ਹੌਲੀ ਹੌਲੀ ਧਰਤੀ ਦੀ ਜਿਹੜੀ ਚਿੰਬਕ ਆ ਉਸ ਨੂੰ ਕੀ ਕਰਦੀ ਆ, ਖਿੱਚ ਲੈਂਦੀ ਆ ਆਪਣੇ ਆਪ। ਪਰ ਇਹ ਨਹੀਂ ਕਿ ਉਹਨੂੰ ਕੱਚੇ ਨੂੰ ਤੋੜ ਦੂਗੀ, ਪਰ ਉਹਨਾਂ ਦੀ ਉੱਤੇ ਫੋਰਸ ਪੈਂਦੀ ਆ ਜਿੰਨੀ ਉਹ ਲੋੜ ਆ। ਜਦੋਂ ਆਪਾਂ ਚੱਲਦੇ ਹਾਂ ਧਰਤੀ ਵੀ ਚਿੰਬਕ ਹੈ ਨਾ, ਆਪਾਂ ਨੂੰ ਖਿੱਚਦੀ ਆ, ਪਰ ਇੰਨੀ ਲਾਈਟ ਜੀ ਚਿੰਬਕ ਆ ਸਾਨੂੰ ਡਿਸਟਰਬ ਨਹੀਂ ਕਰਦੀ। ਇਹ ਜਿਹੜੀ ਆ ਇੱਕ ਸ਼ਕਤੀ ਆ, ਕੋਈ ਏਦਾਂ ਦੀ ਚੇਤਨਾ ਰੂ, ਇਹ ਮੰਨਦੇ ਕਿ ਇੱਕ ਚੇਤਨਾ ਵਾ ਜਿਹੜੀ ਆ ਸਾਰੀ ਸੰਸਾਰ ਨੂੰ ਕੰਟਰੋਲ ਕਰਦੀ। ਜਿੱਦਾਂ ਸਾਡਾ ਸਰੀਰ ਆ ਜਾਂ ਮੇਰਾ ਸਰੀਰ ਆ, ਆਪਾਂ ਹੱਥ ਪੈਰ ਅੱਗੇ ਪਿੱਛੇ ਕਰਦੇ ਹਾਂ ਤਾਂ ਹੀ ਚੱਲਦਾ ਨਾ, ਤੇ ਨਹੀਂ ਚੁੱਕਦੇ ਤੇ ਨਹੀਂ ਹੁੰਦਾ। ਮਤਲਬ ਕਿ ਪੱਥਰ ਪਿਆ ਵਾ, ਪੱਥਰ ਨੂੰ ਤੇ 100 ਸਾਲ ਤੱਕ ਉੱਥੇ ਰਹਿਣਾ, ਉਹਨੇ ਥੋੜੀ ਹਿੱਲਣਾ, ਉਹਨੂੰ ਕੋਈ ਹਿਲਾਊਗਾ ਤੇ ਤਾਂ ਹੀ ਹਿੱਲੂਗਾ। ਇਹਦਾ ਮਤਲਬ ਕਿ ਧਰਤੀ ਘੁੰਮ ਰਹੀ ਆ ਤੇ ਇਹਨੂੰ ਕੋਈ ਚੇਤਨ ਸ਼ਕਤੀ ਹਿਲਾ ਰਹੀ ਆ, ਘੁਮਾ ਰਹੀ ਆ। ਉਹਨਾਂ ਦਾ ਕਹਿਣ ਦਾ ਮਤਲਬ ਇਹ ਆ, ਸੂਰਜ ਨੂੰ ਜੇ ਪਾਣੀ ਪੁੱਛ ਕਰ ਰਿਹਾ ਹੈ, ਸਮੁੰਦਰ ਦੇ ਪਾਣੀ ਨੂੰ ਜੇ ਸੂਰਜ ਪੁੱਛ ਕਰਦਾ ਜਾਂ ਚੰਦਰਮਾ ਪੁੱਛ ਕਰ ਰਿਹਾ, ਤੇ ਇਹਦਾ ਮਤਲਬ ਉੱਥੇ ਕੁਝ ਨਾ ਕੁਝ ਸ਼ਕਤੀ ਅਪਲਾਈ ਹੋ ਰਹੀ ਹੈ। ਇਹ ਧਰਤੀ ਜਿਹੜੀ ਆ 24 ਘੰਟੇ 'ਚ ਆਪਣਾ ਚੱਕਰ ਲਾ ਲੈਂਦੀ ਹੈ। ਉਹ ਕਹਿੰਦੇ ਕਿ ਕੋਈ ਚੇਤਨਾ ਸ਼ਕਤੀ ਆ ਜਿਹੜੀ ਇਹਨੂੰ ਕੰਟਰੋਲ ਕਰ ਰਹੀ ਆ। ਮਤਲਬ ਉਹ ਸ਼ਕਤੀ ਏਦਾਂ ਦੀ ਆ, ਹੁਣ ਜਿੱਦਾਂ ਆਪਣੇ ਘਰ 'ਚ ਪੱਖਾ ਵਾ ਜਾਂ ਆਪਣੀ ਕਾਰ ਆ ਜਾਂ ਟ੍ਰੇਨ ਆ, ਜਹਾਜ਼ ਆ, ਇਹ ਸਾਰੀਆਂ ਸ਼ਕਤੀਆਂ ਜਿਹੜੀਆਂ ਕੰਟਰੋਲ 'ਚ ਨੇ, ਇਹਨੂੰ ਆਪਾਂ ਰੈਗੂਲੇਟ ਕਰ ਸਕਦੇ ਹਾਂ, ਵੱਧ ਘੱਟ ਕਰ ਸਕਦੇ ਹਾਂ। ਇਹ ਤੇ ਨਹੀਂ ਨਾ ਕਿ ਧਰਤੀ ਨੇ ਜਿਸ ਲੋੜ ਤੋਂ ਜ਼ਿਆਦਾ ਘੁੰਮੇ। ਰਾਈਟ, ਬਿਲਕੁਲ ਠੀਕ ਹੈ ਜੀ। ਉਹਦਾ ਕੋਈ ਨਾ ਕੋਈ ਤੇ ਉਹਦੀ ਇੱਕ ਸਪੀਡ ਲਿਮਿਟ ਤੇ ਹੈਗੀ ਹੈ ਨਾ, ਜਿਹੜੀ ਨਾ ਬਿਲਕੁਲ ਹੀ ਹਾਰਮੋਨੀ ਲਿਆਉਂਦੀ ਆ, ਜਿਹਦੇ ਨਾਲ ਕੋਈ ਨੁਕਸਾਨ ਨਹੀਂ। ਹੁਣ ਜਿੱਦਾਂ ਆਪਣੀ ਕਾਰ ਆ, ਹੁਣ ਕਾਰ ਤੇ ਸਵਾਰੀਆਂ ਸਹੀ ਬਹਿਣ ਤੇ ਉਹਨੂੰ ਕੋਈ ਪ੍ਰੋਬਲਮ ਨਹੀਂ ਆ, ਪਰ ਜੇ ਆਪਾਂ ਲੋਡ ਤੋਂ ਜ਼ਿਆਦਾ ਸਵਾਰੀਆਂ ਲੱਦਾਂਗੇ ਤੇ ਕਾਰ ਤੇ ਲੋਡ ਤੇ ਆਉਣਾ ਹੀ ਆ ਨਾ। ਬਿਲਕੁਲ। ਇਹਦਾ ਮਤਲਬ ਕਿ ਜਿਹੜਾ ਸੂਰਜ ਦੀ ਸੈਟਿੰਗ ਕੀਤੀ ਹੈ ਧਰਤੀ ਦੇ ਹਿਸਾਬ ਨਾਲ, ਇਹ ਕਿਸੇ ਨੇ ਪਲੈਨਿੰਗ ਕੀਤੀ ਹੈ। ਕਿਉਂਕਿ ਐਸਾ ਨਾ ਪਲੈਨਿੰਗ ਕੀਤੀ ਹੈ ਕਿ ਉਨੀ ਕੀ ਹੀਟ ਸਾਨੂੰ ਆਉਂਦੀ ਹੈ ਜਿੰਨੀ ਕਿ ਸਾਨੂੰ ਲੋੜ ਹੈ। ਉਹ ਇਹ ਕਹਿ ਰਹੇ ਨੇ ਕਿ ਪੂਰਾ ਕਿਸੇ ਨੇ ਪੂਰਾ ਵੈਲ ਪਲਾਨ ਕੀਤਾ ਹੋਇਆ। ਮਤਲਬ ਇਹ ਤੁੱਕਾ ਨਹੀਂ ਆ, ਤੀਰ ਤੁੱਕਾ ਨਹੀਂ ਆ। ਸੂਰਜ ਐਰਾ ਵਗੈਰਾ ਜਾਂ ਧਰਤੀ ਦੀ ਰਕਸ਼ਾ ਇੱਕ ਲੇਅਰ ਹੈਗੀ ਆ ਬਾਹਰ। ਕੋਈ ਵੀ ਜਿਹੜੀ ਕੋਈ ਚੀਜ਼ ਸਾਡੇ ਵੱਲ ਨਹੀਂ ਆ ਸਕਦੀ, ਆਊਗੀ ਤੇ ਉਹ ਨਸ਼ਟ ਹੋ ਜਾਏਗੀ। ਧਰਤੀ ਦੀ ਇੱਕ ਲੇਅਰ ਉਹਨੂੰ ਨਸ਼ਟ ਕਰ ਦੇ। ਤੋ ਕਾਫੀ ਚੀਜ਼ਾਂ ਜਿਹੜੀਆਂ ਨੇ ਕਹਿੰਦੇ ਨੇ ਉਹ ਪਲਾਨ ਕੀਤੀਆਂ ਹੋਈਆਂ, ਡਿਜ਼ਾਈਨਿੰਗ ਹੈ, ਪ੍ਰੋਪਰ ਡਿਜ਼ਾਈਨਿੰਗ। ਜਿੱਦਾਂ ਆਪਾਂ ਘਰ ਬਣਾਉਂਦੇ ਆ ਨਾ, ਬਾਥਰੂਮ, ਰਸੋਈ, ਕਿਚਨ, ਡਰੋ ਜਾਂ ਡਰਾਇੰਗ ਰੂਮ, ਬੈਡਰੂਮ, ਜੋ ਵੀ ਆਪਾਂ ਕਰਦੇ ਹਾਂ, ਕਹਿੰਦੇ ਉਹਦੀ ਇੱਕ ਡਿਜ਼ਾਈਨਿੰਗ ਕੀਤੀ ਆਪਾਂ। ਪਰ ਉਸ ਚੀਜ਼ ਨੂੰ ਕਿਹਨੇ ਡਿਜ਼ਾਈਨ ਕੀਤਾ? ਚੇਤਨਾ ਨੇ। ਚੇਤਨਾ ਤੋਂ ਭਾਵ ਅਸੀਂ, ਤੁਸੀਂ। ਹੁਣ ਤੁਸੀਂ ਆਪਣਾ ਘਰ ਬਣਾਓਗੇ, ਮੈਂ ਆਪਣਾ ਬਣਾਊਂਗਾ। ਹੁਣ ਕਈ ਵਾਰੀ ਆਪਾਂ ਕਿਸੇ ਨੂੰ ਕੰਟਰੈਕਟ ਦਿੰਦੇ ਹਾਂ, ਉਹ ਵੀ ਤੇ ਚੇਤਨਾ ਤੋਂ ਹੀ ਕੰਮ ਲੈਂਦੇ ਆ ਨਾ। ਪਰ ਕਿਸੇ ਨੇ ਬਣਾਇਆ ਤੇ ਤਾਂ ਹੀ ਘਰ ਬਣਿਆ ਨਾ, ਉਹ ਇਹ ਕਹਿੰਦੇ ਨੇ। ਹੁਣ ਇੱਥੇ ਕੀ ਲਿਖਦੇ ਆ ਕਿ ਪੁਰਸ਼ ਅਤੇ ਪ੍ਰਕਿਰਤੀ ਦੀ ਹੋਂਦ ਨੂੰ ਵੱਖ-ਵੱਖ ਮੰਨਦੇ ਨੇ, ਤੇ ਪੁਰਸ਼ ਜਿਹੜਾ ਉਹ ਪ੍ਰਕਿਰਤੀ ਨੂੰ ਕੰਟਰੋਲ ਕਰਦਾ ਹੈ। ਏਦਾਂ ਕਹਿੰਦੇ ਨੇ। ਆਤਮਾ ਕਹਿੰਦੇ ਦੁੱਖ ਸੁੱਖ ਤੋਂ ਮੁਕਤ ਹੋ ਜਾਏਗੀ। ਇਹ ਕੀ ਕਹਿੰਦੇ ਆ? ਇੱਕ ਸਾਂਖਿਆ ਦਰਸ਼ਨ ਵਾਲੇ ਕਪਲ ਮੁਨੀ ਕਹਿੰਦੇ ਨੇ ਆਤਮਾ ਚੇਤਨਾ ਹੈ, ਮੰਨਦੇ ਹੈ। ਇਹ ਕਹਿੰਦੇ ਸੁੱਖ ਤੇ ਦੁੱਖ ਤੋਂ ਮੁਕਤ ਹੋ ਜਾਏਗੀ। ਪਰ ਕਹਿੰਦੇ ਕਿ ਇਸ ਅਵਸਥਾ ਨੂੰ ਕਿੱਦਾਂ ਪ੍ਰਾਪਤ ਕਰਨਾ ਹੈ? ਕਹਿੰਦੇ ਗਿਆਨ ਮਾਰਗ ਹੈ। ਪਰ ਦੂਜੀ ਤਰਫ ਇਹ ਕਹਿੰਦੇ ਕਿ ਗਿਆਨ ਮਾਰਗ ਜਿਹੜਾ ਬੜਾ ਕਠਿਨ ਹੈਗਾ, ਕੋਈ ਆਸਾਨ ਨਹੀਂ। ਉਹ ਇਹ ਵੀ ਮੰਨਦੇ ਨੇ ਕਿ ਆਤਮਾ ਜਿਹੜੀ ਤ੍ਰਿਗੁਣਾਤੀਤ ਹੈ, ਤਿੰਨਾਂ ਗੁਣਾ ਚ ਨਹੀਂ ਆਉਂਦੀ। ਕਹਿਣ ਤੋਂ ਭਾਵ ਉਹੀ ਜਿਹੜੀ ਗੱਲ ਕਿ ਜਿਹੜੀ ਵੀ ਕੋਈ ਚੀਜ਼ ਹੈਗੀ ਹੈ ਤਿੰਨਾਂ ਗੁਣਾ ਚ, ਉਹਨੂੰ ਸੁੱਖ ਦੁੱਖ ਦਾ ਅਨੁਭਵ ਹੋਣਾ, ਤੇ ਜਿਹੜੀ ਤਿੰਨਾਂ ਗੁਣਾ ਤੋਂ ਲੱਗ ਗਿਆ ਉਹਨੂੰ ਸੁੱਖ ਦੁੱਖ ਦਾ ਅਨੁਭਵ ਨਹੀਂ ਹੋਣਾ। ਇਹ ਕਹਿੰਦੇ ਕਿ ਆਤਮਾ ਜਿਹੜੀ ਹੈਗੀ ਆ ਉਹਦਾ ਸੁਭਾਅ ਇੱਕ ਹੀ ਗੁਣ ਹੈ, ਚੇਤਨ ਰਹਿਣਾ। ਪਰ ਕੀ ਹੁੰਦਾ ਵਾ ਕਿ ਕਹਿੰਦੇ ਕਿ
ਆਤਮਾ ਚਿੱਤ ਦੇ ਪ੍ਰਭਾਵ ਚ ਆ ਜਾਂਦੀ। ਚਿੱਤ ਦਾ ਮਤਲਬ ਜਿਹੜਾ ਸਾਡਾ ਸਾਰਾ ਕੁਝ ਮਨ, ਬੁੱਧੀ, ਚਿੱਤ ਤੇ ਹਉਮੈ ਜਦੋਂ ਇਕੱਠੇ ਹੋ ਜਾਂਦੀ ਹੈ, ਇਹ ਪੁਰਸ਼ ਕੀ ਕਰਦਾ ਹੈ, ਇਹ ਪ੍ਰਮਾਤਮਾ ਨੂੰ ਹੀ ਕਹਿ ਰਹੇ ਨੇ, ਆਪਣੇ ਆਪ ਨੂੰ ਕਰਤਾ ਸਮਝ ਲੈਂਦਾ ਹੈ। ਇਸ ਕਰਕੇ ਇਹ ਦੁੱਖਾਂ ਤੋਂ ਸੁੱਖਾਂ ਤੋਂ ਪ੍ਰਭਾਵਿਤ ਹੋਣ ਲੱਗ ਜਾਂਦਾ ਹੈ। ਜਿੱਦਾਂ ਕਹਿਣ ਤੋਂ ਭਾਵ ਕਿ ਸ਼ੀਸ਼ੇ ਦੇ ਸਾਹਮਣੇ ਕਹਿੰਦੇ ਕੋਈ ਚੀਜ਼ ਆਉਂਦੀ ਆ, ਪਰ ਸ਼ੀਸ਼ੇ ਨੂੰ ਭੁਲੇਖਾ ਪੈ ਜੇ ਕਿ ਇਹ ਚੀਜ਼ਾਂ ਮੇਰੇ ਵਿੱਚ ਹੋ ਰਹੀਆਂ, ਜਦਕਿ ਸ਼ੀਸ਼ਾ ਇੱਕ ਦਰਪਣ ਹੈ, ਉਹ 'ਚ ਹੁੰਦਾ ਕੁਝ ਨਹੀਂ ਹੈ, ਕੇਵਲ ਉਹਦੇ 'ਚ ਤਸਵੀਰਾਂ ਬਣਦੀਆਂ ਪਈਆਂ ਨੇ, ਤਸਵੀਰਾਂ ਕਿਤੇ ਹੋਰ ਬਣ ਰਹੀਆਂ ਨੇ। ਪਰ ਉਹ ਜਦੋਂ ਸਮਝਦਾ ਹੈ ਕਿ ਮੇਰੇ 'ਚ ਹੋ ਰਿਹਾ, ਤੇ ਫਿਰ ਉਹ ਕੀ ਹੁੰਦਾ, ਦੁਖੀ ਤੇ ਸੁਖੀ ਹੋਣ ਲੱਗ ਪੈਂਦਾ ਉਹਨਾਂ ਚੀਜ਼ਾਂ ਕਰਕੇ, ਜਿਹੜੀਆਂ ਚੀਜ਼ਾਂ ਅਸਲ ਤੇ ਉਹਦੇ ਨਾਲ ਕਨੈਕਸ਼ਨ ਕੋਈ ਨਹੀਂ ਹੈਗਾ। ਤੇ ਇਹ ਕੀ ਕਹਿੰਦੇ ਆ ਕਿ ਇਸ ਅਵਸਥਾ ਨੂੰ ਪ੍ਰਾਪਤ ਕਰਨ ਦਾ ਜਿਹੜਾ ਤਰੀਕਾ ਹੈਗਾ ਉਹ ਗਿਆਨ ਮਾਰਗ ਹੈ। ਤੇ ਮੋਕਸ਼ ਤੋਂ ਬਾਅਦ ਕੀ ਮਿਲੇਗਾ? ਉਹ ਕਹਿੰਦੇ ਆ ਕਿ ਸਾਨੂੰ ਤਿੰਨਾਂ ਗੁਣਾਂ ਤੋਂ ਸਾਨੂੰ ਕੀ ਹੋ ਗਿਆ, ਮੁਕਤੀ ਮਿਲ ਜਾਏਗੀ। ਕਹਿਣ ਤੋਂ ਭਾਵ ਕਿ ਇਨਸਾਨ ਨੂੰ ਦੁੱਖ ਤੋਂ ਮੁਕਤੀ ਮਿਲ ਜਾਏਗੀ, ਤੇ ਆਤਮਾ ਜਿਹੜੀ ਆ ਉਹ ਪ੍ਰਕਿਰਤੀ ਤੋਂ ਅੱਗੇ ਲੰਘ ਜਾਏਗੀ, ਤੇ ਪ੍ਰਕਿਰਤੀ ਦੀ ਕੋਈ ਵੀ ਚੀਜ਼ ਉਹਨੂੰ ਪ੍ਰਭਾਵਿਤ ਨਹੀਂ ਕਰ ਸਕਦੀ। ਇਹ ਕਹਿ ਰਹੇ ਨੇ ਸੰਖ ਦਰਸ਼ਨ ਵਾਲੇ, ਇਹਨਾਂ ਦੇ ਹੈਗੇ ਨੇ ਕਪਿਲ ਮੁਨੀ, ਜਿਹੜੇ ਇਹਨਾਂ ਨੇ ਲਿਖਿਆ ਸੰਖ ਦਰਸ਼ਨ। ਠੀਕ ਹੈ ਨਿਜੋ ਸਾਹਿਬ? ਹਾਂਜੀ ਹਾਂ, ਹੁਣ ਤੁਸੀਂ ਆ ਜਾਓ, ਹੁਣ ਬਾਣੀ ਚ ਆ ਜਾਓ। ਇਹ ਤਾਂ ਕਾਫੀ ਜਿਹੜਾ ਕਨਫਿਊਜ਼ਨ ਜਿਹਾ ਆ ਰਿਹਾ ਆ। ਹਾਂ, ਨਹੀਂ ਰਿਕਾਰਡਿੰਗ ਸੁਣੋਗੇ ਨਾ ਤੁਹਾਨੂੰ ਪਤਾ ਲੱਗ ਜੂਗਾ। ਇਹ ਕੋਈ ਕਨਫਿਊਜ਼ਨ ਕੁਛ ਨਹੀਂ ਹੈਗੀ। ਇਹ ਗ੍ਰੰਥ ਜਿਹੜੇ ਨਾ, ਦੇਖੋ ਇੱਕ ਸਮਾਂ ਹੋਣਾ ਵਾ, ਇਹ ਗ੍ਰੰਥਾਂ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਨੇ। ਨਹੀਂ, ਮੈਂ ਇਹ ਕਹਿ ਰਿਹਾ ਸੀ ਗੋਰਖੀ ਸਾਹਿਬ ਕਿ ਜਿਹੜਾ ਹੈਗਾ, ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ ਕਿ ਜਿਹੜਾ ਹੈਗਾ ਜਿਹੜੀ ਕੋਈ ਚੀਜ਼ ਜੜ ਹੈਗੀ ਆ, ਉਹ ਜਿਹੜੀ ਹੈਗੀ ਆ ਉਹ ਸਾਰੀ ਦੁਨੀਆ ਨੂੰ ਕੰਟਰੋਲ ਕਰ ਲੇ। ਚੇਤਨ ਹੀ ਕੰਟਰੋਲ ਕਰ ਸਕਦਾ। ਪਹਿਲੀ ਗੱਲ ਤਾਂ ਇਹ। ਹਾਂ, ਪਰ ਨਿੱਜਰ ਸਾਹਿਬ, ਜਿੱਥੇ ਹੁਣ ਮੈਂ ਇੱਕ ਚੀਜ਼ ਪੁਆਇੰਟ ਤੇ ਪਹੁੰਚਿਆ, ਹੁਣ ਦੇਖੋ ਤੁਸੀਂ ਗੱਲ ਨੂੰ ਫੜਿਆ, ਇੱਥੇ ਸਾਧ ਸੰਗਤ ਦੀ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ। ਇੱਥੇ ਇਹ ਪਤਾ ਲੱਗਾ ਵਾ ਕਿ ਦੋ ਤੱਤ ਹੈਗੇ ਨੇ, ਇੱਕ ਹੈਗਾ ਜੜ, ਇੱਕ ਹੈਗਾ ਚੇਤਨ, ਤੇ ਇੱਕ ਹੈਗਾ ਅਚੇਤਨ। ਇਹੜਾ ਜੜ ਹੈ, ਜੜ ਸਾਰਾ ਜੜ ਹੀ ਆ, ਇਹ ਧਰਤੀਆਂ ਧੁਰਤੀਆਂ ਇਹ ਸਭ ਜਿਹੜੀਆਂ ਅਸੀਂ ਵੀ ਜਿਹੜਾ ਚੱਲਦੇ ਪਏ ਨਾ ਨਿੱਜਰ ਸਾਹਿਬ, ਅਸੀਂ ਵੀ ਜੜ ਚ ਹੈਗੇ ਆ। ਅਸੀਂ ਪ੍ਰਕਿਰਤੀ ਚੋਂ ਆਏ ਆ, ਅਸੀਂ ਡਾਇਰੈਕਟ ਪ੍ਰਮਾਤਮਾ ਚ ਥੋੜੀ ਆਏ ਆ। ਅਸੀਂ ਪੰਜਾਂ ਤੱਤਾਂ ਚੋਂ ਬਣੇ, ਜਿਹੜੇ ਮੇਨ ਸੋਰਸ ਹੈਗੇ ਪੰਜ ਤੱਤ। ਇਹਦਾ ਮਤਲਬ ਕਿ ਸਾਡੇ ਤੋਂ ਅੱਗੇ ਵੀ ਕੋਈ ਚੀਜ਼ ਹੈਗੀ ਹੈ। ਕਰੈਕਟ ਨਿੱਜਰ ਸਾਹਿਬ? ਹਾਂਜੀ ਹਾਂਜੀ। ਆਪਾਂ ਕਣਕ ਉਗਾਈ, ਕਣਕ ਕਿੱਥੇ ਝੁੱਗੀ? ਮਿੱਟੀ ਝੁੱਗੀ ਨਹੀਂ, ਪਰ ਆਤਮਾ ਤਾਂ ਵਿੱਚ ਆਈ ਨਾ। ਆਤਮਾ ਤਾਂ ਜਿਹੜੀ ਹੈਗੀ ਜੜ ਨਹੀਂ ਹੈ। ਆਤਮਾ ਨਿੱਜਰ ਸਾਹਿਬ ਨਹੀਂ, ਆਤਮਾ ਤੇ ਨਿੱਜਰ ਸਾਹਿਬ ਹੋਰ ਹੋ ਗਈ। ਜਿਹਦਾ ਮੋਟਰ ਚੱਲਣ ਦੀ ਆ, ਪਰ ਬੱਤੀ ਨਾ ਚੱਲਣ ਦੀ ਨਾ ਉਹ। ਪਰ ਜਦੋਂ ਮੋਟਰ ਖਰਾਬ ਹੋ ਜਾਂਦੀ, ਫਿਰ ਬੱਤੀ ਉਹਦੇ ਵਿੱਚ, ਤੇ ਉਹ ਬੱਤੀ ਦਾ ਸੰਪਰਕ ਤੇ ਮੋਟਰ ਦਾ, ਬੱਤੀ ਦੀ ਮੌਜੂਦਗੀ ਨਾਲ ਹੀ ਮੋਟਰ ਘੁੰਮਣੀ ਹੈ। ਬਲਬ ਤੇ ਬੱਤੀ ਨਾ ਚੱਲਣਾ ਨਾ। ਬਿਲਕੁਲ। ਪਰ ਬੱਤੀ ਬਲਬ ਜਿੱਥੇ ਨਹੀਂ ਨਾ ਹੈਗੀ। ਆਪ ਸਮਝਦੇ ਨਾ, ਜੜ ਜਿਹੜਾ ਬਲਬ ਹੈ ਜੜ, ਪਰ ਜਾਗਦਾ ਤੇ ਬੱਤੀ ਨਾ ਪਿਆ ਨਾ। ਬਿਲਕੁਲ। ਹੁਣ ਇੱਕ ਚੀਜ਼ ਆਪ ਸਮਝੋ, ਦੇਖੋ ਇਹ ਬਿਲਕੁਲ ਦੋਨੋਂ ਹੀ ਗ੍ਰੰਥ ਹੈਗੇ ਨੇ, ਦੋਨੋਂ ਆਪਣੀ ਜਗ੍ਹਾ ਸਹੀ ਨੇ। ਮੈਂ ਨਹੀਂ ਕਹਿੰਦਾ ਗਲਤ ਹੈ ਕੋਈ। ਜੇਕਰ ਦੇਖਿਆ ਜਾਵੇ, ਹੁਣ ਮੈਂ ਨਾ 3-4 ਦਿਨ ਪਹਿਲਾਂ ਸਮਾਧੀ ਚ ਗਿਆ ਹਾਂ, ਤੇ ਮੈਂ ਇੱਕ ਚੀਜ਼ ਨੂੰ ਨੋਟਿਸ ਕੀਤਾ। ਜਦੋਂ ਤੁਸੀਂ ਗਹਿਰੀ ਸਮਾਧੀ ਜਾਂਦੇ ਨੇ ਨਿੱਜਰ ਸਾਹਿਬ, ਪਹਿਲਾਂ ਤਾਂ ਤੁਸੀਂ ਵਿਚਾਰਾਂ ਤੋਂ ਮੁਕਤ ਹੋ ਗਏ। ਜਦੋਂ ਚਿੱਤ ਤੁਹਾਡਾ ਸ਼ਾਂਤ ਹੋ ਗਿਆ, ਤੁਸੀਂ ਆਪਣੇ ਆਪ ਤੇ ਸਥਿਰ ਹੋ ਗਏ। ਉਸ ਟਾਈਮ ਤੇ ਤੁਸੀਂ ਚੇਤਨ ਹੀ ਰਹਿ ਜਾਂਦੇ ਹੋ, ਇਕੱਲੇ ਚੇਤਨ। ਪਰ ਜਦੋਂ ਤੁਸੀਂ ਉਹ ਜਿਹੜਾ ਬਿੰਦੂ ਹੈਗਾ ਨਾ ਚੇਤਨਾ ਦਾ, ਜਿਹੜਾ ਚੇਤਨ ਰਹਿ ਗਿਆ, ਤੁਸੀਂ ਉਹਦੇ ਅੰਦਰ ਧਿਆਨ ਲੈ ਜਾਂਦੇ ਜੋ ਨਾ ਆਪਣਾ, ਤੇ ਉੱਥੇ ਚੇਤਨ ਵੀ ਨਹੀਂ ਹੈਗਾ ਨਿੱਜਰ ਸਾਹਿਬ। ਇਹ ਜਿਹੜੀ ਸ਼ਕਤੀ, ਮੈਨੂੰ ਲੱਗਦਾ ਕਿ ਨਿੱਜਰ ਸਾਹਿਬ ਜਿਹੜਾ ਚੇਤਨ ਹੈ ਨਾ, ਚੇਤਨ ਨੂੰ ਕੰਟਰੋਲ ਕਰਦੀ ਉਹ ਸ਼ਕਤੀ। ਉਹ ਦੇਖੋ ਨਾ, ਆ ਜਿਹੜਾ ਧਰਤੀ ਨੂੰ ਹੁਕਮ ਦਿੱਤਾ ਹੈ, ਉਹ ਜਿੱਦਾਂ ਬਣ ਕੇ ਵੀ ਲਿਖਿਆ, ਜਿਵੇਂ ਭਾਵੇ ਤਿਵੇਂ ਚਲਾਵੇ, ਜਿਵੇਂ ਹੋਏ ਫਰਮਾਨ। ਜਿੱਦਾਂ ਉਹ ਘੁੰਮਦਾ ਉਦਾਂ ਹੀ ਚਲਾਉਂਦੇ ਹੋ। ਬਿਲਕੁਲ। ਇਹਦਾ ਮਤਲਬ ਇਹਨਾਂ ਸ਼ਕਤੀਆਂ ਨੂੰ ਜਿਹੜੀ ਚੀਜ਼ ਕੰਟਰੋਲ ਕਰ ਰਹੀ ਆ, ਉਹਦੇ ਮਗਰ ਉਹ ਸ਼ਕਤੀ ਆ। ਮੈਂ ਚੇਤਨ ਔਰ ਜੜ ਤੋਂ ਉੱਪਰ ਹੈਗੀ ਉਹ ਸ਼ਕਤੀ। ਹਾਂ, ਇਹ ਪੁਆਇੰਟ ਆ। ਮੈਂ ਨਿੱਜਰ ਸਾਹਿਬ ਪਤਾ ਕੀ ਹੁੰਦਾ ਵਾ, ਮੈਂ ਤੁਹਾਨੂੰ ਦੱਸਦਾ, ਮੈਂ ਇਹਨੂੰ ਕੁਝ ਦਿਨ ਤੋਂ ਇਹ ਚੀਜ਼ ਅਨੁਭਵ ਕਰ ਰਿਹਾ, ਕਿਉਂਕਿ ਆਹ ਜਿਹੜੇ ਗ੍ਰੰਥ ਹੈਗੇ ਨਾ, ਬੜੇ ਉੱਚ ਕੋਟੀ ਦਾ ਗਿਆਨ ਆ। ਹੁਣ ਮੈਂ ਵੀ ਸਾਧਨਾ ਕਰਦਾ, ਮੈਂ ਵੀ ਸਾਧਕ ਆ, ਕਾਫੀ ਟਾਈਮ ਤੋਂ ਮੈਂ ਸਾਧਨਾ ਕਰ ਰਿਹਾ। ਉਹ ਜਦੋਂ ਮੈਂ ਅੰਦਰ ਗਿਆ ਨਾ ਆਪਣੇ,
ਉੱਥੇ ਚੇਤਨ ਤੇ ਬਹੁਤ ਵੱਡਾ ਪਦਾਰਥ ਹੈ ਜਿਸ ਦਾ ਤੁਸੀਂ ਤਾਂ ਅਨੁਭਵ ਕਰ ਰਹੇ ਚੇਤਨ ਤੇ ਬਹੁਤ ਵੱਡਾ, ਪਰ ਜਦੋਂ ਚੇਤਨ ਦੇ ਅੰਦਰ ਤੁਸੀਂ ਜਾਂਦੇ ਜੋ ਨਾ, ਉਹ ਏਦਾਂ ਦਾ ਅਨੁਭਵ ਆ ਜਿੱਦਾਂ ਮਤਲਬ ਕਿ ਮੈਂ ਛੋਟਾ ਜਿਹਾ ਦੀਪਕ ਸੂਰਜ ਦੇ ਗਾੜੀ ਲੈ ਜਾ। ਉਹ ਕੀ ਕਰਦਾ, ਮੇਰੇ ਚੇਤਨ ਨੂੰ ਢਾ ਦਿੰਦਾ। ਬਿਲਕੁਲ, ਕਿਉਂਕਿ ਆਪ ਜਸਟ ਸੋਚੋ ਕਿ ਮੈਂ ਕੀ ਕਹਿਣਾ ਚਾਹੁੰਦਾ ਕਿ ਸੂਰਜ ਦੇ ਸਾਹਮਣੇ ਛੋਟਾ ਜਿਹਾ ਦੀਵਾ ਜਗਾਓ, ਕੀ ਕਰਦਾ ਉਹ ਇੰਨਾ ਜ਼ਿਆਦਾ ਸੂਰਜ ਦਾ ਪ੍ਰਭਾਵ ਹੈ, ਦੀਪਕ ਕੁਛ ਵੀ ਨਹੀਂ ਉਹਦੇ ਗਾੜੀ। ਆਪਾਂ ਜਦੋਂ ਸਾਧਕ ਦੇ ਤੌਰ ਤੇ ਜਾਂਦੇ ਹਾਂ, ਇਸੇ ਲਈ ਉਹ ਬ੍ਰਹਮ ਜਿਹੜਾ ਹੈਗਾ ਨਾ, ਜਦੋਂ ਆਪਾਂ ਬ੍ਰਹਮ 'ਚ ਜਾਂਦੇ ਹਾਂ ਨਾ, ਉਹ ਬਹੁਤ ਪਾਵਰਫੁਲ ਆ। ਉਹ ਸਾਡੀ ਚੇਤਨਾ ਨੂੰ ਵੀ ਖਿੱਚ ਲੈਂਦਾ ਨਜ਼ਰ ਸਾਹਿਬ ਆਪਣੇ, ਇੰਨੀ ਸ਼ਕਤੀ ਵਾਲੀ। ਹੁਣ ਤੁਸੀਂ ਕੋਈ ਦਿਨ ਸਾਧਨਾ ਕਰੋਗੇ, 2-4 ਮਹੀਨੇ, ਸਾਲ, 1.5 ਸਾਲ, ਤੁਹਾਨੂੰ ਪਤਾ ਲੱਗ ਜਾਣਾ ਕਿ ਮੈਂ ਕੀ ਕਹਿਣਾ ਚਾਹੁੰਦਾ। ਜਦੋਂ ਤੁਸੀਂ ਸਾਧਨਾ ਕੀਤੀ, ਪਹਿਲਾਂ ਤੁਹਾਨੂੰ ਵਿਚਾਰਾਂ ਤੋਂ ਮੁਕਤੀ ਮਿਲਦੀ, ਜਿਵੇਂ ਪਹਿਲਾਂ ਤੇ ਬੇਹੋਸ਼ੀ ਵਾਲੀ ਸਮਾਧੀ ਮਿਲਣੀ, ਮੁੜ ਕੇ ਹੋਸ਼ ਵਾਲੀ ਸਮਾਧੀ ਮਿਲਣੀ। ਹੋਸ਼ ਵਾਲੀ ਸਮਾਧੀ 'ਚ ਇਕੱਲਾ ਚੇਤਨ ਰਹਿ ਜਾਣਾ, ਚਿੱਤ ਤੁਹਾਨੂੰ ਦਿਖਣਾ, ਚਿੱਤ ਖਾਲੀ ਪਿਆ, ਸਾਹਮਣੇ ਚਿੱਤ ਪਿਆ, ਉਹ ਚਿੱਤ ਦੇ ਵਿੱਚ ਕੋਈ ਵਿਚਾਰ ਨਹੀਂ ਆ ਰਿਹਾ, ਇਕੱਲਾ ਚੇਤਨਾ ਵਾ, ਪਰ ਅਨੁਭਵ ਕਰਨ ਵਾਲਾ ਬੈਠਾ ਜੇ, ਕਿਉਂਕਿ ਆਨੰਦ ਆ ਉੱਥੇ। ਜਦੋਂ ਵੀ ਤੁਹਾਡੀ ਸੁਰਤੀ ਆਈਡਲ ਹੋ ਗਈ ਨਾ, ਹੁਣ ਸੁਰਤੀ ਕਿਸੇ ਚੀਜ਼ ਨਾਲ ਅਟੈਚ ਨਹੀਂ ਹੋ ਰਹੀ, ਉੱਥੇ ਮਨ ਵੀ ਆ, ਬੁੱਧੀ ਵੀ ਆ, ਚਿੱਤ ਵੀ ਆ, ਹੰਕਾਰ ਵੀ ਆ, ਇਹ 5 ਗੁਣ ਵੀ ਹੈਗੇ, ਧਰਤੀ, ਆਕਾਸ਼, ਤਾਰਾ ਵਗੈਰਾ, ਰਜੋ ਤਮੋ ਸਤੋ ਉੱਥੇ ਹੈਗੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉੱਥੇ ਹੈਗੇ ਨੇ, ਪਰ ਇਹਦੇ ਬਾਵਜੂਦ ਵੀ ਕੋਈ ਵੀ ਕਿਰਿਆ ਨਹੀਂ ਹੋ ਰਹੀ। ਔਰ ਕਿਰਿਆ ਨਹੀਂ ਹੋ ਰਹੀ, ਉਸ ਕਿਰਿਆ ਅਵਸਥਾ ਦੇ ਵਿੱਚ ਜਿਹੜੀ ਸੁਰਤੀ ਹੈ ਨਾ, ਜਦੋਂ ਆਪਣੇ ਤੱਤ ਤੇ ਲੀਨ ਹੋ ਜਾਂਦੀ ਨਿਜਰ ਸਾਹਿਬ, ਉੱਥੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜੀਵ ਨੂੰ। ਪਰਮਾਤਮਾ ਅਸਕਾ ਦੇਖੋ, ਜਿੱਥੇ ਤੁਸੀਂ ਅਨੁਭਵ ਕਰ ਰਹੇ ਹੋ, ਤੇ ਅਨੁਭਵ ਕਰਨ ਵਾਲਾ ਇਹਦਾ ਮਤਲਬ ਕਿ ਜੇ ਕੋਈ ਅਨੁਭਵ ਕਰ ਰਿਹਾ ਤੇ ਫਿਰ ਉਹ ਥੋੜੀ ਹੈਗਾ ਭਾਵੇਂ ਆਨੰਦ ਨਹੀਂ ਅਨੁਭਵ ਕਰ ਰਿਹਾ। ਸਹੀ ਹੈ, ਉਹ ਕਰਤਾ ਨਹੀਂ ਹੈਗਾ। ਸਹੀ ਹੈ ਨਾ। ਇਹਦਾ ਮਤਲਬ ਭਾਵੇਂ ਤੁਸੀਂ ਆਨੰਦ ਨਹੀਂ ਅਨੁਭਵ ਕਰ ਰਹੇ ਜਦੋਂ, ਪਰ ਉਹ ਅਨੁਭਵ ਕੌਣ ਕਰ ਰਿਹਾ? ਤਾਂ ਇਹ ਟੈਕਨੀਕਲ ਸਵਾਲ ਹੈਗਾ। ਇਹਦਾ ਮਤਲਬ ਕਿ ਪਰਮਾਤਮਾ ਲਾਸਟ ਵਾਲੀ ਸਟੇਜ ਤੇ, ਮਤਲਬ ਵੀਰ ਜੀ ਕਹਿਣ ਦਾ ਮਤਲਬ ਲਾਸਟ ਵਾਲੀ ਸਟੇਜ ਤੇ ਫਿਰ ਅਨੁਭਵ ਕਰਨ ਵਾਲਾ ਵੀ ਨਹੀਂ ਰਹਿੰਦਾ, ਬਸ ਫਿਰ ਉਹ ਸਾਰਾ ਉਹਦਾ ਪਾਰਟ ਹੀ ਹੋ ਜਾਂਦਾ ਪੂਰੇ ਬ੍ਰਹਿਮੰਡ ਦਾ ਅੰਦਰ। ਹਾਂ, ਉਹ ਅਚੇਤਨ 'ਚ ਚੱਲ ਜਾਂਦਾ ਹੈ। ਉਹ ਜਿਹੜਾ ਗ੍ਰੰਥ 'ਚ ਲਿਖਿਆ ਨਾ ਇਹਨਾਂ ਨੇ ਪੁਆਇੰਟ ਬਿਲਕੁਲ ਸਹੀ ਹੈ, ਕਿਉਂਕਿ ਚੇਤਨ ਵੀ ਤੇ ਮੈਂ ਵੀ ਨਾ, ਚੇਤਨ ਤੁਸੀਂ ਦੇਖੋ, ਚੇਤਨ ਤੇ ਬਹੁਤ ਵੱਡਾ ਵਾ। ਤੁਸੀਂ ਜਦੋਂ ਪਾਤੀ 'ਚ ਜਾਂਦੇ, ਸਾਰੇ ਆਪਾਂ ਜਾਣਦੇ ਹਾਂ ਚੇਤਨ 'ਚ, ਪਰ ਚੇਤਨ ਦੇ ਅੰਦਰ ਜਦੋਂ ਜਿੱਥੇ ਸੁਰਤੀ ਤੁਹਾਡੇ ਅੰਦਰ ਵਿੰਦੀ ਪਈ ਹੈ ਨਾ, ਜਿਹੜਾ ਪੁਆਇੰਟ ਹੈਗਾ, ਜਦੋਂ ਤੁਸੀਂ ਨਿਜਰ ਸਾਹਿਬ ਉੱਥੇ ਧਿਆਨ ਖੜਿਆ ਨਾ, ਤੁਸੀਂ ਮੇਰੀ ਗੱਲ ਨੂੰ ਅੰਡਰਸਟੈਂਡ ਕਰੋਗੇ। ਉੱਥੇ ਜਦੋਂ ਤੁਸੀਂ ਗਏ ਨਾ, ਥੋੜਾ ਟਾਈਮ ਰੁਕਣਾ ਹੈ, ਉਸਨੇ ਦੇਖੋ ਤੁਹਾਡੇ ਅੰਦਰ ਖਾਲੀ ਕਰ, ਉਹਨੇ ਨਾ ਉਨੀ ਚੀਜ਼ ਨੂੰ ਡਾ ਦੇਣਾ, ਤੁਹਾਡੀ ਚੇਤਨਾ ਅੰਦਰ ਲੱਜਣਾ ਕਿ ਸਰਕਲ ਜਿਹਾ ਬਣ ਜਾਣਾ, ਤੇ ਉਹ 'ਚ ਚੇਤਨਾ ਤੁਹਾਡੀ ਵੜ ਹੀ ਨਹੀਂ ਸਕਦੀ। ਚੇਤਨਾ ਹੈਗੀ ਆ, ਪਰ ਏਦਾਂ ਵਾ ਕਿ ਬਲਬ ਦੇ ਪ੍ਰਕਾਸ਼ ਵਾਂਗੂ ਬਾਰ-ਬਾਰ ਅੰਦਰ ਨਹੀਂ ਹੈਗੀ। ਹਾਂਜੀ ਨਿਜਰ ਸਾਹਿਬ, ਹਾਜੀ ਬਾਣੀ ਤੇ ਆਪਾਂ ਸੰਗਤਾਂ ਕਹਿੰਦੀ ਨਹੀਂ, ਪਰ ਕਿਹੜਾ ਟੌਪਿਕ ਸ਼ੁਰੂ ਕਰਤਾ ਨਹੀਂ, ਵਧੀਆ ਜੀ। ਖਸ਼ਟਮ ਖਟ ਸ਼ਾਸਤਰ ਕਹੇ ਸਿਮਰਤ ਕਥੇ ਅਨੇਕ, ਊਤਮ ਊਚੋ ਪਾਰ ਬ੍ਰਹਮ ਗੁਣ ਅੰਤ ਨਾ ਜਾਣੇ ਸੇਖ। ਨਾਰਦ ਮੁਨ ਜਨ ਸੁਖ ਬਿਆਸ, ਜਸ ਗਾਵਤ ਗੋਬਿੰਦ। ਕਹਿੰਦੇ ਜਿਹੜੇ 6 ਸ਼ਾਸਤਰ ਹੈਗੇ ਆ, ਜਿਹੜੇ ਹੈਗੇ ਇਹ ਸਿਮਰਤੀਆਂ ਹੈਗੀਆਂ, ਉਹ ਮਾਲਕ ਪਰਮਾਤਮਾ ਨੂੰ ਬਹੁਤ ਕਹਿ ਰਹੀਆਂ ਆ, ਔਰ ਕਹਿ ਰਹੀਆਂ ਕਿ ਉਹ ਉੱਤਮ ਹੈਗਾ, ਉੱਚਾ ਹੈਗਾ ਪਾਰ ਬ੍ਰਹਮ। ਉਹਦੇ ਗੁਣ ਜਿਹੜੇ ਹੈਗੇ, ਉਹਦਾ ਅੰਤ ਜਿਹੜਾ ਹੈਗਾ, ਸ਼ੇਖ ਨਾਗ ਵਰਗੇ ਵੀ ਨਹੀਂ ਜਾਣ ਸਕਦੇ। ਤੇ ਨਾਰਦ ਵਰਗੇ ਮੁਨੀ ਜਨ ਜਿਹੜੇ ਹੈਗੇ, ਸੁਖ ਪ੍ਰਹਲਾਦ ਵਰਗੇ ਜਿਹੜੇ ਸੁਖ ਤੇ ਵਿਆਸ, ਇਹ ਜਿਹੜੇ ਹੈਗੇ ਵਿਆਸ ਰਿਸ਼ੀ, ਸੁਖਦੇਵ ਰਿਸ਼ੀ, ਇਹਨਾਂ ਦੇ ਵਰਗੇ ਜਿਹੜੇ ਹੈਗੇ ਭਗਤ, ਕਹਿੰਦੇ ਜਸ ਗਾਉਂਦੇ ਆ ਉਸ ਮਾਲਕ ਪਰਮਾਤਮਾ ਦਾ। ਰਸ ਗੀਦੇ ਤੇ ਅੰਮ੍ਰਿਤ ਰਸ ਪਾ ਲਿਆ ਇਹਨਾਂ ਨੇ, ਰਸ ਦੇ ਵਿੱਚ ਪੂਰੀ ਤਰ੍ਹਾਂ, ਰਸ ਦੇ ਵਿੱਚ ਜਿਹੜੇ ਗੜੂੰਦ ਹੋ ਗਏ, ਹਰਸ਼ੋਂ ਬੀਦੇ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਗਏ। ਭਗਤ ਰਚੇ ਭਗਵੰਤ, ਇਸ ਤਰ੍ਹਾਂ ਜਿਹੜੇ ਹੈਗੇ ਉਸ ਮਾਲਕ ਪਰਮਾਤਮਾ ਦੇ ਨਾਲ ਪੂਰੀ ਤਰ੍ਹਾਂ ਰਚ ਗਏ ਇਹ ਭਗਤ। ਮੋਹਮਾਨ ਭਰਮ ਬਿਨਸਿਓ, ਪਾਈ ਸ਼ਰਨ ਦਿਆਲ। ਇਹਨਾਂ ਨੇ ਆਪਣਾ ਮੋਹ ਤੇ ਮਾਨ ਇਸ ਤੋਂ ਉੱਪਰ ਨਿਕਲ ਗਏ, ਹਉਮੈ ਤੋਂ ਉੱਪਰ ਨਿਕਲ ਗਏ, ਮਾਇਆ ਦਾ ਭਰਮ ਤੋੜਤਾ ਇਹਨਾਂ ਨੇ, ਬਿਨਸ ਗਿਆ। ਉਸ ਮਾਲਕ ਪਰਮਾਤਮਾ ਦੀ ਸ਼ਰਨ ਦੇ ਵਿੱਚ ਇਹਨਾਂ ਦੀ ਸੁਰਤ ਚਲੀ ਗਈ, ਉਸ ਦਿਆਲੂ ਦੀ
चरण कमल मन तन बसे दर्शन देख निहाल। और वो मालक परमात्मा दे जिहड़े हैगे चरण, शब्द रूपी चरण कमल मन ते तन दे विच वस गए और दर्शन देख के निहालो निहाल हो गए मालक परमात्मा दे। लाभ मिला टोटा हिरा, कहंदे आया लाभ जीवन दा, कहंदे सारा घाटा जिहड़ा हैगा खत्म हो गया, लाभ मिल गया मनुखी जून पाउण दा। साध संग लिव लाए, साध संगत दे द्वारा ब्रह्म ज्ञान दे द्वारा ब्रह्म ज्ञानियों दे द्वारा लिव लगाई। खाट खजाना गुण निध हरे नानक नाम ध्याए। इस तरह इन्होंने असली खजाना जिहड़ा हैगा नाम धन जिहड़ा हैगा वो मालक परमात्मा जिहड़ा गुणा दा खजाना हैगा उस दा असली जिहड़ा हैगा नाम धन वो खट्टिया और नाम दा ध्याना कीता। हुण आपां उस ते आईए। नारद मुन जन सुख ब्यास जस गावत गोबिंद, कहंदे आ जिहड़े भगत हैगे आ मुनि है, नारद मुनि वर्गे जिन्हां ने प्रेमा भगती कीती आ, इन्हां ने जस गाया उस मालक परमात्मा दा और अमृत रस नूं प्राप्त कीता। परमात्मा दे नाल इकमिक हो गए, उहदे नाल रच गए उस मालक परमात्मा दे नाल। रस गीदे हरस्यों बीदे भगत रचे भगवंत। हाँ जी भी बिल्कुल ठीक है। नारद मुनि जन सुख, ये जिहड़ा सुखदेव मुनि व्यास जी दा लड़का ही है ना? ये तो मैंने पता नहीं, सुखदेव ऋषि कहंदे सी इस बात। हाँ 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 जी, यही वेद व्यास जी दा लड़का ही सी जिन्हों भेजिया सी ना राजे जनक दे कोल ज्ञान प्राप्त करने दी। यही है बिल्कुल बिल्कुल नारद मुनि सी सुनिया ही होना। बिल्कुल। ते जन ये सुखदेव मुनि जिहड़ा है ना वो वेद व्यास जी दे लड़के जी ने। वेद व्यास जी भी बहुत वड्डी गलबात है, वो भी ऋषि कोई आम ऋषि नहीं है। बड़े ग्रंथ उन्होंने वेखोगे ना, उन्होंने जो चेक करोगे तो पता लगेगा उन्होंने काफी ग्रंथों के विच उन्होंने योगदान पाया और उन्होंने आप भी ग्रंथ लिखे। इन्होंने कहा कि जस गावत गोबिंद, उन्होंने किया कि गोबिंद दे गुण गाए। गुण गाए का मतलब यह है कि उस चीज में अनुभव किया, फिर उन्होंने ग्रंथों के विच रिप्रेजेंट करता, ग्रंथों च अपना ज्ञान पा के गए और भक्ति भी की। इन्होंने एक जो भी प्राप्तन ज्ञान साडे को आ रहा है, ये जिथों भी चाहे घूम घूम के आ रहा है, ते जिन्ना भी ज्ञान आया ना धरती ते, भावें 2 बुक्कां 4 बुक्कां, हुण अखर ते वेख लो किन्ने हुंदे पंजाबी दे, उन्हां नूं जिद्दां मर्जी जोड़ अगे पिछे करके जिन्ने मर्जी अखर बनाई जाओ, किन्नियां किताबां लिख दित्तियां, ते है ते अखर उही सेम ही है। इस तरह ज्ञान है, वो ज्ञान किसी फॉर्म च घूमदा रहिंदा ते हर कोई जो जीव परमात्मा दे विच लीन हुंदा ते वो अपना वो जिद्दां दा अनुभव करदा वो संसार ते दस के जांदा। इन्हां ने भी गुण गाए ने परमात्मा दे। ठीक है निजो साहब, अगे चलिए। रस गीदे हरस्यों बीदे, कहंदे रस आ गया अमृत रस, गड़ूंद हो गए रस दे विच, परमात्मा दे नाल पूरी तरह इकमिक हो गए, बिन्ने गए उन्हां दा मन। भगत रचे भगवंत, ये भगत जिहड़े हैगे उस भगवंत दे नाल मालक परमात्मा दे नाल पूरी तरह रच गए। मोह मान भ्रम बिनस्यो पाई शरण दयाल, इन्हां दा मोह ते मान जिहड़ा हैगा इस तो उपर निकल गए। भरम जिहड़ा हैगा बिंस गया, माया दा जिहड़ा भरम जिहड़ी ट्रैप पाई सी मालक परमात्मा ने, और इन्हां नूं मालक परमात्मा दी क्यों किवें बिंस गया, किवें हो गया, कहंदे इन्हां नूं वो मालक दी शरण मिल गई। भगती हैगी मालक परमात्मा दी शरण। चरण कमल मन तन बसे दर्शन देख निहाल, उस मालक परमात्मा दे सोहणे जिहड़े हैगे शब्द रूपी चरण कमल मन ते तन दे विच बस गए और मालक दे दर्शन देख के निहालो निहाल हो गए। हाँ जी भाई बिल्कुल ठीक है जी। हुण ते कहंदे ने कि रस गीते हर त्यों गीते भगत रते भगवंत। ते हुण जदों आपां भगती करदे हां ते फिर बंदा की हुंदा कि नाम कुमारी नानका ते चढ़ी रहे दिन रात। वो तुहानूं कुमारी चढ़नी है सारिਆਂ ਨੂੰ और आलमोस्ट कईयां ਨੂੰ चढ़ी भी होनी है। एक रस है ਜਦੋਂ ਵੀ ਜੀਵ ਜਿਹੜਾ ਹੈ ਉਸ ਬ੍ਰਹਮ ਵੱਲ ਜਾਂਦਾ ਹੈ ਤੇ ਉਹ ਉਹਦੇ ਜੀਵਨ ਦੇ ਵਿੱਚ ਅਨੁਭਵ ਆਉਂਦਾ ਹੈ ਔਰ ਉਹ ਖੁਮਾਰੀ ਚੜ੍ਹਦੀ ਉਹਨੂੰ ਇੱਕਦਮ ਰਸ। ਤੇ ਉਹ ਜਿੱਦਾਂ ਉਹ ਹਰੀ ਵੱਲੋਂ ਜਿੱਦਾਂ ਮਤਲਬ ਸਮਝ ਲਓ ਕਿ ਉਸ ਜਿਸ ਗਾਰਡਨ ਵੱਲ ਆਪਾਂ ਜਾ ਰਹੇ ਹਾਂ, ਜਿਸ ਫੁੱਲਾਂ ਦੇ ਬਾਗ ਵੱਲ ਜਾ ਰਹੇ ਹਾਂ, ਜਿੱਦਾਂ ਫੁੱਲਾਂ ਦੇ ਬਾਗ ਦੀ ਆਪਾਂ ਨੂੰ ਦੂਰੋਂ ਖੁਸ਼ਬੂ ਆਉਂਦੀ ਹੈ ਨਾ,
ਉਸੇ ਹੀ ਤਰ੍ਹਾਂ ਇਹ ਪਰਮਾਤਮਾ ਰੂਪੀ ਜਿਹੜੀ ਆਪਾਂ ਯਾਤਰਾ ਕਰਨੀ ਆ ਉਹਦੇ ਵੱਲ, ਤੇ ਉਹਦੇ ਵਿੱਚ ਸਾਨੂੰ ਆਨੰਦ ਤੇ ਖੁਮਾਰੀ ਇੱਕ ਨਸ਼ਾ ਹੈ। ਤੁਹਾਡੇ ਪੈਰ ਨਹੀਂ ਧਰਤੀ ਤੇ ਲੱਗਣੇ, ਤਾਂ ਤੁਹਾਨੂੰ ਇਹ ਵੇਖਣਾ ਕਿ ਬੰਦਾ ਤੇ ਮੈਂ ਉਹੀ ਹਾਂ, ਉਹੀ ਜੀਵਨ ਹੈ। ਪਰ ਹੁਣ ਕੁਛ ਨਾ ਕੁਛ ਉਚਾਈ ਆ ਰਹੀ ਹੈ, ਮੇਰੇ ਸਰੀਰ ਦਾ ਵਜਨ ਘਟ ਰਿਹਾ, ਮੇਰੀਆਂ ਚਿੰਤਾ ਘਟ ਰਹੀਆਂ, ਮੇਰੀਆਂ ਪਰੇਸ਼ਾਨੀਆਂ ਘਟ ਰਹੀਆਂ, ਕਿਉਂਕਿ ਉਹ ਰੱਤੇ ਭਗਵੰਤ ਜਿਹੜਾ ਖੁਦ ਆਪ ਤੇ ਤ੍ਰਿਗੁਣਾਤੀਤ ਆ, ਉਹ ਤਿੰਨਾਂ ਗੁਣਾ ਤੋਂ ਪਰੇ ਆ। ਔਰ ਜਦੋਂ ਜਿਵੇਂ ਆਪਾਂ ਉਹਦੇ ਲਾਗੇ ਜਾਂਦੇ ਹਾਂ ਤੇ ਸਾਡਾ ਕੀ ਹੁੰਦਾ ਹੈ ਕਿ ਸਾਡੇ ਅੰਦਰ ਆਟੋਮੈਟਿਕਲੀ ਹੀ ਉਹ ਜਿਹੜਾ ਵਾ ਇਹਨਾਂ ਚੀਜ਼ਾਂ ਦਾ, ਤੱਤਾਂ ਦਾ ਪ੍ਰਭਾਵ, ਜਿਹੜਾ ਸੁੱਖ ਦੁੱਖ ਕਲੇਸ਼ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਤੋਂ ਮੁਕਤੀ ਮਿਲ ਜਾਂਦੀ ਆਪਾਂ ਨੂੰ। ਬਿਲਕੁਲ। ਹੁਣ ਤੁਸੀਂ ਇੱਕ ਚੀਜ਼ ਵੇਖੋ, ਕਈ ਵਾਰੀ ਛੋਟਾ ਜਿਹੀ ਤਾਰ ਨਹੀਂ ਹੁੰਦੀ ਜਿੰਨੇ ਸਭ ਵਾਲਾਂ ਚ ਫੇਰੀ ਦੀ ਜਿਹੜੀ, ਉਹਨੂੰ ਆਪਾਂ ਮੈਗਨੇਟ ਦੇ ਉੱਤੇ ਆਪਾਂ ਰਗੜਦੇ ਨਾ 2-4 ਵਾਰੀ 10-20 ਵਾਰੀ, ਤੇ ਵੇਖੋ ਉਹ ਵੀ ਚਿਪਕ ਬਣ ਜਾਂਦੀ। ਉਸੇ ਹੀ ਤਰ੍ਹਾਂ ਭਗਤੀ ਹੈ। ਪਰ ਭਗਤੀ ਜਦੋਂ ਆਪਾਂ ਨਿਰਗੁਣ ਬ੍ਰਹਮ ਦੇ ਲਾਗੇ ਜਾਂਦੇ ਹਾਂ, ਚਾਹੇ ਕਿਸੇ ਰੂਪ ਦੇ ਵਿੱਚ ਵੀ, ਉਸ ਚੀਜ਼ ਦਾ ਇਫੈਕਟ ਜਿਹੜਾ ਸਾਡੇ ਜੀਵਨ ਚ ਆਉਂਦਾ ਹੈ ਕੇਵਲ ਉਹਦੇ ਲਾਗੇ ਬਹਿਣ ਦੇ ਨਾਲ। ਉਹਦੇ ਨਾਲ ਘਾਟੀਆਂ ਖਾਂਦੇ ਨੇ ਜਦੋਂ ਆਪਾਂ ਨਿਰਵਿਚਾਰ ਹੋ ਕੇ ਬਾਰ-ਬਾਰ ਆਉਣੇ ਜਾਂਦੇ ਹਾਂ। ਉਸੇ ਕਰਕੇ ਬਾਣੀ ਚ ਵੀ ਕਿਹਾ ਕਿ ਉੱਥੇ ਘੜੀਏ ਮੱਤ, ਉੱਤੋਂ ਉਹ ਬੋਲਦਾ ਨੇ ਜਿਹੜਾ ਘੜੀਏ ਜਿੱਥੇ ਘੜੀਏ ਸੁਰਤ ਮਤ ਮਨ ਬੁੱਧ। ਹਾਂਜੀ ਵੀਰ। ਹਾਂ, ਉੱਥੇ ਉਹਦੀ ਸੁਰਤ ਆ, ਮਤ ਮਨ ਬੁੱਧ। ਹੁਣ ਜਿਹੜਾ ਮਨ ਹੈ ਨਾ, ਮਨ ਹੈਗਾ ਸਾਡਾ ਜਿਹੜਾ ਨਾ, ਉਹ ਹੈਗਾ ਵਾ ਜੜ। ਜਿੱਦਾਂ ਮਤਲਬ ਕਿ ਇੱਕ ਕੰਪਨੀ ਆ, ਕੰਪਨੀ ਦਾ ਮੈਨੇਜਰ ਆ, ਵੱਡਾ ਮੈਨੇਜਰ, ਉਹ ਸਾਰੀ ਕੰਪਨੀ ਫੈਕਟਰੀ ਨੂੰ ਵੇਂਦਾ, ਉਹਦੇ ਥੱਲੇ EMPLOYE ਹੈਗੇ ਨੇ। ਅੱਜ ਦਾ ਗਿਆਨ ਇੰਦਰੀਆਂ ਕਰਮ ਇੰਦਰੀਆਂ, ਇਹਨਾਂ ਦਾ ਹੈਡ ਕੌਣ ਆ? ਮਨ, ਮੈਨੇਜਰ। ਪਰ ਉਹ ਮਾਲਕ ਨਹੀਂ ਹੈਗਾ, ਮਾਲਕ ਕੋਈ ਹੋਰ ਹੈ, ਪਰ ਮੈਨੇਜਰ ਹੈਗਾ। ਪਰ ਪਾਵਰ ਬਹੁਤ ਹੈ। ਪਰ ਕਈ ਵਾਰੀ ਏਦਾਂ ਦਾ ਹਿਸਾਬ ਕਿਤਾਬ ਹੋ ਜਾਂਦਾ ਕਿ ਮੈਨੇਜਰ ਇੰਨਾ ਕੁ ਜ਼ਿਆਦਾ ਪਾਵਰਫੁਲ ਹੋ ਜਾਂਦਾ ਕਿ ਉਹ ਮਾਲਕ ਨੂੰ ਭੁੱਲ ਹੀ ਜਾਂਦਾ, ਉਹ ਖੁਦ ਮਾਲਕ ਬਣ ਜਾਂਦਾ। ਪਰ ਜਦ ਕਿ ਉਹਨੂੰ ਪਤਾ ਨਹੀਂ ਕਿ ਮੈਂ ਤੇ ਭਰਮ ਆ, ਮੈਂ ਜੜ ਆ। ਪਰ ਉਹ ਇਸ ਅਗਿਆਨ ਦੇ ਵਿੱਚ ਮੰਨਦਾ ਹੀ ਨਹੀਂ ਸੀ। ਇਸ ਕਰਕੇ ਮਨ ਜਿਹੜਾ, ਉਹ ਮਨ ਇੱਕ ਮੈਨੇਜਰ ਆ ਜਿਹਦੇ ਕੋਲ ਜ਼ਿਆਦਾ ਸ਼ਕਤੀ ਆ ਗਈ ਹੈ, ਮਾਲਕ ਤੋਂ ਵੀ ਜ਼ਿਆਦਾ ਸ਼ਕਤੀ ਉਹਨੇ ਪ੍ਰਾਪਤ ਕਰ ਲਈ। ਹੁਣ ਉਹ ਖੁਦ ਕੰਟਰੋਲ ਕਰ ਰਿਹਾ। ਠੀਕ ਹੈ ਨਾ ਜੱਸਾ? ਤੇ ਭਗਤੀ ਕਰਨ ਦੇ ਨਾਲ ਫਿਰ ਜਿਹੜੀ ਇਹ ਸ਼ਕਤੀ ਜਿਹੜੀ ਹੈਗੀ ਵਾਪਸ ਜਿਹੜੀ ਹੈਗੀ ਉਹਦੇ ਕੋਲੋਂ ਖੋਹ ਲਈ ਜਾਂਦੀ ਹੈ। ਆਹੀ ਗੱਲ ਮਹਾਰਾਜ ਕਹਿ ਰਹੇ, ਮੋਹ ਮਾਨ ਭਰਮ ਵਿੰਸਿਓ ਪਾਈ ਸ਼ਰਨ ਦਿਆਲ। ਦਿਆਲੂ ਦੀ ਸ਼ਰਨ ਦੇ ਵਿੱਚ ਭਗਤੀ ਕਰਨ ਦੇ ਨਾਲ ਇਹ ਮੋਹ ਜਿਹੜਾ ਹੈਗਾ, ਅਟੈਚਮੈਂਟ ਜਿਹੜੀ ਹੈ ਮਨ ਦੇ ਕਾਰਨ ਸੀਗੀ, ਮਾਨ ਜਿਹੜਾ ਸੀਗਾ, ਜਿਹੜੀ ਹੈਗੀ ਹੰਕਾਰ, ਤੇ ਭਰਮ ਜਿਹੜਾ ਹੈਗਾ ਧੋਖਾ, ਇਹ ਸਾਰਾ ਵਿੰਸ ਗਿਆ। ਪਤਾ ਲੱਗ ਗਿਆ ਵੀ ਅਸਲੀ ਮਾਲਕ ਕੌਣ ਹੈਗਾ। ਹਾਂਜੀ ਵੀਰ। ਬਿਲਕੁਲ ਠੀਕ ਆ। ਫਿਰ ਉਹ ਗੱਲ ਹੈ ਕਿ ਮੈਨੇਜਰ ਨੂੰ ਮੈਨੇਜਰ ਦੀ ਜਗ੍ਹਾ ਤੇ ਭੇਜ ਦਿੱਤਾ ਜਾਂਦਾ ਤੇ ਮੈਨੇਜਰ ਦੀ ਜਗ੍ਹਾ ਤੇ ਇਹੋ ਹੀ ਆ ਕਿ ਜਦੋਂ ਤੇਰੀ ਲੋੜ ਹੋਊਗੀ ਤੈਨੂੰ ਬੁਲਾਵਾਂਗੇ, ਜਦੋਂ ਤੇਰੀ ਲੋੜ ਨਹੀਂ ਆ ਤੇ ਤੂੰ ਆਪਣੀ ਕੁਰਸੀ ਤੇ ਬਹਿਣਾ ਹੈ। ਮਨ ਦੀ ਜਿਹੜੀ ਆਖਰੀ ਅਵਸਥਾ ਹੈ ਉਹਨੂੰ ਅਨਮਣੀ ਅਵਸਥਾ ਕਿਹਾ ਗਿਆ। ਤੇਰੀ ਉਦੋਂ ਹੀ ਲੋੜ ਹੈ ਜਦੋਂ ਮੈਂ ਹੱਥ ਚੁੱਕਣਾ, ਹੱਥ ਥੱਲੇ ਰੱਖਦਾ ਤੇ ਹੁਣ ਮੈਨੂੰ ਤੇਰੀ ਲੋੜ ਨਹੀਂ, ਮੈਂ ਕੋਈ ਕੰਮ ਕਰਾਂਗਾ ਤੈਨੂੰ ਉਦੋਂ ਹੀ ਬੁਲਾਵਾਂਗਾ। ਜਿਹੜਾ ਤੂੰ ਮੇਰੇ ਅੰਦਰ ਜਿਹੜੀਆਂ ਕੀਮਾ ਘੜਦਾ ਰਹਿਣਾ ਨਾ, ਬੈਠਾ ਬੈਠਾ ਫਾਈਲਾਂ ਕੱਢੀ ਜਾਣਾ, ਫਾਈਲਾਂ ਸੁੱਟੀ ਜਾਣਾ, ਉਹ ਜਿਹੜੀਆਂ ਫਾਈਲਾਂ ਤੇਰੇ ਸਾਰੀਆਂ ਖੋਲੀਆਂ ਜਾਣਗੀਆਂ। ਔਰ ਤੇਰੇ ਕੋਲ ਉਹਨਾਂ ਕੀ ਕੰਮ ਲਿਆ ਜਾਵੇਗਾ ਜਿੰਨਾ ਕਿ ਸਾਨੂੰ ਹਮ ਆਦਮੀ ਹਾਂ ਇੱਕਦਮ ਹੀ। ਹੁਣ ਇਸ ਮੂਵਮੈਂਟ ਤੇ ਜਿਹੜੀ ਲੋੜ ਹੈ ਮੈਨੂੰ, ਗੁਰੂ ਨਾਨਕ ਪਾਤਸ਼ਾਹ ਨੇ ਬੜਾ ਸੋਹਣਾ ਜਵਾਬ ਦਿੱਤਾ ਮੈਨੇਜਰ ਦੇ ਲਈ। ਹਾਂਜੀ ਨਿੱਜਰ ਸਾਹਿਬ। ਹਮ ਆਦਮੀ ਹਾਂ ਇੱਕਦਮ ਹੀ ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੇ ਤਿਸ ਸਿਰਵੋ ਜਾ ਕੇ ਜੀ ਪਰਾਣਾ। ਹਾਂ, ਉਹ ਫਿਰ ਕਹਿੰਦੇ ਕਿ ਮੈਨੇਜਰ ਸਾਹਿਬ ਜੀ ਤੁਸੀਂ ਜ਼ਿਆਦਾ ਭੱਜੋ ਨਾ ਅੱਗੇ ਜਾਓ ਨਾ ਪਿੱਛੇ ਜਾਓ, ਤੁਸੀਂ ਇੱਕਦਮ ਦੇ ਵਿੱਚ ਜੋ ਕੰਮ ਤੁਹਾਨੂੰ ਕਹੇ ਜਾ ਰਹੇ ਨਾ, ਪਰ ਜੋ ਤੁਹਾਡਾ ਜ਼ਿੰਮੇਵਾਰੀ ਬਣਦੀ ਹੈ, ਔਰ ਕਰਮ ਕਰਨੇ ਨਹੀਂ ਹੈ, ਕਰਤਵ ਕਰਨਾ ਹੈ। ਕਰਮ ਤੋਂ ਕਰ ਰਹੇ ਹੈ ਪਰ ਕਰਤਵ ਕਰਨਾ ਹੈ। ਕਰਮ ਨੂੰ ਕਰਨ ਤੋਂ ਪਹਿਲਾਂ ਤੂੰ ਵਿਵੇਕ ਨਾਲ ਵਿਚਾਰ ਕਰਨਾ ਹੈ, ਔਰ ਜੋ ਸਹੀ ਹੈ ਤੂੰ ਉਹ ਕਰੀ। ਤਾਂ ਜੇ ਤੂੰ ਕਰੇਂਗਾ ਤਾਂ ਫਿਰ ਤੈਨੂੰ ਕਰਮਾਂ ਦੇ ਫਲ ਨੂੰ ਭੋਗਣਾ ਨਹੀਂ ਪਵੇਗਾ। ਉਹੀ ਹੈ ਸ਼ਕਤੀ ਇਹਨਾਂ ਕੋਲ ਵਾਪਸ ਖੋਲੀ। ਤੇ ਫਿਰ ਕੀ ਉਹ ਸ਼ਕਤੀ ਖੋਲੀ ਦਾ ਮਤਲਬ ਕਿ ਭਰਮ ਤੋਂ ਦੂਰ ਹੋ ਜਾਣਾ, ਭਰਮ ਤੋਂ ਮੁਕਤ ਹੋ ਜਾਣਾ। ਉਹਨਾਂ ਨੂੰ ਪਤਾ ਲੱਗ ਜਾਣਾ ਕਿ ਮੈਂ ਮੈਨੇਜਰ ਹਾਂ, ਮੈਂ ਮਾਲਕ ਨਹੀਂ ਹੈਗਾ। ਪਰ ਜਦੋਂ ਮੈਨੂੰ ਹੁਕਮ ਆਵੇਗਾ ਤੇ ਫਿਰ ਮੈਂ ਉਸ ਹਿਸਾਬ ਨਾਲ ਹੀ ਕੰਮ ਕਰਾਂਗਾ। ਔਰ ਜਦੋਂ ਮੈਂ ਹੁਣ ਪਹਿਲਾਂ ਮਾਲਕ ਸੀ, ਓਵਰ ਪਾਵਰ ਬਣ ਗਿਆ ਸੀ, ਮਾਲਕ ਭੁੱਲ ਗਿਆ ਸੀ, ਫਿਰ ਕੀ ਹੋਣਾ ਕਿ ਚੇਤਨਾ ਨੂੰ ਹੀ ਮਾਲਕ ਬਣ ਜਾਣਾ ਹੈ ਉਹਨੇ ਆਪਣੇ ਆਪ ਹੀ। ਔਰ ਚੇਤਨਾ ਦੇ ਵਿੱਚ ਕੋਈ ਗੁਣ ਨਹੀਂ ਹੈਗਾ। ਉਹ ਮਤਲਬ ਉਹ ਕਿਸੇ ਚੀਜ਼ ਨੂੰ ਗ੍ਰਹਿਣ ਨਹੀਂ ਕਰਦੀ, ਮਨ ਗ੍ਰਹਿਣ ਕਰਦਾ, ਕਿਉਂਕਿ ਮਨ ਜੜ ਆ। ਇਸੇ ਕਰਕੇ ਇਹ ਰਜੋ ਤਮੋ ਤੇ ਸਤੋ ਚ ਗਤੀ ਕਰਦਾ। ਜਿਹੜੀ ਚੇਤਨਾ ਹੈ ਉਹਨੂੰ ਮੋਹ ਨਹੀਂ ਗਾ ਕਿਸੇ ਨਾਲ, ਉਹਨੂੰ ਮਾਨ ਸਨਮਾਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਇਹ ਮਨ ਆ। ਮਨ ਤੁਹਾਡੇ ਤੋਂ ਚਾਹੁੰਦਾ ਮਾਨ ਸਮਾਨ, ਵੱਡੀ ਗੱਡੀ, ਵੱਡਾ ਘਰ, ਲੋਕ ਮੇਰੀ ਜੇ ਪੈਸੇ ਹੈਗੇ ਮੇਰੇ ਬੈਂਕ ਚੋਂ ਸ਼ੋ ਆਫ ਕਰਦਾ ਹੈ, ਘੜੀਆਂ ਕੁੜੀਆਂ ਰਾ ਵਗੈਰਾ, ਸੋਨਾ ਪਾਉਣਾ, ਜਿਹੜਾ ਲਗਜ਼ਰੀ ਲਾਈਫ ਦਿਖਾਉਣੀ, ਇਹ ਸਾਰੀ ਮਨ ਦੀ ਸ਼ਰਾਰਤ ਆ। ਉਹਨੂੰ ਜਿਹੜੀ ਸਾਡਾ ਚੇਤਨ ਹੈ ਨਾ, ਉਹਨੂੰ ਲੋੜ ਨਹੀਂ ਹੈਗੀ। ਉਹ ਤੇ ਸੱਚ ਤੇ ਆਨੰਦ ਆ, ਉਹ ਤੇ ਖੁਦ ਹੀ ਆਨੰਦ ਦਾ ਸਰੂਪ ਆ। ਉਹਨੂੰ ਕੀ ਲੋੜ ਵੀ ਜੜ ਦਾ ਸਹਾਰਾ ਲੈਂਦੇ ਨੇ ਤੇ ਸਭ। ਹੈਲੋ, ਬਿਲਕੁਲ ਜੀ। ਹਾਂ, ਤੇ ਇਸ ਕਰਕੇ ਇਹ ਤੇ ਸਾਧ ਸੰਗਤ ਜੀ ਮੋਹ ਮਾਨ ਭਰਮ ਬਿਨਸਿਓ, ਇਹ ਚੀਜ਼ਾਂ ਜਿਹੜੀਆਂ ਬਿਨਸ ਜਾਣਗੀਆਂ। ਪਾਈ ਸ਼ਰਨ ਦਿਆਲ, ਔਰ ਜਦੋਂ ਅਸੀਂ ਆਪਣੀ ਆਤਮਾ ਚ ਆਪਣੇ ਆਪ ਦੇ ਅੰਦਰ ਸਥਿਰ ਹੋ ਗਏ, ਜਦੋਂ ਦਿਆਲ ਦੀ ਸ਼ਰਨ ਚ ਆ ਗਏ। ਸ਼ਰਨ ਦਾ ਮਤਲਬ ਕਿ ਜਿੱਦਾਂ ਕਿਸੇ ਬੰਦੇ ਕੋਲ ਨਹੀਂ ਚੱਲ ਜਾਈਦਾ ਆਪਾਂ ਕਿ ਵੀਰ ਜੀ ਮੇਰੀ ਮਦਦ ਕਰੋ, ਹੁਣ ਮੈਂ ਸਾਰੇ ਜ਼ੋਰ ਲਾ ਕੇ ਥੱਕ ਗਿਆ ਵਾਂ ਤੇ ਹੁਣ ਮੇਰੇ ਵਾਸਤੇ ਦੀ ਗੱਲ ਹੀ ਨਹੀਂ ਹੈਗੀ, ਮੇਰੇ ਕੋਲ ਕੰਮ ਨਹੀਂ ਹੋ ਰਿਹਾ। ਪਰ ਜਦੋਂ ਆਪਾਂ ਜਦੋਂ ਦਿਆਲ ਦੀ ਜਿਹੜਾ ਦਿਆਲ ਹੈ ਕਿਰਪਾਲੂ, ਉਹਦੀ ਸ਼ਰਨ ਚ ਚੱਲ ਗਏ ਤੇ ਇਹ ਚੀਜ਼ਾਂ ਜਿਹੜੀਆਂ ਸਾਡੇ ਤੇ ਆਟੋਮੈਟਿਕਲੀ ਲਾਗੂ ਹੋ ਜਾਣ। ਠੀਕ ਹੈ ਨਾ ਜਸਾ? ਚਰਨ ਕਮਲ ਮਨ ਤਨ ਬਸੇ, ਦਰਸ਼ਨ ਦੇਖ ਨਿਹਾਲ। ਉਹ ਚਰਨ ਕਮਲ ਜਿਹੜੇ ਹੈਗੇ ਪਰਮੇਸ਼ਰ ਦੇ ਜਿਹੜੇ ਹੈਗੇ ਸ਼ਬਦ ਰੂਪੀ ਮਨ ਤੇ ਤਨ ਦੇ ਵਿੱਚ ਵਸ ਗਏ। ਮਨ ਵੀ ਸ਼ਾਂਤ ਹੋ ਗਿਆ, ਜਿਹੜਾ ਟੱਪ ਰਿਹਾ ਸੀਗਾ, ਜਿਹੜਾ ਆਪਣੇ ਆਪ ਨੂੰ ਕਰਤਾ ਸਮਝ ਰਿਹਾ ਸੀਗਾ। ਤਨ ਜਿਹੜਾ ਹੈਗਾ, ਗਿਆਨ ਇੰਦਰੀਆਂ ਜਿਹੜੀਆਂ ਕਰਮ ਇੰਦਰੀਆਂ, ਉਹ ਵੀ ਸ਼ਾਂਤ ਹੋ ਗਈਆਂ। ਔਰ ਫਿਰ ਮਾਲਕ ਦੇ ਦਰਸ਼ਨ ਜਿਹੜੇ ਹੈਗੇ, ਚੇਤਨਾ ਨੂੰ ਮਾਲਕ ਦੇ ਦਰਸ਼ਨ, ਆਤਮ ਦਰਸ਼ਨ ਹੋ ਗਏ। ਨਿਹਾਲੋ ਨਿਹਾਲ ਹੋ ਗਈ ਚੇਤਨਾ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ। ਚਰਨ ਕਮਲ ਮਨ ਤਨ ਬਸੇ, ਹੁਣ ਕਹਿੰਦੇ ਮਨ ਤੇ ਤਨ ਤੇ ਬਸੇ। ਮਨ ਉਹਨੂੰ ਕਹਿੰਦੇ ਕਿ ਦੋਨਾਂ ਦੇ ਚਰਨ ਕਮਲ, ਤੋਂ ਮਤਲਬ ਕਿ ਪ੍ਰਮਾਤਮਾ ਦੇ ਚਰਨਾਂ 'ਚ ਜਦੋਂ ਸੁਰਤੀ ਸਾਡੀ ਟਿਕ ਗਈ ਤੇ ਇਹ ਵੀ ਦੋਵੇਂ ਸ਼ਾਂਤ ਹੋ ਜਾਣੇ। ਬਿਲਕੁਲ। ਇਹ ਕਿਉਂ ਭਟਕ ਰਹੇ ਨੇ? ਕਿਉਂਕਿ ਸੁਰਤੀ ਭਟਕ ਰਹੀ ਹੈ। ਹੁਣ ਜੀਵ ਦੀ ਸੁਰਤੀ ਜਦੋਂ ਸੁਰਤੀ ਪ੍ਰਮਾਤਮਾ ਦੇ ਚਰਨਾਂ 'ਚ ਆ ਕੇ ਲੀਨ ਹੋ ਗਈ ਹੈ, ਤੇ ਚਰਨ ਇਸ ਕਰਕੇ ਕਹਿੰਦੇ ਆ ਆਪਾਂ ਕਿ ਉਹ 'ਚ ਹੈ ਤੇ ਬ੍ਰਹਮ ਦੇ ਕੋਈ ਚਰਨ ਚੋਂ ਥੋੜੀ ਹੈਗੇ ਆ। ਉਹਦੇ ਜਸਟ ਆਪਾਂ ਇੱਕ ਰਿਸਪੈਕਟ ਦੇ ਲਈ ਕਹਿੰਦੇ ਆ ਕਿ ਮੈਂ ਤੇਰੇ ਚਰਨਾਂ 'ਚ ਬੇਨਤੀ ਕਰਦਾ, ਨਿਮਰਤਾ। ਤੇ ਆਪਾਂ ਪ੍ਰਮਾਤਮਾ ਨੂੰ, ਉਹਨਾਂ ਨੇ ਗੁਰੂ ਗ੍ਰੰਥਾਂ 'ਚ ਕਿਹਾ ਕਿ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਮਤਲਬ ਜਦੋਂ ਉਹਨਾਂ ਨੂੰ ਛੋਹ ਮਿਲੀ ਤੇ ਮਨ ਤੇ ਤਨ ਜਿਹੜੇ ਹੈਗੇ ਆ ਬਸੇ ਦਰਸ਼ਨ ਦੇਖਣੇ ਵਾਲ। ਤੇ ਜਦੋਂ ਇਹ ਅਵਸਥਾ ਪ੍ਰਾਪਤ ਹੋਈ, ਚਰਨ ਕਮਲ ਮਨ ਤਨ ਬਸੇ, ਬਸੇ ਦਾ ਮਤਲਬ ਵਸ ਗਏ ਉਹ ਜਿਹੜੇ ਪ੍ਰਮਾਤਮਾ ਦੇ ਚਰਨ, ਤੇ ਦਰਸ਼ਨ ਦੇਖਣੇ ਵਾਲ। ਫਿਰ ਦਿਨ ਰਾਤ ਹੀ ਤੁਸੀਂ ਉਸ ਨੂੰ ਦੇਖ ਕੇ ਨਿਹਾਲ ਹੁੰਦੇ ਜੋ, ਕਿਉਂਕਿ ਤੁਹਾਡੀ ਸੁਰਤੀ ਜਿਹੜੀ ਤੁਰੀ ਅਵਸਥਾ 'ਚ ਚੱਲ ਜਾਂਦੀ ਹੈ। ਹੁਣ ਤੇ ਨਾ ਅੱਗੇ ਆ ਤੇ ਨਾ ਆਪਾਂ ਪਿੱਛੇ ਆ, ਸੱਚ ਤੇ ਆਨੰਦ 'ਚ ਆ ਕੇ ਰੋਕ ਗਏ। ਹਾਂਜੀ ਨਜਰ ਲਾਭ ਮਿਲੇ ਟੋਟਾ ਹੀਰਾ, ਸਾਧ ਸੰਗ ਲਿਵ ਲਾਏ। ਇਹ ਕਹਿੰਦੇ ਸਾਰਾ ਕੁਝ ਕਿਵੇਂ ਹੋ ਗਿਆ? ਕਹਿੰਦੇ ਸਾਧ ਸੰਗਤ ਦੇ ਵਿੱਚ ਜਿਹੜਾ ਹੈਗਾ, ਬ੍ਰਹਮ ਗਿਆਨੀਆਂ ਦੀ ਸੰਗਤ ਦੇ ਵਿੱਚ ਲਿਵ ਲਗਾਉਣ ਦੇ ਨਾਲ ਹੋ ਗਿਆ ਭਾਈ। ਕਹਿੰਦੇ ਸਾਧ ਸੰਗ ਲਿਵ ਲਾਏ ਤਾਂ ਹਮੇਸ਼ਾ ਜਿਹੜਾ ਹੈਗਾ ਤੂੰ ਅਸਲੀ ਜਿਹੜਾ ਹੈਗਾ ਲਾਭ ਲੈ ਸਕੇਗਾ, ਨਹੀਂ ਤਾਂ ਜਿਹੜਾ ਹੈਗਾ ਘਾਟੇ 'ਚ ਜਾਏਗਾ ਪਿਆਰਿਆ। ਜਿਹੜਾ ਮਨੁੱਖ ਸਰੀਰ ਮਿਲਿਆ ਆ ਔਰ ਇਹ ਜਿਹੜਾ ਸੰਜੋਗ ਹੋਇਆ ਆ, ਇਹ ਜਿਹੜਾ ਐਵੇਂ ਹੀ ਤੇਰਾ ਜਿਹੜਾ ਹੈਗਾ ਕੌਡੀਆਂ ਦੇ ਭਾਅ ਚਲੇ ਜਾਣਾ ਆ। ਖਾਟ ਖਜ਼ਾਨਾ ਗੁਣ ਨਿਧ ਹਰੇ, ਨਾਨਕ ਨਾਮ ਧਿਆਏ। ਔਰ ਉਹ ਗੁਣਾਂ ਦਾ ਮਾਲਕ ਜਿਹੜਾ ਹੈਗਾ, ਗੁਣਾਂ ਦਾ ਖਜ਼ਾਨਾ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹਦਾ ਅਸਲੀ ਜਸਬੀਰ ਸਿੰਘ ਜੀ ਮਾਈਕ ਬੰਦ ਕਰ ਦਿਓ। ਤਾਂ ਕਿਸੇ ਬੱਚੇ ਨੇ ਖੋਲ ਲਿਆ ਲੱਗਦਾ ਹੈ। ਜਸਵੀਰ ਮਾਮਾ ਜੀ, ਤੁਹਾਡਾ ਮਾਈਕ ਹੈ ਜਸਵੀਰ ਸਿੰਘ ਜੀ। ਕਰਤਾ ਜੀ ਬੰਦ। ਠੀਕ ਹੈ। ਨਹੀਂ ਜਸਬੀਰ ਤਾਂ ਕਈ ਹੈਗੇ ਜੀ ਆਪਣੇ ਨਾਲ, ਪਤਾ ਨਹੀਂ ਹੁਣ ਕਿਹੜੇ ਆ। ਚਲੋ ਕੋਈ ਗੱਲ। ਖਾਟ ਖਜ਼ਾਨਾ ਗੁਣ ਨਿਧ ਹਰੇ, ਨਾਨਕ ਨਾਮ ਧਿਆਏ। ਕਹਿੰਦੇ ਜਿਹੜਾ ਹੈਗਾ ਅਸਲੀ ਖਜ਼ਾਨਾ ਹੈ ਭਾਈ, ਉਸ ਮਾਲਕ ਪਰਮਾਤਮਾ ਦਾ, ਗੁਣਾਂ ਦੇ ਖਜ਼ਾਨੇ ਮਾਲਕ ਪਰਮਾਤਮਾ ਦਾ, ਨਾਮ ਦਾ ਖਜ਼ਾਨਾ। ਇਹ ਧਿਆਨ ਸਿਮਰਨ ਦੇ ਦੁਆਰਾ ਮਿਲਦਾ ਹੈ ਭਾਈ ਇਹ ਲਾਭ। ਔਰ ਸਾਧ ਸੰਗਤ ਦੇ ਦੁਆਰਾ ਜਿਵੇਂ ਲਿਵ ਲਗਾਉਣੀ ਜਿਹੜਾ ਹੈ, ਜਿਸ ਤਰ੍ਹਾਂ ਅੰਦਰ ਜਿਹੜੀ ਹੈਗੀ ਆ ਆਪਣੇ ਜਿਹੜੀ ਹੈਗੀ ਸੁਰਤ ਨੂੰ ਆਪਣੇ ਆਤਮਾ ਵੱਲ ਨੂੰ ਲਿਜਾਣ ਦੇ ਨਾਲ ਇਹ ਜਿਹੜੀ ਹੈਗੀ ਅਵਸਥਾ ਹੁੰਦੀ ਹੈ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ ਜੀ। ਇਹ ਦੋ ਤੁਕਾਂ 'ਚ ਉਹਨਾਂ ਨੇ ਬਿਲਕੁਲ ਕਲੀਅਰ ਗੱਲ ਕਰਤੀ ਹੈ। ਲਾਭ ਮਿਲੇ ਟੋਟਾ ਹੀਰੇ, ਸਾਧ ਸੰਗਤ। ਹਾਂਜੀ, ਟੋਟਾ ਹੀਰਾ, ਹੀਰਾ ਮਤਲਬ ਹੈ ਚੁਰਾ ਲਿਆ ਜਾਂਦਾ ਹੈ, ਘਾਟਾ। ਹਾਂਜੀ, ਸਾਧ ਸੰਗ ਲਿਵ ਲਾਏ। ਲਾਭ ਮਿਲੇ ਮਤਲਬ ਕਿ ਫਾਇਦਾ ਹੁੰਦਾ ਪਿਆ। ਹਾਂ,
ਤੇ ਟੋਟਾ ਹੀਰੇ ਮਤਲਬ ਜਿਹੜਾ ਘਾਟਾ ਪੈ ਰਿਹਾ ਉਹ ਖਤਮ ਹੋ ਗਿਆ। ਘਾਟਾ ਆਪਾਂ ਇੱਥੇ ਕਿਹੜਾ ਕੋਈ ਵਪਾਰ ਕਰਨੇ ਆ, ਘਾਟੇ ਦਾ ਮਤਲਬ ਕਿ ਔਗਣਾ 'ਚ ਜਾ ਰਹੇ ਸਭ। ਸਵਾਸਾਂ ਦਾ ਘਾਟਾ ਉਹਦੀ ਜਗ੍ਹਾ ਤੇ ਆਪਾਂ ਹੁਣ ਕੀ ਹੋ ਗਿਆ, ਆਪਾਂ ਗੁਣਾ ਲਾ ਗਏ। ਸਾਡੀ ਟੁੱਟੀ ਜਿਹੜੀ ਭੌਤਿਕ ਪਦਾਰਥਾਂ ਦੇ ਵਿੱਚ ਜਾ ਰਹੀ ਸੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰਾਗ, ਦਵੈਤ, ਉਹ ਜਿਹੜਾ ਘਾਟਾ ਪੈ ਰਿਹਾ ਸੀ ਉੱਥੋਂ ਹੀ ਟੁੱਟ ਗਏ। ਬਿਲਕੁਲ। ਤੇ ਲਾਭ ਹੋ ਗਿਆ। ਕੁਰਤੀ ਨੇ ਕੀ ਕੀਤਾ ਕਿ ਚੰਗੀ ਜਗ੍ਹਾ, ਹੁਣ ਜਿਹੜਾ ਨਾਭ ਕਮਲ ਤੁਹਾਨੂੰ ਦੱਸੀ ਦਾ ਥੱਲੇ ਨੂੰ ਚਲ ਗਿਆ। ਸੰਸਾਰ ਦੇ ਵਿੱਚ ਬੈਠੇ ਆ ਸਾਰੇ 99% 95% ਲੋਕ ਕਾਮ ਤੇ ਬੈਠੇ ਆ। ਤੁਸੀਂ 6-7 ਮਹੀਨੇ ਸਾਧਨਾ ਕੀਤੀ, ਤੁਹਾਨੂੰ ਕਾਮ ਕੁਝ ਨਹੀਂ ਕਹਿ ਸਕਦਾ। ਆਪ ਜਸਟ ਦੇਖੋ ਭਗਤੀ 'ਚ ਕਿੰਨਾ ਪਾਵਰ ਹੈ। ਔਰ ਇਹ ਗੱਲਾਂ ਹੀ ਨਹੀਂ ਹੈਗੀਆਂ ਗ੍ਰੰਥਾਂ 'ਚ ਲਿਖੀਆਂ, ਪ੍ਰੈਕਟੀਕਲ ਨੇ ਗੱਲਾਂ। ਜੇ ਹਜੇ ਵੀ ਉਧਰ ਹਜੇ ਵੀ ਬੁੱਧੀ ਪਰੇਸ਼ਾਨ ਕਰ ਰਹੀ ਹੈ, ਲੋਕ ਕੁਝ ਜ਼ਿਆਦਾ ਨੇ, ਉਹਦਾ ਕਾਰਨ ਹੈ ਕਿ ਕੁਝ ਭਗਤੀ 'ਚ ਗੜਬੜ ਹੈ। ਨਹੀਂ ਤੇ ਤੁਹਾਡੀ ਜਦੋਂ ਵੀ ਪ੍ਰਾਣ ਊਰਜਾ ਉੱਪਰ ਨੂੰ ਗਈ ਤੇ ਸਮਝ ਲਓ ਕਿ ਤੁਹਾਡੇ ਜੀਵਨ 'ਚ ਰੂਪਾਂਤਰਨ ਚੇਂਜ ਹੋ ਜਾਣਾ। ਬਿਲਕੁਲ ਇਹ ਤੇ ਕਲੀਅਰ ਕੱਟ ਗੱਲਾਂ ਨੇ, ਸੋਲਿਡ ਫਾਰਮੂਲੇ ਨੇ। ਜਦੋਂ ਵੀ ਤੁਹਾਡੀ ਪ੍ਰਾਣ ਊਰਜਾ ਉੱਪਰ ਨੂੰ ਗਈ, ਇਹ ਔਗਣ ਤੁਹਾਡੇ ਤੋਂ ਆਟੋਮੈਟਿਕਲੀ ਛੁੱਟ ਜਾਣੇ। ਹੁਣ ਕਹਿੰਦੇ ਆ ਕਿ ਸਾਧ ਸਿੰਘ ਲਿਵਲਾਏ। ਹੁਣ ਲੇਵ ਦਾ ਸੰਗਤ ਦਾ ਬੜਾ ਪ੍ਰਭਾਵ ਹੁੰਦਾ ਹੈ। ਸੰਗਤ ਤੋਂ ਬਿਨਾਂ ਕਿੱਥੋਂ ਰੰਗਤ ਆਉਣੀ। ਹੁਣ ਸਿੱਪੀ ਚ ਸ਼ਕਤੀ ਹੁੰਦੀ ਆ, ਉਹ ਮੋਤੀ ਬਣਾ ਸਕਦੀ ਆ, ਪਰ ਮੋਤੀ ਉਹਨਾਂ ਚਿਰ ਤੱਕ ਨਹੀਂ ਬਣਦਾ ਜਿੰਨਾ ਚਿਰ ਤੱਕ ਉਹਦੇ ਅੰਦਰ ਰੇਤਾ ਦਾ ਕਣ ਨਹੀਂ ਜਾਂਦਾ। ਨੇਜਰ ਸਾਹਿਬ, ਹੁਣ ਇਹ ਸਾਧ ਸੰਗਤ ਕੀ ਕਰਦੀ ਹੈ, ਬਾਰ-ਬਾਰ ਤੁਹਾਡੇ ਅੰਦਰ, ਤੁਹਾਡੇ ਚਿੱਤ 'ਚ ਇਹੀ ਕਰਦੇ ਕੀ ਪਏ ਆ, ਤੁਹਾਡੇ ਚਿੱਤ 'ਚ ਇਹੀ ਨਾ ਹਲਚਲ ਪੈਦਾ ਕਰ ਰਹੇ ਸੰਗਤ ਦੇ ਰਾਹੀਂ, ਗੁਰਬਾਣੀ ਦੇ ਰਾਹੀਂ। ਇਹ ਗੁਰੂਆਂ ਨੇ ਸਾਡੇ ਅੰਦਰ ਜਿਹੜੇ ਸਾਡੇ ਮੈਸੇਜ ਦਿੱਤੇ ਆ, ਅਸਲ 'ਚ ਕੀ ਕਹਿਣਾ ਚਾਹੁੰਦੇ ਆ, ਅਸੀਂ ਉਹ ਮੈਸੇਜ ਤੁਹਾਨੂੰ ਕਨਵੇ ਕਰਦੇ ਹਾਂ। ਇਹਦੇ ਨਾਲ ਕੀ ਹੋਣਾ ਕਿ ਤੁਹਾਡੇ ਚਿੱਤ ਦੇ ਅੰਦਰ ਨਾ ਇੱਕ ਹਲਚਲ ਪੈਦਾ ਹੋਣੀ। ਜਿੱਦਾਂ ਮਤਲਬ ਕੋਈ ਵੀ ਚੀਜ਼ ਆਪਾਂ ਸੁਣਦੇ ਹਾਂ, ਉਹ ਹੈ ਤੇ ਨਹੀਂ ਹੈ ਨਾ ਕਿ ਫੋਕੇ ਫੈਰ ਹੋ ਜਾਂਦੇ, ਉਹ ਅੰਦਰ ਤੇ ਜਾਂਦੀ ਹੈ ਨਾ, ਉਹ ਕੰਨਾਂ ਦੇ ਰਾਹੀਂ ਤੁਹਾਡੇ ਅੰਦਰ ਵੱਢ ਰਹੀ ਹੈ ਚੀਜ਼। ਇਹਨੇ ਕੀ ਕਰਨਾ ਕਿ ਉਹ ਸਿੱਪੀ ਦੇ ਮੋਤੀ ਵਾਂਗੂ ਤੁਹਾਡੇ ਅੰਦਰ ਪ੍ਰੋਸੈਸ ਸ਼ੁਰੂ ਕਰ ਦੇਣਾ। ਤੁਹਾਨੂੰ ਸੋਚ ਵਿਚਾਰ ਵੀ ਦੇਣੀ ਆ, ਤੁਹਾਨੂੰ ਥੋੜਾ ਜਿਹਾ ਕੁਝ ਸਮਾਂ ਦੀ ਸੰਗਤ ਕੀਤੀ, ਤੁਹਾਨੂੰ ਖੁਦ ਪਤਾ ਲੱਗਣ ਜਾਣਾ ਵਾ ਕਿ ਬਾਣੀ ਤੇ ਕੁਝ ਹੋਰ ਕਹਿੰਦੀ ਹੈ ਤੇ ਮੈਂ ਕੁਝ ਹੋਰ ਕਰ ਰਿਹਾ। ਸਾਡੇ ਅੰਦਰ ਚਿੰਤਨ ਹੋਣਾ ਹੈ, ਉਹ ਹਮੇਸ਼ਾ ਹੀ ਆਊਗਾ, ਕਿਉਂਕਿ ਸੰਗਤ ਨੇ ਰੰਗਤ ਲਿਆਉਣੀ। ਹੁਣ ਤੁਸੀਂ ਬੁਰੀ ਸੰਗਤ ਸੁਣਦੇ ਜੋ, ਤੁਸੀਂ ਕਹਿੰਦੇ ਜੋ ਉਹ ਲੋਕੀ ਕਹਿੰਦੇ ਨੇ ਬੜੀ ਵਧੀਆ ਫਿਲਮ ਲੱਗੀ ਹੈ, ਉੱਥੇ ਬੜਾ ਵਧੀਆ ਡਾਂਸ ਹੁੰਦੇ ਆ, ਫਲਾਣਾ ਕੰਮ, ਉਲਟੇ ਪੁਲਟੇ ਜੋ ਵੀ ਹੈ, ਉਹ ਕੰਨ ਸੁਣ ਕੇ ਅਸੀਂ ਉਸ ਉਧਰ ਅਟਰੈਕਟ ਹੁੰਦੇ ਹਾਂ। ਇਸੇ ਹੀ ਤਰ੍ਹਾਂ ਅਧਿਆਤਮਕ ਦੇ ਵਿੱਚ ਜਦੋਂ ਆਪਾਂ ਗੱਲਾਂ ਸੁਣਦੇ ਹਾਂ, ਸੰਗਤ ਜਿਹੜੀ ਸਹੀ ਸੰਗਤ ਹੈ, ਇਹ ਨਹੀਂ ਕੋਈ ਵੀ ਸੰਗਤ 'ਚ ਵੜ ਜਾਓ, ਮਨਮੁੱਖਾਂ ਦੀ ਸੰਗਤ 'ਚ ਵੜ ਕੇ ਉੱਥੇ ਤੋਂ ਕੁਝ ਹੋਰ ਲੱਭ ਜਾਣਾ ਤੁਹਾਨੂੰ। ਉੱਥੇ ਨਹੀਂ, ਕਿਤੇ ਸਹੀ ਸੰਗਤ ਆ, ਉਹ ਕੀ ਕਰਦੀ ਆ, ਤੁਹਾਡੇ ਚਿੱਤ 'ਚ ਹਲਚਲ ਪੈਦਾ ਕਰਦੀ। ਉਹਨੇ ਹਲਚਲ ਕਰਨੀ ਆ। ਹਲਚਲ ਦੇ ਨਾਲ ਕੀ ਹੋਣਾ, ਜਿੱਦਾਂ ਸਿੱਪੀ ਦੇ ਅੰਦਰ ਸ਼ਕਤੀ ਹੈਗੀ ਆ, ਮੋਤੀ ਬਣਾ ਸਕਦੀ ਹੈ, ਪਰ ਉਹਨਾਂ ਚਿਰ ਤੱਕ ਮੋਤੀ ਨਹੀਂ ਬਣਾ ਸਕਦੀ ਜਿੰਨਾ ਚਿਰ ਤੱਕ ਉਹਦੇ ਅੰਦਰ ਰੇਤਾ ਦਾ ਕਣ ਨਹੀਂ ਹੁੰਦਾ। ਇਸੇ ਤਰ੍ਹਾਂ ਬਾਣੀ ਕੀ ਕਰਦੀ ਹੈ, ਸਾਡੇ ਚਿੱਤ 'ਚ ਹਲਚਲ ਪੈਦਾ ਕਰਦੀ ਹੈ। ਔਰ ਜਦੋਂ ਹਲਚਲ ਪੈਦਾ ਹੋ ਜਾਂਦੀ ਹੈ ਤਾਂ ਫਿਰ ਵਿਚਾਰ ਪੈਦਾ ਹੁੰਦਾ। ਉਹ ਵਿਚਾਰ ਪੈਦਾ ਹੁੰਦਾ, ਮਨ ਉਹਨੂੰ ਵੇਂਦਾ। ਕਈ ਵਾਰੀ ਮਨ ਛੱਡ ਵੀ ਦਿੰਦਾ ਹੈ ਕਿ ਛੱਡੋ ਖੜਾ, ਇੱਥੇ ਕਿਹੜੀ ਗੱਲ ਹੈ, ਰਹਿਣ ਦਿਓ। ਪਰ ਜਦੋਂ ਬਾਰ-ਬਾਰ ਗੱਲ ਆਉਂਦੀ ਆ, ਆਪ ਜਸਟ ਦੇਖੋ ਸੰਗਤ ਦਾ ਕੀ ਫਰਕ ਹੁੰਦਾ ਹੈ। ਹੁਣ ਜਦੋਂ ਵੱਡੀਆਂ ਪਹਾੜੀਆਂ ਨੂੰ ਵੀ ਪਾਣੀ ਕੱਟ ਦਿੰਦਾ, ਬਿਲਕੁਲ ਬਰੀਕੀ ਦੇ ਨਾਲ ਸੰਗਤ ਵੀ ਏਦਾਂ ਹੀ ਕਰਦੀ ਹੈ। ਕਿਉਂਕਿ ਸੰਗਤ ਜਦੋਂ ਵੀ ਬੰਦਾ ਕਰਦਾ ਹੈ ਨਾ, ਹੌਲੀ ਹੌਲੀ ਉਹਨੇ ਅਸਰ ਕਰਨਾ ਹੀ ਹੁੰਦਾ, ਕਿਉਂਕਿ ਨਿਰਮਲ ਧਾਰਾ ਹੈ। ਇਹ ਨਹੀਂ ਆ ਕਿ ਢੱਬਲ ਥੋੜੇ ਦਾ ਤਾਂ ਕੰਮ ਹੀ ਨਹੀਂ ਹੈਗਾ, ਤੇ ਬਹੁਤ ਭਾਈ ਦੇ ਨਾਲ ਔਰ ਹੌਲੀ ਹੌਲੀ ਆਪਣਾ ਕੰਮ ਕਰ। ਪਰ ਜਿੰਨੀ ਉਹ ਕਰਾਈ ਜਾਂਦੀ ਹੈ, ਫਿਰ ਇੱਕ ਸਮਾਂ ਆਉਂਦਾ ਪੱਥਰ ਦੇ ਵਿੱਚ ਵੀ ਕੱਟ ਲਾ ਜਾਂਦਾ ਪਾਣੀ। ਇਸੇ ਤਰ੍ਹਾਂ ਸੰਗਤ ਹੈ, ਕਿਉਂਕਿ ਲਫ਼ਜ਼ ਤੇ ਹੈਗੇ ਤੁਹਾਡੇ ਅੰਦਰ, ਚੰਗੇ ਤੇ ਮਾੜੇ ਲਫ਼ਜ਼। ਔਰ ਜਦੋਂ ਥੋੜਾ ਜਿਹੀ ਉਹ ਕਈ ਵਾਰੀ ਹੁੰਦਾ, ਥੋੜਾ ਚਿੱਤ ਜ਼ਿਆਦਾ ਗੰਦਾ ਮੰਦਾ ਹੋਵੇ ਤੇ ਥੋੜੀ ਸੰਗਤ ਕੀਤਾ ਗੱਲ ਨਹੀਂ ਬਣਦੀ, ਕਿਉਂਕਿ ਘਾਹ ਹੀ ਬੜਾ ਹੋ ਗਿਆ ਉੱਥੇ। ਹੁਣ ਤੁਸੀਂ ਇੱਕ 40-50 ਸਾਲ ਇੱਕ ਪਲਾਟ 'ਚ ਨਾ ਵੜੇ ਹੋਗੇ ਤੇ ਤੁਸੀਂ 2 ਮਿੰਟਾਂ 'ਚ ਥੋੜੀ ਘਾਹ ਪੁੱਟ ਦੋਗੇ। ਨੇਜਰ ਸਾਹਿਬ, ਬਿਲਕੁਲ। ਹਾਂਜੀ ਨੇਜਰ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ? ਹਾਂਜੀ, ਬਿਲਕੁਲ, ਬਹੁਤ ਵਧੀਆ। ਹਾਂ, ਹੁਣ ਕੋਈ ਕੰਮ ਆਪਾਂ ਕਾਫੀ ਲੌਂਗ ਟਾਈਮ ਤੋਂ ਕੀਤਾ ਹੀ ਨਹੀਂ ਆ। ਹੁਣ ਇਹ ਤੇ ਨਹੀਂ ਹੈ ਕਿ 2-4 ਮਿੰਟ ਦੀ ਸੰਗਤ ਦੇ ਨਾਲ ਹੀ ਸਾਡੇ ਅੰਦਰ ਅਸੀਂ ਬ੍ਰਹਮ ਗਿਆਨੀ ਬਣਨ ਦੀ ਭਾਵਨਾ ਪੈਦਾ ਹੋ ਜਾਣੀ, ਪਰ ਇਹ ਆ ਕਿ ਹਜੇ ਬਣੀ ਨਹੀਂ ਹੈ। ਪਰ ਲਗਾਤਾਰ ਸੰਗਤ ਕਰਨ ਦੇ ਨਾਲ ਸਾਡੇ ਮਨ 'ਚ ਨਾ ਉਹ ਆ ਜਾਂਦਾ, ਇੰਟਰਸਟ ਆ ਜਾਂਦਾ। ਉਹ ਜਦੋਂ ਇੱਕ ਇੰਟਰਸਟ ਤੇ ਆਉਣ ਦੀ ਗੱਲ ਆ, ਜਦੋਂ ਸਾਨੂੰ ਕਿਸੇ ਕੰਮ ਨੂੰ ਕਰਨ 'ਚ ਮਜ਼ਾ ਆਉਣ ਡਿਆ ਪਏ ਨਾ, ਫਿਰ ਉਹ ਕੰਮ ਅਸੀਂ ਬੜੀ ਖੁਸ਼ੀ ਨਾਲ ਕਰਨਾ। ਹੁਣ ਘਰਾਂ 'ਚ ਆ, ਜੇਕਰ ਔਰਤ ਖੁਸ਼ੀ ਨਾਲ ਕੰਮ ਕਰੇ, ਸਾਰਾ ਦਿਨ ਕੰਮ ਕਰੇ, ਉਹਨੂੰ ਥੱਕਣਾ ਨਹੀਂ, ਉਹਨੇ ਲੋੜ ਤੋਂ ਜ਼ਿਆਦਾ ਕੰਮ ਕਰੂਗੀ। ਪਰ ਜਦੋਂ ਉਹਨੂੰ ਇਹ ਪਤਾ ਲੱਗਾ ਕੰਮ ਨੂੰ ਬੋਝ ਸਮਝਣਾ ਸ਼ੁਰੂ ਕਰਤਾ, ਤੇ ਫਿਰ ਉਹਨੇ ਥੋੜਾ ਜਿਹਾ ਕੰਮ ਕਰਕੇ ਵੀ ਥੱਕ ਜੂ। ਉਹ ਹਿਸਾਬ ਸਾਡਾ। ਜੇਕਰ ਅਸੀਂ ਖੁਸ਼ੀ ਨਾਲ ਕੰਮ ਕਰਦੇ ਹਾਂ ਤਾਂ ਭਾਵੇਂ ਜਿੰਨਾ ਮਰਜ਼ੀ ਕੰਮ ਕਰਾ ਲਓ, ਤੇ ਜੇਕਰ ਸਾਡਾ ਦਿਲ ਹੀ ਨਹੀਂ ਕਰਦਾ, ਮਜਬੂਰੀ ਨਾਲ ਕਰਾਂਗੇ, ਫਿਰ ਕੰਮ ਤੇ ਕਰਾਂਗੇ ਪਰ ਸਾਡਾ ਇੰਟਰਸਟ ਨਹੀਂ ਹੈਗਾ, ਬੋਝ ਹੈ।
ਤੇ ਇਸੇ ਤਰ੍ਹਾਂ ਜਦੋਂ ਆਪਾਂ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਫਿਰ ਸਾਡਾ ਮਨ ਕਰਦਾ ਹੋਰ ਸਾਧਨਾ ਕੀਤੀ ਜਾਵੇ, ਹੋਰ ਸਾਧਨਾ ਕੀਤੀ ਜਾਵੇ। ਉਹ ਖੇੜਾ ਵੱਧਦਾ ਹੀ ਜਾਂਦਾ ਖੇੜਾ। ਇਸ ਲਈ ਬਾਣੀ 'ਚ ਕਿਹਾ ਵਾ ਨਾ, ਸਾਹਿਬ ਮੇਰਾ ਨੀਤ ਨਵਾਂ। ਉਹ ਜਿਵੇਂ ਜਿਵੇਂ ਆਪਾਂ ਉਹਦੇ ਲਈ ਜਾਂਦੇ ਹਾਂ, ਨਿਤ ਨਵਾਂ ਨਵੇਂ ਰੂਪ ਪ੍ਰਗਟ ਹੋਈ ਜਾਂਦੀ ਹੈ ਸ਼ਕਤੀ, ਉਹ ਸਾਡੇ ਜੀਵਨ 'ਚ ਉਚਾਈ ਆਈ ਜਾਂਦੀ ਹੈ। ਠੀਕ ਹੈ ਜੀ ਜੋਸਫ, ਅਗਲੀ ਤੁਕ ਬੋਲੀਏ। ਹਾਂ, ਅੱਗੇ ਜ਼ਰੂਰੀ ਹੈਗਾ ਜੀ ਗੁਰਕੀ ਸਾਹਿਬ, ਕਿਉਂਕਿ ਅੱਗੇ ਜਿਹੜਾ ਹੈਗਾ ਇਹ ਸਾਧ ਸੰਗਤ ਦੀ ਹੀ ਗੱਲ ਹੋ ਰਹੀ ਹੈ। 7ਵਾਂ ਜਿਹੜਾ ਹੈਗਾ ਸ਼ਲੋਕ, ਸੰਤ ਮੰਡਲ ਹਰ ਜਸ ਕਥੈਂ ਬੋਲੇ ਸਤ ਸੁਭਾਏ। ਕਹਿੰਦੇ ਦੇਖ ਲਓ ਭਾਈ, ਇਹ ਸਾਧ ਸੰਗਤ ਦੇ ਵਿੱਚ ਸੰਤ ਮੰਡਲੀ ਕੀ ਕਰਦੀ ਹੈ? ਕਹਿੰਦੇ ਪਰਮੇਸ਼ਰ ਦਾ ਜਸ ਕਰਦੀ ਹੈ, ਪਰਮੇਸ਼ਰ ਦਾ ਜਸ ਬੋਲਦੀ ਹੈ, ਔਰ ਸਤ ਸੁਭਾਏ ਬਿਲਕੁਲ ਅੰਦਰੋਂ ਬਾਹਰੋਂ ਇੱਕ ਹੋ ਕੇ ਬੋਲਦੀ ਹੈ। ਸਹਿਜ ਸੁਭਾਏ ਸਤ ਭਾਵਨਾ ਦੇ ਨਾਲ ਜਿਹੜਾ ਹੈਗਾ ਸਾਰੀਆਂ ਮਨ ਚਿੱਤ ਬੁੱਧੀ ਸਾਰੀ ਲਗਾ ਕੇ ਜਿਹੜੀ ਹੈਗੀ ਇਹ ਸ਼ੁਭ ਭਾਵਨਾ ਦੇ ਨਾਲ ਸਤ ਭਾਵਨਾ ਦੇ ਨਾਲ ਜਿਹੜੀ ਹੈਗੀ ਆ ਇਹ ਪਰਮੇਸ਼ਰ ਦਾ ਜਸ ਸੰਤ ਮੰਡਲੀ ਬੋਲਦੀ ਆ। ਇੱਥੇ ਕੀ ਹੋਏਗਾ? ਨਾਨਕ ਮਨ ਸੰਤੋਖੀਏ ਏਕ ਸਿਉ ਲਿਵ ਲਾਏ। ਕਹਿੰਦੇ ਤੇਰਾ ਮਨ ਸੰਤੋਖ ਦੇ ਵਿੱਚ ਆ ਜਾਏਗਾ ਪਿਆਰਿਆ, ਔਰ ਇੱਕ ਦੇ ਨਾਲ ਤੇਰੀ ਲਿਵ ਲੱਗ ਜਾਏਗੀ ਜੇ ਤੂੰ ਜਿਹੜਾ ਹੈਗਾ ਇਹ ਸੰਤ ਮੰਡਲ ਦੇ ਵਿੱਚ ਜਾਏਗਾ, ਸਾਧ ਸੰਗਤ ਦੇ ਵਿੱਚ ਪਰਮੇਸ਼ਰ ਦਾ ਜਸ ਜੋ ਕਰ ਰਹੇ ਆ ਉਹ, ਜੇ ਉਹਦੇ ਨਾਲ ਉਹਨਾਂ ਦੇ ਨਾਲ ਜਿਹੜਾ ਹੈਗਾ ਤੂੰ ਵੀ ਜਾ ਕੇ ਜਿਹੜਾ ਹੈਗਾ ਜਸ ਕਰਨ ਲੱਗ ਪਏਗਾ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ ਜੀ। ਵੇਖ ਲਓ ਸੰਗਤ ਨੇ ਕਿੰਨਾ ਅਸਰ ਕੀਤਾ। ਬਾਣੀ ਉਸੇ ਚੀਜ਼ ਨੂੰ ਸਮਝਾ ਰਹੀ ਹੈ। ਸੰਤ ਮੰਡਲ ਹਰ ਜਸ ਕਥੇ ਕਥ ਬੋਲੀਏ ਸਤ ਸੁਭਾਏ। ਜਦੋਂ ਵੇਖ ਲਓ ਆਪਾਂ ਹਾਂਜੀ, ਸੰਤ ਮੰਡਲ ਹਰ ਜਸ ਕਥੈਂ ਮਤਲਬ ਬਹੁਤ ਸਾਰੇ ਹੈਗੇ ਕਥਨ ਵਾਲੇ, ਤੇ ਬੋਲੇ ਸਤ ਸੁਭਾਏ ਬਿਲਕੁਲ ਜਿਹੜੀ ਸੱਚੀ ਭਾਵਨਾ ਦੇ ਨਾਲ ਜਿਹੜੇ ਹੈਗੇ ਉਹ ਬੋਲਦੇ ਆ ਭਾਈ ਪਰਮੇਸ਼ਰ ਦਾ ਜਸ। ਹਾਂਜੀ ਵੀਰ ਬਿਲਕੁਲ ਠੀਕ ਹੈ। ਸੰਤ ਮੰਡਲ ਦਾ ਮਤਲਬ ਹੁੰਦਾ ਕਿ ਮੰਡਲੀਆਂ, ਜਿੱਦਾਂ ਸੰਗਤ ਮਤਲਬ ਹੁੰਦਾ ਜਿੱਥੇ ਦੋ ਬੰਦੇ ਹੋ ਜਾਣ, ਬਸ ਕੱਲਾ ਤੇ ਕੱਲਾ ਹੀ ਆ। ਜਿੱਥੇ ਆਪਾਂ ਕੋਈ ਪ੍ਰਮਾਤਮਾ ਦੀ ਗੱਲ ਕਰਦੇ ਆ, ਇਹ ਵੀ ਤਾਂ ਆਪਣਾ ਸਤਸੰਗ ਹੀ ਆ, ਇਹ ਵੀ ਮੰਡਲੀ ਹੈ, ਮੇਰੇ ਨਾਲ ਮੰਡਲੀ ਹੈ ਹਨਾ। ਆਪਾਂ ਸਾਰੇ ਬੈਠੇ ਆ ਔਰ ਜਸ ਕਿਤੇ ਗਾ ਰਹੇ ਆ ਪਰਮਾਤਮਾ ਦਾ, ਤੇ ਉੱਥੇ ਸੱਚ ਬੋਲਣਾ। ਇੱਥੇ ਆਪਾਂ ਕੋਈ ਆਪਣੇ ਕੋਲ ਨਾ ਤੇ ਜੋੜਨਾ ਨਾ ਆਪਾਂ ਤੋੜਨਾ। ਜੋ ਸੱਚ ਹੈਗਾ ਉਹਨੂੰ ਉਸਦੇ ਰੂਪ ਵਿੱਚ ਪ੍ਰਗਟ ਕਰਨਾ, ਉਹ ਮੰਡਲੀ ਜਿਹੜੀ ਬਿਲਕੁਲ ਠੀਕ ਹੈ। ਹਾਂਜੀ ਨਿੱਜਾ ਸਾਹਿਬ ਅੱਗੇ ਬੋਲੀਏ। ਨਾਨਕ ਮਨ ਸੰਤੋਖੀਏ ਏਕ ਸਿਉ ਲਿਵ ਲਾਏ। ਕਹਿੰਦੇ ਮਨ ਤੇਰਾ ਸੰਤੋਖ ਦੇ ਵਿੱਚ ਆ ਜਾਏਗਾ, ਇੱਕ ਮਾਲਕ ਪਰਮਾਤਮਾ ਦੇ ਨਾਲ ਤੇਰੀ ਲਿਵ ਲੱਗ ਜਾਏਗੀ ਭਾਈ, ਜੇ ਤੂੰ ਜਿਹੜਾ ਹੈਗਾ ਤੂੰ ਵੀ ਜਿਹੜਾ ਹੈਗਾ ਇਹ ਸੰਤ ਮੰਡਲੀ ਇਹ ਸਤਸੰਗ ਦੇ ਵਿੱਚ ਜਿਹੜੇ ਆ ਇਹ ਸੰਗਤ ਦੇ ਵਿੱਚ ਜਾਏਗਾ ਤਾਂ। ਹਾਂਜੀ ਵੀਰ ਬਿਲਕੁਲ ਠੀਕ ਹੈ। ਉਹ ਕਹਿੰਦੇ ਕਿ ਜਦੋਂ ਤੁਸੀਂ ਉੱਥੇ ਸੰਤ ਮੰਡਲ ਜਿਹੜੀ ਮੰਡਲੀ 'ਚ ਚਲ ਗਏ, ਹਰ ਜਸ ਕਥੋ ਹਰ ਦਾ ਜਸ ਗਾਇਆ, ਤੇ ਉੱਥੇ ਸੱਚ ਹੀ ਪ੍ਰਗਟ ਜੇਕਰ ਕਰ ਰਹੇ ਨੇ, ਸੱਚ ਉੱਥੇ ਹੈਗਾ ਤੇ ਮੰਨ ਲਓ, ਫਿਰ ਕੀ ਹੋਊਗਾ? ਤੇ ਉਹ ਮੰਡਲੀ 'ਚ ਐ ਨਹੀਂ ਕਿ ਕੋਈ ਵੀ ਮੰਡਲੀ 'ਚ ਵੜ ਜਾਓ। ਉਹ ਕਹਿੰਦੇ ਜੇ ਸੱਚ ਦਾ ਉੱਥੇ ਗੱਲਬਾਤ ਹੈਗੀ ਆ, ਸੱਚਾ ਵਾ ਉੱਥੇ ਕੰਮ ਸਭ ਕੁਝ, ਤੇ ਦੂਜੀ ਲਾਈਨ 'ਚ ਉਹ ਦੱਸਿਆ ਕਿ ਫਿਰ ਕੀ ਹੋਊਗਾ? ਨਾਨਕ ਮਨ ਸੰਤੋਖੀਏ ਏਕ ਸਿਉ ਲਿਵ ਲਾਏ। ਠੀਕ ਹੈ ਨਾ ਦੇਖੋ, ਬਿਲਕੁਲ। ਹਾਂਜੀ, ਸਤ ਸੁਭਾਏ ਦਾ ਮਤਲਬ ਹੈ ਸੱਚੀ ਭਾਵਨਾ ਦੇ ਨਾਲ। ਸਤ ਸੁਭਾਏ ਬੋਲੇ ਸਤ ਸੁਭਾਏ, ਕਿਉਂਕਿ ਸੰਤ ਮੰਡਲ ਜਿਹੜੇ ਹੈਗੇ, ਜਿਹੜੇ ਭਗਤੀ ਕਰਨ ਵਾਲੇ ਹੈਗੇ, ਉਹ ਤਾਂ ਸੱਚੀ ਭਾਵਨਾ ਦੇ ਨਾਲ ਭਗਤੀ ਕਰ ਰਹੇ ਆ। ਤੇ ਕਹਿੰਦੇ ਉੱਥੇ ਤਾਂ ਜਿਹੜਾ ਤੇਰੇ ਉੱਤੇ ਚੇਂਜ ਆਉਣਾ ਜ਼ਰੂਰੀ ਹੈਗਾ। ਜੇ ਤੇਰੇ ਅੰਦਰ ਗਿੱਲ ਹੈਗੀ ਆ, ਤੇਰੇ ਅੰਦਰ ਧਰਤੀ ਜਿਹੜੀ ਹੈਗੀ ਹੈ, ਧਰਤੀ ਜਿਹੜੀ ਉਪਜਾਊ ਹੈਗੀ ਆ, ਤੇ ਤੇਰੇ ਨੂੰ ਸੰਤੋਸ਼ ਆਉਣਾ ਹੀ ਆਉਣਾ ਹੈ, ਤੇਰੀ ਲਿਵ ਲੱਗਣੀ ਹੈ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ। ਉੱਥੇ ਉਹਦਾ ਲਾਈਨ 'ਚ ਗੱਲ ਕਰਕੇ ਫਿਰ ਥੱਲੇ ਨਾਲ ਹੀ ਰਿਜ਼ਲਟ ਦਿੱਤਾ ਹੈ। ਜ਼ਿਆਦਾ ਸਮਾਂ ਨਹੀਂ ਕਹਿੰਦੇ ਲੱਗੇਗਾ, ਤੇਰੇ ਫਿਰ ਜੀਵਨ 'ਚ ਇੱਕ ਚੀਜ਼ ਆਊਗੀ, ਨਾਨਕ ਮਨ ਸੰਤੋਖੀ। ਤੇਰੇ ਮਨ ਦੇ ਅੰਦਰ ਸੰਤੋਖ ਆ ਜਾਊਗਾ, ਇੱਕ ਉਹ ਲਿਵ ਲਾਏ, ਤੇ ਤੇਰੀ ਲਿਵ ਜਿਹੜੀ ਇੱਕ ਨਾਲ ਲੱਗ ਜਾਏਗੀ। ਇੱਕ ਤਾਂ ਲਿਵ ਦਾ ਮਤਲਬ ਬ੍ਰਹਮ ਦੇ ਨਾਲ, ਨਿਰੰਕਾਰ ਬ੍ਰਹਮ ਦੇ ਨਾਲ ਤੇਰੀ ਲਿਵ ਲੱਗ ਜਾਏਗੀ। ਐਸੀ ਲਿਵ ਲੱਗੇਗੀ ਉੱਥੋਂ ਨਿਕਲਣੀ ਨਹੀਂ ਮੁੜ ਕੇ, ਪੱਕੀ ਲੱਗ ਜਾਏਗੀ। ਠੀਕ ਹੈ ਨਾ ਸਾਹਿਬ? ਹਾਂਜੀ ਬਿਲਕੁਲ। ਇਹਨੂੰ ਇਸੇ ਨੂੰ ਹੁਣ ਅੱਗੇ ਪੌੜੀ ਦੇ ਵਿੱਚ ਮਹਾਰਾਜ ਦੱਸ ਰਹੇ ਆ। ਸਪਤਮ ਕਹਿੰਦੇ 7ਵੀਂ ਤਰੀਕ 7ਵੀਂ ਹੋਈ ਆ, ਦੇਖ ਲਓ ਹਾਲੇ। ਸੰਚੋ ਨਾਮ ਧਨ, ਕਹਿੰਦੇ ਨਾਮ ਧਨ ਇਕੱਠਾ ਕਰੋ, ਟੁੱਟ ਨਾ ਜਾਏ ਭੰਡਾਰ। ਕਹਿੰਦੇ ਇਹਦੇ ਭੰਡਾਰੇ ਨਹੀਂ ਟੁੱਟ ਸਕਦੇ, ਨਾਮ ਧਨ ਦੇ ਭੰਡਾਰੇ। ਇਹ ਜਿੰਨਾ ਮਰਜੀ ਇਕੱਠਾ ਕਰ ਲੈ, ਜਿੰਨਾ ਮਰਜੀ ਖਰਚ ਲਾ ਇਹਨੂੰ। ਸੰਤ ਸੰਗਤ ਮੈਂ ਪਾਈਏ ਅੰਤ ਨਾ ਪਾਰਾਵਾਰ। ਕਹਿੰਦੇ ਸੰਤ ਸੰਗਤ ਜਿਹੜੀ ਸਤ ਸੰਗਤ ਦੇ ਵਿੱਚ ਮਿਲਦਾ ਹੈ ਭਾਈ,
ਬ੍ਰਹਮ ਗਿਆਨੀਆਂ ਦੀ ਸੰਗਤ ਦੇ ਵਿੱਚ ਸੰਤ ਸੰਗਤ ਮੈਂ ਪਾਈ ਹੈ ਅੰਤ ਨਾ ਪਾਰਾਵਾਰ। ਕਹਿੰਦੇ ਬ੍ਰਹਮ ਗਿਆਨ ਹੋਣਾ ਚਾਹੀਦਾ ਹੈ ਇੱਥੇ। ਜਿਹੜੇ ਸਾਧ ਸੰਗਤ ਜਿਹੜੇ ਆ ਸੰਤ ਮੰਡਲੀ ਹੈਗੀ ਆ ਉਹ ਬ੍ਰਹਮ ਗਿਆਨ ਜਿਹੜਾ ਹੈਗਾ ਉਹਦੇ ਦੁਆਰਾ ਜਿਹੜੀ ਹੈਗੀ ਆ ਇਹ ਭਗਤੀ ਜਿਹੜੀ ਹੈਗੀ ਆ ਹੋਣੀ ਆ। ਸੰਤ ਸੰਗਤ ਮੈਂ ਪਾਈ ਹੈ ਅੰਤ ਨਾ ਪਾਰਾਵਾਰ। ਕਹਿੰਦੇ ਉਹ ਮਾਲਕ ਪਰਮਾਤਮਾ ਦਾ ਅੰਤ ਔਰ ਪਾਰਾਵਾਰ ਨਹੀਂ ਹੈਗਾ। ਇਹ ਐਸੇ ਨਾਮ ਦੇ ਖਜ਼ਾਨੇ ਮਿਲਦੇ ਆ ਭਾਈ ਜਿਹੜੇ ਭੰਡਾਰੇ ਕਦੀ ਟੁੱਟਦੇ ਨਹੀਂ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਨਿਜਰ ਸਾਹਿਬ। ਹੁਣ ਇੱਕ ਤੋਂ ਬੋਲਦੇ ਦੁਬਾਰਾ। ਸਪਤਮ ਸੰਚੋ ਨਾਮ ਧਨ। ਕਹਿੰਦੇ ਨਾਮ ਧਨ ਨੂੰ ਇਕੱਠਾ ਕਰੋ, ਸੰਚਨ ਕਰੋ, ਟੁੱਟ ਨਾ ਜਾਏ ਭੰਡਾਰ। ਕਹਿੰਦੇ ਇਹਦੇ ਭੰਡਾਰ ਇਹ ਟੁੱਟ ਨਹੀਂ ਸਕਦੇ, ਇਹ ਖਤਮ ਨਹੀਂ ਹੋ ਸਕਦਾ। ਇਹ ਨਾਮ ਧਨ ਐਸਾ ਧਨ ਹੈ ਜਿੰਨਾ ਖਰਚਾਂਗੇ ਜਿੰਨਾ ਯੂਜ਼ ਕਰਾਂਗੇ ਉਨਾ ਹੀ ਵਧੂਗਾ। ਸੰਤ ਸੰਗਤ ਮੈਂ ਪਾਈ ਹੈ ਅੰਤ ਨਾ ਪਾਰਾਵਾਰ। ਕਹਿੰਦੇ ਸੰਤ ਸੰਗਤ ਦੇ ਵਿੱਚ ਨਾਮ ਧਨ ਮਿਲਦਾ ਹੈ ਔਰ ਉਹ ਮਾਲਕ ਪਰਮਾਤਮਾ ਵੀ ਜਿਹਦਾ ਕਿ ਅੰਤ ਔਰ ਪਾਰਾਵਾਰ ਨਹੀਂ ਹੈਗਾ। ਬਿਲਕੁਲ ਠੀਕ ਹੈ। ਉਹ ਕਹਿੰਦੇ ਕਿ ਐਸਾ ਖਜ਼ਾਨਾ ਮਿਲ ਜਾਏਗਾ ਵੱਧਦਾ ਹੀ ਜਾਣਾ। ਹਾਂ ਕਹਿੰਦੇ ਸੰਤ ਸੰਗ ਮੈਂ ਪਾਈਏ ਅੰਤ ਨਾ ਪਾਰਾਵਾਰ। ਉਹ ਵੀ ਪ੍ਰਾਪਤ ਹੋ ਜਾਂਦਾ ਜਿਹਦਾ ਕੋਈ ਪਾਰਾਵਾਰ ਨਹੀਂ ਹੈ। ਹਾਂ ਔਰ ਜਿਹੜੀ ਨਿਜੇ ਸਾਹਿਬ ਬਿਲਕੁਲ ਮਾਲਕ ਉਸ ਪਰਮਾਤਮਾ ਸੰਗਤ ਦੇ ਵਿੱਚ ਉਹ ਸ਼ਕਤੀ ਦੇ ਵੀ ਵਿੱਚ ਸਾਨੂੰ ਲੀਨਤਾ ਪ੍ਰਾਪਤ ਹੋ ਜਾਂਦੀ ਹੈ ਜਿਹਦਾ ਪਾਰਾਵਾਰ ਨਹੀਂ, ਜਿਹਦਾ ਕੋਈ ਅੰਤ ਹੀ ਨਹੀਂ। ਦੇਖੋ ਕਿੰਨੀ ਵੱਡੀ ਗੱਲ, ਸੰਗਤ ਚ ਇੰਨਾ ਪ੍ਰਭਾਵ ਹੈ। ਜਿਹਦਾ ਸਿੱਪੀ ਦੇ ਵਿੱਚ ਰੇਤਾ ਦਾ ਕਣਕਾ ਭੇਜ ਦਿੰਦੀ ਹੈ, ਪ੍ਰਕਿਰਤੀ ਜਾਂ ਅਸੀਂ ਭੇਜਦੀ ਹੈ ਤੇ ਉਹ ਮੋਤੀ ਬਣ ਜਾਂਦਾ। ਉਸੇ ਤਰ੍ਹਾਂ ਹੀ ਕਹਿੰਦੇ ਸੰਗਤ ਦੇ ਵਿੱਚ ਏਦਾਂ ਦੀ ਗੱਲ ਸ਼ੁਰੂ ਹੋ ਜਾਂਦੀ ਹੈ। ਔਰ ਜਿਹੜਾ ਪਾਰਾਵਾਰ ਹੈਗਾ ਜਿਹਦਾ ਅੰਤ ਨਹੀਂ ਹੈਗਾ ਉਹ ਸ਼ਕਤੀ ਵੀ ਸਾਨੂੰ ਪ੍ਰਾਪਤ ਹੋ ਜਾਂਦੀ ਹੈ। ਠੀਕ ਹੈ ਨਾ ਜੀ ਸਾਹਿਬ। ਆਪ ਤਜੋ ਗੋਬਿੰਦ ਭਜੋ। ਕਹਿੰਦੇ ਆਪਣੀ ਹਉਮੈ ਨੂੰ ਛੱਡਦੇ ਜਾਓ, ਗੋਬਿੰਦ ਦਾ ਭਜਨ ਕਰੀ ਜਾਓ ਭਾਈ, ਮਾਲਕ ਪਰਮਾਤਮਾ ਦਾ। ਕਹਿੰਦੇ ਤੂੰ ਕਰੀ ਜਾਏਗਾ ਤੇ ਮੈਂ ਤਾਂ ਹੂੰ ਤਾਂ ਰਹੂਗਾ ਹੀ ਨਹੀਂ ਤੇਰੇ ਅੰਦਰ, ਮੈਂ ਮੇਰੀ ਨਹੀਂ ਰਹੇਗੀ। ਆਪ ਤਜੋ ਗੋਬਿੰਦ ਭਜੋ ਸ਼ਰਨ ਪਰੋ ਹਰ ਰਾਏ। ਉਸ ਮਾਲਕ ਪਰਮਾਤਮਾ ਦੀ ਸ਼ਰਨ ਦੇ ਵਿੱਚ ਪੈ ਕੇ ਜਿਹੜਾ ਹੈਗਾ ਉਸਦੇ ਨਤਮਸਤਕ ਹੋ ਕੇ ਮਾਲਕ ਦੇ ਜਿਹੜਾ ਹੈਗੇ ਭਗਤੀ ਕਰ। ਕੀ ਹੋਏਗਾ? ਦੁੱਖ ਹਰੈ ਭਉ ਜਲ ਤਰੈ ਮਨ ਚਿੰਦਿਆ ਫਲ ਪਾਏ। ਕਹਿੰਦੇ ਸਾਰੇ ਦੇ ਸਾਰੇ ਦੁੱਖ ਤੇਰੇ ਹਰੇ ਜਾਣਗੇ ਔਰ ਇਹ ਸੰਸਾਰ ਭਉ ਜਲ ਜਿੱਥੇ ਪਾਇਆ ਤੂੰ ਜਨਮਾਂ ਦਾ ਕੋ ਭੌਂ ਰਿਹਾ ਆ, ਕਹਿੰਦੇ ਇਹਨੂੰ ਤਰ ਜਾਏਗਾ। ਮਨ ਚਿੰਦਿਆ ਫਲ ਪਾਏ। ਜੋ ਤੇਰੇ ਮਨ ਚ ਇੱਛਾ ਹੈਗੀ ਤੇਰਾ ਉਹ ਮਨ ਚਿੰਦਿਆ ਜਿਹੜੀ ਹੈ ਮਨ ਦੀ ਇੱਛਾ ਜੋ ਵੀ ਮਨ ਤੈਨੂੰ ਚਾਹੁੰਦਾ ਹੈ ਜਿਸ ਚੀਜ਼ ਨੂੰ ਉਹ ਸਾਰੇ ਫਲ ਪ੍ਰਾਪਤ ਹੋ ਜਾਣਗੇ। 8 ਪਹਿਰ ਮਨ ਹਰ ਜਪੈ ਸਫਲ ਜਨਮ ਪਰਵਾਨ। ਕਹਿੰਦੇ 8 ਪਹਿਰ ਜਿਹੜਾ ਇਸ ਤਰੀਕੇ ਦੇ ਨਾਲ ਮਨ ਲਗਾ ਕੇ ਮਾਲਕ ਪਰਮਾਤਮਾ ਦੀ ਭਗਤੀ ਕਰਦਾ ਆ, ਕਹਿੰਦੇ ਉਹ ਤਾਂ ਭਾਈ ਸਫਲ ਹੋ ਗਿਆ। ਉਹ ਮਨੁੱਖੀ ਜੂਨ ਪਰਵਾਨ ਹੋ ਗਈ, ਉਹਦੀ ਲੇਖੇ ਲੱਗ ਗਈ ਭਾਈ, ਸਫਲ ਹੋ ਗਈ। ਅੰਤਰ ਬਾਹਰ ਸਦਾ ਸੰਗ ਕਰਨੇ ਹਾਰ ਪਛਾਣ। ਔਰ ਉਹ ਮਾਲਕ ਪਰਮਾਤਮਾ ਜਿਹੜਾ ਅੰਦਰ ਬਾਹਰ ਹਰ ਹਮੇਸ਼ਾ ਨਾਲ ਹੈਗਾ ਉਹ ਕਰਤਾ, ਕਹਿੰਦੇ ਉਹਦੇ ਨਾਲ ਪਛਾਣ ਹੋ ਜਾਂਦੀ ਹੈ। ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ। ਆਇਆ ਭਾਈ ਪਰਮੇਸ਼ਰ ਦੀ ਮਤ, ਲਿਵਾਲੇ ਰਸਤੇ ਦੀ ਗੱਲਬਾਤ, ਬ੍ਰਹਮ ਗਿਆਨ, ਇਹ ਜਿਹੜੀ ਹੈਗੀ ਆ ਸ਼ਬਦ ਬ੍ਰਹਮ। ਕਹਿੰਦੇ ਉਹ ਸੱਜਣ ਆ ਭਾਈ, ਉਹੀ ਸਾਥੀ, ਅਸਲੀ ਸਾਥੀ, ਉਹੀ ਮਿੱਤਰ ਹੈਗਾ ਜਿਹੜਾ ਮਾਲਕ ਪਰਮਾਤਮਾ ਦੀ ਗੱਲ, ਪਰਮਾਤਮਾ ਦੀ ਜਿਹੜਾ ਬ੍ਰਹਮ ਗਿਆਨ ਜਿਹੜਾ ਹੈਗਾ ਦੇ ਬਈ ਕਿਵੇਂ ਲਿਵ ਵਾਲੀ ਯਾਤਰਾ ਕਰਨੀ ਆ ਉਹਦੇ ਬਾਰੇ ਦੱਸੇ। ਉਹੀ ਅਸਲੀ ਸਖਾ ਮਿੱਤਰ ਤੇ ਸੱਜਣ ਹੈਗਾ। ਨਾਨਕ ਤਿਸ ਬਲਿਹਾਰ ਨੇ ਹਰ ਹਰ ਨਾਮ ਜਪੇ। ਕਹਿੰਦੇ ਮੈਂ ਤਾਂ ਉਸ ਤੋਂ, ਮਹਾਰਾਜ ਹੁਣ ਕਹਿ ਰਹੇ, ਕਹਿੰਦੇ ਮੈਂ ਤਾਂ ਉਸ ਤੋਂ ਬਲਿਹਾਰੀ ਹਾਂ ਜਿਹੜਾ ਕਿ ਬ੍ਰਹਮ ਗਿਆਨੀਆਂ ਦੀ ਸੰਗਤ ਤੋਂ, ਬ੍ਰਹਮ ਗਿਆਨੀਆਂ ਦੀ ਮੱਤ ਲੈ ਕੇ ਔਰ ਪਰਮੇਸ਼ਰ ਦਾ ਨਾਮ ਜਿਹੜਾ ਹੈਗਾ ਜਪਣਾ ਕਰਦਾ ਹੈ। ਮੈਂ ਉਸ ਤੋਂ, ਐਸੇ ਜਿਹੜੇ ਹੈਗੇ ਮਨੁੱਖ ਤੋਂ ਬਲਿਹਾਰ ਹੈਗਾ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਉੱਤੇ ਲਿਖਿਆ ਦੇਖੋ, ਆਪ ਤਜੋ ਗੋਬਿੰਦ ਭਜੋ ਸਰਨ ਪਰੋ ਹਰ ਰਾਏ। ਤੇ ਵੇਖ ਲਓ ਆਪਣੇ ਆਪ ਦਾ ਕਹਿੰਦੇ ਹੋ ਕਿ ਗਿਆਨ ਦਾ ਤਿਆਗ ਕਰ ਦੇਣਾ ਤੇ ਉਹ ਚਰਨ ਜਦੋਂ ਆ ਉਹਦੀ ਹਰ ਰਾਏ ਦੀ ਸ਼ਰਨ ਚ ਚੜ ਗਏ ਆਪਾਂ, ਹਨਾ।
ਬਿਲਕੁਲ ਗੋਬਿੰਦ ਦਾ ਨਾਮ ਗਾ, ਇੱਥੇ ਵੇਖੋ ਗੋਬਿੰਦ ਕਹਿਤਾ, ਰਾਮ ਕਹਿ ਦਿੰਦੇ ਆ, ਕਿਤੇ ਪਰਮਾਤਮਾ ਕਹਿ ਦਿੰਦੇ, ਕਿਤੇ ਆਤਮਾ ਕਹਿ ਦਿੰਦੇ ਆ। ਕਿਤੇ ਇਹ ਭਾਸ਼ਾ ਦਾ ਇੱਕ ਆਪਣਾ ਤਰੀਕਾ ਹੁੰਦਾ। ਠੀਕ ਹੈ ਲਿਜਾ ਸਾਹਿਬ, ਦੁੱਖ ਹਰੇ ਦੁੱਖ ਹਰੇ ਪੌਜਲ ਤਰੇ, ਦੁੱਖ ਖਤਮ ਹੋ। ਹਾਂ, ਦੁੱਖ ਹਰੇ ਪੌਜਲ ਤਰੇ, ਮਨ ਚਿੰਦਿਆ ਫਲ ਪਾਏ। ਹਾਂ, ਤੇ ਜਿਹੜੀ ਸਾਡੀ ਚਿੰਤਿਆ ਦਾ ਫਲ ਤੇ ਇਹੋ ਹੀ ਆ, ਜੇ ਅਸੀਂ ਪਰਮਾਤਮਾ ਦੇ ਚਰਨ ਚਾਹੁੰਦੇ ਆ, ਉਹ ਜਿਹੜੇ ਫਲ ਆ ਸਾਨੂੰ ਉਹ ਰੂਪ ਮਿਲ ਜਾਂਦਾ। ਦੁੱਖ ਦੂਰ ਹੋ ਜਾਂਦੇ ਨੇ। ਭਵਜਲ ਦਾ ਮਤਲਬ ਹੁੰਦਾ ਹੈ ਕਿ ਇਹ ਜਿਹੜਾ ਭਵਜਲ ਸਾਗਰ ਹੈ, ਜਿੱਥੇ 84 ਦਾ ਗੇੜ ਆ, ਇਸ ਸਾਗਰ ਤੋਂ ਬੰਦਾ ਪਾਰ ਨਿਕਲ ਕੇ ਬ੍ਰਹਮ ਚ ਲੀਨ ਹੋ ਜਾਂਦਾ ਜਿਉਂਦੇ ਜੀ। ਠੀਕ ਹੈ ਨਾ ਜੀ ਸਾਹਿਬ। 8 ਪਹਿਰ ਮਨੇ ਹਰ ਜਪੈ, 8 ਪਹਿਰ ਜਿਹੜਾ ਮਨ ਲਗਾ ਕੇ ਜਿਹੜਾ ਹੈਗਾ ਤੇ ਧਿਆਨ ਸਿਮਰਨ ਕਰਦਾ ਹੈ, 8 ਪਹਿਰ ਹੀ ਹੋ ਜਾਣਾ ਹੈ। ਫਿਰ ਸੁਰਤ ਜਿਹੜੀ ਹੈਗੀ ਬਾਹਰ ਜਾਣੀ ਨਹੀਂ ਆ। ਬਾਹਰ ਮਾਇਆ ਦੇ ਵਿੱਚ ਜਿਹੜੇ ਆਪਾਂ ਜ਼ਰੂਰ ਸਮਾਂ ਗੁਜ਼ਾਰਾਂਗੇ, ਪਰ ਸੁਰਤ ਜਿਹੜੀ ਹੈਗੀ ਅੰਦਰ, ਜਿਹੜੀ ਅੰਦਰ ਖਾਤੇ ਰੱਬ ਵਾਲੇ ਪਾਸੇ ਹੀ ਰਹੂਗੀ। 8 ਪਹਿਰ ਮਨ ਹਰ ਜਪੈ, ਸਫਲ ਜਨਮ ਪ੍ਰਵਾਨ। ਕਹਿੰਦੇ ਉਹ ਜਨਮ, ਉਹ ਇਨਸਾਨ ਦਾ ਸਰੀਰ ਜਿਹੜਾ ਹੈਗਾ ਉਹ ਜਨਮ ਪ੍ਰਵਾਨ ਹੋ ਗਿਆ। ਕਹਿੰਦੇ ਲੇਕੇ ਲੱਗ ਗਿਆ। ਅੰਤਰ ਬਾਹਰ ਸਦਾ ਸੰਗ ਕਰਨੇ ਹਾਰ ਪਛਾਣ। ਔਰ ਇਸ ਤਰ੍ਹਾਂ ਜਿਹੜਾ ਮਾਲਕ ਪਰਮਾਤਮਾ ਜਿਹੜਾ ਹੈਗਾ ਅੰਗ ਸੰਗ ਜਿਹੜਾ ਹੈਗਾ ਹਮੇਸ਼ਾ ਹੀ ਅੰਦਰ ਬਾਹਰ ਹਰ ਜਗ੍ਹਾ ਤੇ ਕਹਿੰਦੇ ਉਹਨੂੰ ਕਰਨੇ ਹਾਰ ਨੂੰ, ਕਰਤੇ ਨੂੰ, ਉਹਨੂੰ ਉਹਦੇ ਨਾਲ ਪਛਾਣ ਪੈ ਜਾਂਦੀ ਹੈ। ਹਾਂਜੀ ਬੇਟੀ ਬਿਲਕੁਲ ਠੀਕ। 8 ਪਹਿਰ ਮਨ ਹਰ ਜਪੇ ਸਫਲ ਜਨਮ ਪ੍ਰਵਾਨ। ਉਹ ਕਹਿੰਦੇ ਕਿ 8 ਪਹਿਰ ਦਾ ਮਤਲਬ ਇਹ ਨਹੀਂ ਕਿ ਮੂੰਹ ਨਾਲ ਜਾਪ ਕਰਨਾ ਹੈ ਆਪਾਂ, ਹੁਣ ਲੋਕੀ ਕਰੀ ਜਾਂਦੇ, ਉਹ ਅਲੱਗ ਚੀਜ਼ ਹੈ। ਇਹ ਸੁਰਤੀ ਜਦੋਂ ਤੁਹਾਡੀ ਉੱਤੇ ਚੜ ਗਈ ਨਾ, ਉੱਤੇ ਲਿਖਿਆ ਲਿਵ ਲੱਗੀ, ਆਪਦੇ ਤੁਕ ਤੇ ਬੋਲਿਆ ਨਾਨਕ ਮਾਨਸ ਸੰਤੋਖੀਆ ਇੱਕ ਸਿਓ ਲਿਵ ਲਾਈ। ਉਹ ਜਦੋਂ ਪਰਮਾਤਮਾ ਦੇ ਵਿੱਚ ਸਾਡੀ ਸੁਰਤੀ ਪ੍ਰਵੇਸ਼ ਕਰ ਜਾਂਦੀ, ਉੱਥੇ ਲਿਵ ਲੱਗ ਜਾਂਦੀ ਹੈ, ਫਿਰ ਉਹ ਆਨੰਦ ਨਹੀਂ ਜਾਂਦਾ, ਉਹ ਟੁੱਟਦਾ ਨਹੀਂ। ਤੁਸੀਂ ਫਰੀ ਅਵਸਥਾ ਚ ਆ ਜਾਂਦੇ ਜੋ, ਉਹ ਤੁਸੀਂ ਸੱਚ ਚਿੱਤ ਆਨੰਦ ਚ ਹੀ ਰਹਿੰਦੇ ਜੋ। ਉਹਦੇ ਵਿੱਚ ਉਸ ਅਵਸਥਾ ਨੂੰ ਤੁਹਾਡੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਇੱਕ ਸਮਾਂ ਹੈਗਾ ਤੁਹਾਨੂੰ ਟੁੱਟ ਸਕਦੀ ਹੈ ਪ੍ਰਕਿਰਤੀ, ਪਰ ਜਦੋਂ ਤੁਸੀਂ ਪ੍ਰਕਿਰਤੀ ਦੇ ਰੇਂਜ ਤੋਂ ਅੱਗੇ ਲੰਘ ਜਾਂਦੇ ਜੋ, ਫਿਰ ਉਸ ਅਵਸਥਾ ਨੂੰ ਤੋੜ ਨਹੀਂ ਸਕਦਾ ਕੋਈ। ਠੀਕ ਹੈ ਨਾ ਜੀ ਸਾਹਿਬ। ਇੱਥੇ ਨਾਲੇ ਗੋਰਕੀ ਸਾਹਿਬ ਜਿਹੜਾ ਹੈਗਾ ਦੇਖੋ 8 ਪਹਿਰ ਤੇ ਇੱਥੇ ਜੀਵ ਦੇ ਨਾਲ ਜਪਣ ਦੀ ਤਾਂ ਗੱਲ ਨਹੀਂ ਕਰ ਰਹੇ। 8 ਪਹਿਰ ਮਨੇ ਹਰ ਜਪੇ, ਮਨ ਦੇ ਨਾਲ ਕਹਿੰਦੇ ਆ, ਮਨ ਨੇ ਜਪਣਾ ਹੈਗਾ। ਹਾਂਜੀ ਵਿੱਚ ਮਨ ਕੀ ਕਰਦਾ ਕਿ ਮਨ ਸਿਆਣਾ ਬੱਚਾ ਬਣ ਜਾਂਦਾ ਹੈ, ਉਹ ਆਤਮਾ ਚ ਲੀਨ ਹੋ ਜਾਂਦਾ, ਫਿਰ ਨਹੀਂ ਕੁਛ ਕਰਦਾ। ਉਹ ਮੈਨੇਜਰ ਦੀ ਪਾਵਰ ਸਾਰੀ ਖੋਲੀ, ਉਹ ਸਾਈਡ ਤੇ ਹੋ ਕੇ ਬੈਠਾ ਰਹਿੰਦਾ। ਉਹ ਫਿਰ ਉਹਦੇ ਜਦੋਂ ਸਾਈਡ ਤੇ ਹੋ ਕੇ ਚੁੱਪ ਕਰਕੇ ਬੈਠਾ ਤਾਂ ਸਮਝ ਲਓ ਕੋਈ ਨਾਮ ਹੀ ਜਪਣ ਦੇ ਬ੍ਰਹਮ ਨਹੀਂ ਤੇ। ਠੀਕ ਹੈ ਨਾ ਜੀ ਸਾਹਿਬ। ਬਿਲਕੁਲ। ਅਨਮਣੀ ਅਵਸਥਾ ਕਹਿੰਦੇ ਨੇ ਇਹਨੂੰ, ਅਨਮਣੀ ਅਵਸਥਾ, ਮਨ ਤੋਂ ਮੁਕਤ ਹੋਇਆ। ਅੰਤਰ ਬਾਹਰ ਸਦਾ ਹਾਂਜੀ, ਅੰਤਰ ਬਾਹਰ ਸਦਾ ਸੰਗ ਕਰਨੇ ਹਾਰ ਪਛਾਣ। ਕਹਿੰਦੇ ਕਰਨੇ ਹਾਰ ਮਾਲਕ ਪਰਮਾਤਮਾ ਜਿਹੜਾ ਹੈ ਅੰਦਰ ਵੀ ਹੈਗਾ, ਬਾਹਰ ਵੀ ਹੈਗਾ, ਹਰ ਜਗ੍ਹਾ ਤੇ ਹੈਗਾ, ਹਮੇਸ਼ਾ ਨਾਲ ਹੈਗਾ। ਉਹਦੇ ਨਾਲ ਪਛਾਣ ਹੋ ਜਾਂਦੀ ਹੈ ਉਸ ਕਰਤੇ ਦੇ ਨਾਲ। ਪਹਿਲਾਂ ਸਾਨੂੰ ਪਰਮਾਤਮਾ ਅੰਦਰੋਂ ਹੀ ਮਿਲਦਾ ਹੈ, ਬਾਹਰੋਂ ਨਹੀਂ ਮਿਲਦਾ। ਪਰ ਜਦੋਂ ਅੰਦਰੋਂ ਮਿਲ ਗਿਆ ਤਾਂ ਫਿਰ ਪਤਾ ਲੱਗ ਜਾਂਦਾ ਕਿ ਬਾਹਰ ਵੀ ਉਹਦਾ ਹੀ ਰੂਪ ਹੈ। ਇਹ ਨਹੀਂ ਕਿ ਬਾਹਰੋਂ ਮੰਨਣ ਦੇ ਨਾਲ ਅੰਦਰ ਨਹੀਂ ਪ੍ਰਾਪਤੀ ਹੁੰਦੀ। ਇਸ ਲਈ ਪਹਿਲਾਂ ਸਾਨੂੰ ਆਪਣੇ ਮੂਲ ਨੂੰ ਪਛਾਣਨਾ ਪੈਣਾ। ਬਹੁਤ ਵਧੀਆ ਗੁਰਕੀ ਸਾਹਿਬ, ਬਹੁਤ ਵਧੀਆ। ਜਦ ਤੱਕ ਤੁਸੀਂ ਆਪਣੇ ਮੂਲ ਨੂੰ ਨਹੀਂ ਪਛਾਣਦੇ, ਆਪਣੀ ਜੜ੍ਹਾਂ ਹੁਣ ਤੇ ਰੁੱਖਾਂ ਨੂੰ ਚਿੰਬੜੀ ਜਾਂਦੇ ਜੋ, ਮੈਂ ਵੀ ਚਿੰਬੜੀ ਜਾਂਦਾ ਰੁੱਖਾਂ ਨੂੰ, ਫਲ ਲੱਗੇ, ਸੇਬ ਲੱਗੇ, ਪਰ ਉਹਦਾ ਕੋਈ ਫਾਇਦਾ ਨਹੀਂ ਹੈਗਾ। ਸਭ ਤੋਂ ਪਹਿਲਾਂ ਰੁੱਖ ਦੀਆਂ ਜੜ੍ਹਾਂ ਚ ਵੜਨਾ ਪਊ। ਪਰ ਜਦੋਂ ਅੰਦਰੋਂ ਮਿਲ ਗਿਆ ਤੇ ਫਿਰ ਬਾਹਰ ਵੀ ਦਿਖੂਗਾ, ਪਰ ਬਾਹਰੋਂ ਵੇਖਣ ਦੇ ਨਾਲ ਅੰਦਰ ਨਹੀਂ ਜੋ ਦਿਖਣਾ। ਇਸ ਚੀਜ਼ ਨੂੰ ਪਛਾਣ ਕਰਨੀ ਪੈਣੀ। ਠੀਕ ਹੈ ਨਾ ਜੀ ਸਾਹਿਬ। ਆਖਰੀ ਦੇ ਵਿੱਚ ਕਹਿ ਰਿਹਾ ਭਾਈ ਦੇਖ, ਤੇਰੇ ਜੀਵਨ ਸਫਰ ਦੇ ਵਿੱਚ ਤੇਰਾ ਅਸਲੀ ਸੱਜਣ ਤੇ ਅਸਲੀ ਸਾਥੀ ਤੇ ਅਸਲੀ ਮਿੱਤਰ ਕੌਣ ਹੈਗਾ? ਕਹਿੰਦੇ ਜਿਹੜਾ ਤੈਨੂੰ ਰੱਬ ਵਾਲੀ ਮੱਤ ਦੇ ਰਿਹਾ, ਪਰਮਾਤਮਾ ਵਾਲੇ ਪਰਮਾਰਥ ਵੱਲ ਨੂੰ ਜਿਹੜਾ ਹੈਗਾ, ਪਰਮਾਰਥ ਦਾ ਗਿਆਨ ਦੇ ਰਿਹਾ ਆ, ਉਹੀ ਤੇਰਾ ਅਸਲੀ ਮਿੱਤਰ, ਅਸਲੀ ਸੱਜਣ ਹੈਗਾ ਪਿਆਰਿਆ। ਬਾਕੀ ਹੋਰ ਜਿਹੜੇ ਹੈਗੇ ਦੁਨੀਆ ਦੇ ਜਿਹੜੇ ਹੈਗੇ ਸੱਜਣ ਮਿੱਤਰ ਜਿਹੜੇ ਹੈਗੇ, ਉਹ ਇੱਥੇ ਦੇ ਹੀ ਰਹਿ ਜਾਣੇ ਆ ਭਾਈ। ਉਹਨਾਂ ਦੀ ਮੱਤ ਨਾਲ ਕੁਛ ਨਹੀਂ ਹੋਣਾ। ਸੋ ਸਾਜਨ ਸੋ ਸਖਾ ਮੀਤ, ਜੋ ਹਰ ਕੀ ਮਤ ਦੇ, ਨਾਨਕ ਤਿਸ ਬਲਿਹਾਰਣਾ, ਹਰ ਹਰ ਨਾਮ ਜਪੇ। ਕਹਿੰਦੇ ਮੈਂ ਤਾਂ ਬਲਿਹਾਰ ਜਾਣਾ ਹੈ ਭਾਈ ਉਸ ਤੋਂ ਜਿਹੜਾ ਕਿ ਉਸ ਸੱਜਣ ਮਿੱਤਰ ਸਖਾ ਤੋਂ, ਬ੍ਰਹਮ ਗਿਆਨੀਆਂ ਤੋਂ ਪਰਮੇਸ਼ਰ ਦੀ ਮੱਤ ਲੈ ਕੇ ਤੇ ਨਾਮ ਜਪਣਾ ਕਰਦਾ ਹੈ। ਹਾਂਜੀ ਬਈ। ਉਹ ਕਹਿੰਦੇ ਆ ਕਿ ਸੱਜਣ ਪਤਾ ਕਿਹੜਾ, ਜਿਹੜਾ ਦੱਸਦਾ ਕਿ ਤੂੰ ਗਲਤ ਪਾਸੇ ਚੜ ਗਿਆ। ਉਲਟ ਕੀ ਆ, ਚੜੇ ਤੇ ਸਾਰੇ ਜੋ, ਕੌਣ ਨਹੀਂ ਚੜਿਆ? ਸਾਰੇ ਚੜੇ ਬੈਠੇ, ਕੋਈ ਉਤਰੇ ਤੇ ਹੈ ਨਹੀਂ, ਸਾਰੇ ਚੜੇ ਪਏ। ਉਹ ਸੱਜਣ ਆ ਜਿਹੜਾ ਦੱਸਦਾ ਕਿ ਤੂੰ ਗਲਤ ਪਾਸੇ ਚੜਿਆ। ਇਹ ਬਸ ਉੱਥੇ ਨਹੀਂ ਜਾਂਦੀ ਜਿੱਥੇ ਤੂੰ ਜਾਣਾ ਚਾਹੁੰਦਾ। ਉਹ ਉਮੀਦ ਆ। ਉਹ ਫਿਰ ਕਿਤੇ ਕਹਿੰਦਾ, ਉਹ ਮੱਤ ਦਿੰਦਾ ਕਿ
ਕਿਹੜੀ ਬੱਸ ਤੇ ਚੜਨਾ, ਇਹ ਬੱਸ ਤੇ ਚੜ, ਯਕੀਨ ਕਰ। ਸੰਗਤ ਹੋਰ ਕੀ ਦੱਸਦੀ ਤੁਹਾਨੂੰ? ਇਹ ਤੇ ਦੱਸਦੀ ਸੰਗਤ ਕਿ ਇਹ ਜਿਹੜੀ ਗਲਤ ਬੱਸ ਤੇ ਨਹੀਂ ਚੜਨਾ, ਇਹ ਬੱਸ ਤੇ ਚੜਨਾ। ਕਿਹੜੀ? ਪਰਮਾਤਮਾ ਦੀ ਬੱਸ ਤੇ। ਕਿ ਨਕਲੀ ਬੱਸ ਤੇ ਨਾ ਚੜ ਜਾਓ, ਕਿਉਂਕਿ ਇਹਨੇ ਚੱਲਣਾ ਹੀ ਨਹੀਂ। ਅਗਲੇ ਤੋਂ ਕੋਲ ਨਹੀਂ ਜਾ ਸਕਦਾ। ਨਾਨਕ ਤਿਸ ਬਲਿਹਾਰ ਨੇ ਹਰ ਹਰ ਨਾਮ ਜਪੇ। ਕਹਿੰਦੇ ਮੈਂ ਤਾਂ ਬਲਿਹਾਰ ਜਾਣਾ ਹੈ ਉਸ ਤੋਂ, ਐਸੇ ਇਨਸਾਨ ਤੋਂ ਜਿਹੜਾ ਹੈਗਾ ਕਿ ਸੱਜਣ ਮੀਤ ਸਖਾ ਤੋਂ ਮੱਤ ਲੈ ਕੇ ਪਰਮੇਸ਼ਰ ਦਾ ਨਾਮ ਜਪਦਾ ਹੈ। ਆਖਰੀ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਹੈਗਾ ਉਹਦੇ ਵਿੱਚ ਆਉਂਦਾ ਹੈ ਮਹਲਾ 5ਵਾਂ, ਤੇਰਾ ਕੀਤਾ ਜਾਤੋ ਨਹੀਂ, ਮੈਨੂੰ ਜੋ ਕੀਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਹੀਂ, ਆਪੇ ਤਰਸ ਪਿਓਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਹਾਂ ਦੇਖ ਲਓ ਭਾਈ, ਸਤਿਗੁਰੂ ਸੱਜਣ ਦੱਸਿਆ ਮਹਾਰਾਜ ਨੇ ਕੌਣ ਆ ਸੱਜਣ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ। ਨਾਨਕ ਤਿਸ ਬਲਿਹਾਰ ਨੇ ਹਰ ਹਰ ਨਾਮ ਜਪੇ। ਤੇ ਬਸ ਉਹ ਕਹਿੰਦੇ ਮੈਂ ਉਹ ਤੋਂ ਬੁਲਾ ਰਿਹਾ ਜਿਹੜਾ ਬੰਦਾ ਅਗਿਆਨ ਤੋਂ ਤੋੜ ਕੇ ਤੇ ਗਿਆਨ ਦੇ ਨਾਲ ਸੰਬੰਧ ਜੋੜ ਦਿੰਦਾ ਹੈ। ਬਸ ਇਹਨਾਂ ਹੀ ਤੇ ਕੰਮ ਹੈ। ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਉਹ ਬਸ ਇਹਨਾਂ ਕਹਿੰਦੇ ਆ ਕਿ ਜਿਹੜੀ ਤੂੰ ਫਸਲ ਬੀਜ ਰਿਹਾ, ਸੰਗਤ ਕੀ ਦੱਸਦੀ ਹੈ, ਇਹ ਜਿਹੜੀ ਫਸਲ ਤੂੰ ਬੀਜ ਰਿਹਾ ਜਿਹੜਾ 25-30 ਸਾਲ 50 ਸਾਲ 70 ਸਾਲ ਤੇ ਹੋ ਗਏ ਤੈਨੂੰ ਬੀਜ ਦੇਣ, ਇੱਥੇ ਪ੍ਰੋਡਕਸ਼ਨ ਨਹੀਂ ਹੋ ਰਹੀ, ਆਊਟਪੁੱਟ ਕੁਛ ਨਹੀਂ ਨਿਕਲ ਰਿਹਾ, ਕੱਲ ਸਮਾਂ ਬਰਬਾਦ ਕਰ ਦੇਣ। ਆਹ ਫਸਲ ਬੀਜ ਤੇ 9 ਦਿਨ ਕਹੇ ਸੀ ਨਾ ਸਾਹਿਬ ਉਹਨਾਂ ਨੇ। ਹਾਂ 9 ਦਿਨ ਕਹੇ ਸੀ। 9 ਦਿਨ ਤੇ ਕਹਿੰਦੇ ਤੈਨੂੰ ਪਤਾ ਲੱਗ ਜੂਗਾ। ਆਪਾਂ ਜੇ ਕੱਲ ਨੂੰ ਲੈ ਲਾਂਗੇ ਉਹ 9ਵੀਂ ਵਾਲੇ ਜਿਹੜਾ ਸ਼ਲੋਕ ਲੈ ਲਾਂਗੇ, 2 ਸ਼ਲੋਕ ਹੀ ਹੈ ਉਹਦੇ ਚ ਤਾਂ ਕੁਝ ਹਾਂ ਕੋਈ ਨਹੀਂ, ਕੱਲ ਲੈ ਲਾਂਗੇ ਨਜਰ ਸਾਹਿਬ। ਤੇ ਅੱਜ ਦੀ ਆਪਾਂ ਵਿਚਾਰ ਇੱਥੇ ਹੀ ਸਮਾਪਤ ਕਰਦੇ ਹਾਂ। ਹੋਰ ਸਾਧ ਸੰਗਤ ਜੀ 2 ਗੱਲਾਂ ਜਿਹੜੀਆਂ ਅੱਜ ਮੇਨ ਚਲੋ ਥੋੜੀ ਜਿਹੀ ਔਖੀ ਹੈ, ਇਹ ਕਿਉਂਕਿ ਉਹ ਜਦੋਂ ਵੀ ਜੜ ਚੇਤਨ ਦੀ ਗੱਲ ਚੱਲਦੀ ਹੈ ਨਾ ਤੇ ਮਨ ਬੁੱਧੀ ਚੇਤਨ ਅਹੰਕਾਰ ਇਹ ਕਾਫੀ ਨਾ ਇਹ ਮਤਲਬ ਦਾਰਸ਼ਨਿਕ ਲੈਵਲ ਆ। ਔਰ ਇਹਨੂੰ ਹੌਲੀ ਹੌਲੀ ਆਪਾਂ ਥੋੜਾ ਚੱਲੀ ਜਾਵਾਂਗੇ, ਜਿੰਨਾ ਕੁ ਸਾਨੂੰ ਪਤਾ ਲੱਗਦਾ ਅਸੀਂ ਸਾਂਝਾ ਕਰੀ ਜਾਂਦੇ, ਤਾਂ ਜੋ ਸਾਨੂੰ ਕਾਫੀ ਹੱਦ ਤੱਕ ਜਿਹੜਾ ਨਾ ਸ਼ਬਦ ਬ੍ਰਹਮ ਦਾ ਵੀ ਪਤਾ ਹੋਵੇ। ਇਹ ਜਿਹੜਾ ਚਿੱਤ ਹੈ ਨਾ, ਚਿੱਤ ਦੇ ਵਿੱਚ ਕੋਈ ਵੀ ਚੀਜ਼ ਹੈ ਨਾ ਹਲਚਲ ਚ ਪੈਦਾ ਹੁੰਦੀ ਹੈ ਇੰਦਰੀਆਂ ਦੇ ਰਾਹੀਂ, ਔਰ ਬੁੱਧੀ ਜਿਹੜੀ ਆ ਉਹ ਮਨ ਨੂੰ ਦੱਸਦੀ ਹੈ। ਕਿੱਦਾਂ ਦੱਸਦੀ? ਵਿਚਾਰਾਂ ਦੇ ਰਾਹੀਂ। ਬੁੱਧੀ ਦੱਸਦੀ ਮਨ ਨੂੰ। ਫੈਸਲਾ ਜਿਹੜਾ ਮੈਨੇਜਰ ਦਾ ਹੁੰਦਾ, ਇੱਕ ਤੇ ਮੈਨੇਜਰ ਕੰਟਰੋਲ ਚ ਹੈ ਤੇ ਇੱਕ ਜਿਹੜਾ ਮੈਨੇਜਰ ਆ ਖੁਦ ਆਪਣੇ ਆਪ ਨੂੰ ਮਾਲਕ ਸਮਝ ਕੇ ਬੈਠਾ। ਤੇ ਬਾਣੀ ਕੀ ਕਹਿੰਦੀ ਆ ਕਿ ਉਹਦਾ ਮੈਨੇਜਰ ਆ ਜਿਹੜੀ ਉਹਦੀ ਖਾਲਤੂਆਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਮਾਈਕ ਬੰਦ ਸੀ, ਸੌਰੀ ਮੇਰਾ, ਮੈਂ ਵਿੱਚ ਉਹੀ ਮੈਂ ਕਿਹਾ ਅੱਜ ਦੀ ਨਜਰ ਸਾਹਿਬ ਵਿਚਾਰੇ ਹੋਏ ਤੇ। ਹਾਂਜੀ ਤੁਸੀਂ ਕੁਝ ਕਹਿ ਰਹੇ ਸੀਗੇ ਜਿਹੜੀ ਇੰਦਰੀਆਂ। ਹਾਂ ਮੈਂ ਉਹ ਕਹਿ ਰਿਹਾ ਸੀ, ਹਾਂ ਉਹ ਜਿਹੜਾ ਕੋਈ ਵੀ ਸਾਡੇ ਮਨ ਚ ਵਿਚਾਰ ਆਉਂਦਾ ਨਾ, ਉਹ ਸਭ ਤੋਂ ਪਹਿਲਾਂ ਹੁੰਦਾ ਚਿੱਤ ਚ ਹਲਚਲ ਪੈਦਾ ਹੁੰਦੀ ਹੈ ਸਾਡੇ, ਔਰ ਚਿੱਤ ਚ ਹਲਚਲ ਪੈਦਾ ਹੁੰਦੀ ਹੈ ਤੇ ਫਿਰ ਸਾਡੇ ਚਿੱਤ ਚ ਹੁੰਦਾ ਹੈ ਕਿ ਬੁੱਧੀ ਪ੍ਰਗਟ ਹੋ ਜਾਂਦੀ। ਮਾਈਕ ਫਿਰ ਬੰਦ ਹੋ ਗਿਆ ਤੁਹਾਡਾ। ਅੱਛਾ, ਤੇ ਇਹਦੇ ਵਿੱਚ ਇਹਦਾ ਕਿ ਜਦੋਂ ਜਿਹੜਾ ਚਿੱਤ ਚ ਹੁੰਦੀ ਜੀ ਹਲਚਲ ਪੈਦਾ ਹੁੰਦੀ ਹੈ, ਉਹ ਜਿਹੜੀ ਹਲਚਲ ਪੈਦਾ ਹੋਣੀ ਆ ਉਹ ਬੁੱਧੀ ਨੇ ਵੇਖਣੀ ਹੁੰਦੀ ਹੈ। ਤੇ ਬੁੱਧੀ ਨੇ ਜਦੋਂ ਵੇਖਣਾ ਹੁੰਦਾ ਤੇ ਬੁੱਧੀ ਕਰਦੀ ਵਿਚਾਰਾਂ ਦੇ ਰਾਹੀਂ ਫਿਰ ਉਹ ਸਾਨੂੰ ਸਾਰੇ ਪੱਖ ਦੱਸਦੀ ਹੈ। ਤੇ ਉਹ ਜਦੋਂ ਪੱਖ ਦੱਸਦੀ ਹੈ ਤੇ ਫਿਰ ਉਸ ਤੋਂ ਬਾਅਦ ਮਨ ਨੇ ਮੰਨਣਾ ਹੁੰਦਾ। ਤੇ ਉਹਦੇ ਵਿੱਚ ਜਿਹੜਾ ਫੈਸਲਾ ਹੁੰਦਾ, ਜਦੋਂ ਮਨ ਜਿਹਦੇ ਆਪਣਾ ਮਤਲਬ ਉਹ ਕੰਟਰੋਲ ਚ ਹੈਗਾ, ਫਿਰ ਉਹ ਕੰਟਰੋਲ ਚ ਰਹਿੰਦਾ ਵਾ। ਤੇ ਜਦੋਂ ਮਨ ਮਤਲਬ ਬੇਲਗਾਮ ਘੋੜਾ ਵਾ ਤੇ ਫਿਰ ਉਹ ਆਪਣੀ ਮਰਜ਼ੀਆਂ ਕਰਦਾ ਹੈ। ਤੇ ਭਗਤੀ ਦੇ ਨਾਲ ਕੀ ਹੁੰਦਾ ਕਿ ਮਨ ਜਿਹੜਾ ਗਿਆਨ ਪਰਮ ਖਤਮ ਹੋ ਜਾਂਦਾ ਤੇ ਜੀਵਨ ਨੂੰ ਮੁਕਤੀ ਮਿਲ ਜਾਂਦੀ ਹੈ। ਪਰ ਜਿਵੇਂ ਹੀ ਮੁਕਤੀ ਮਿਲਦੀ ਹੈ ਤੇ ਸਾਡੇ ਜੀਵਨ ਚ ਆਨੰਦ ਆਉਂਦਾ ਤੇ ਬੰਦਾ ਜਿਹੜਾ ਦੁੱਖ ਤੋਂ ਉੱਪਰ ਚੱਲ ਜਾਂਦਾ। ਠੀਕ ਹੈ ਨਾ ਸਾਹਿਬ? ਹਾਂਜੀ, ਅੱਜ ਦੀ ਵਿਚਾਰ ਇੱਥੇ। ਠੀਕ ਹੈ ਜੀ।